ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ महा ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇਸ਼ ਰਿਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 2 ਸਤੰਬਰ 2025 12 ਭਾਦੋ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬ੍ਰਾਡਕਾਸਟਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਫੋਲਸਮ ਕੈਲੀਫੋਰਨੀਆ ਤੋਂ ਸਰਦਾਰ ਮਲਕੀਅਤ ਸਿੰਘ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਲਕੀਅਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਬਾਰੇ ਕਿ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਹੜ੍ਹਾਂ ਨੇ ਜਿਸ ਤਰ੍ਹਾਂ ਦੀ ਜਿਹੜੀ ਤਬਾਹੀ ਮਚਾਈ ਹੋਈ ਹੈ ਉਸ ਦੇ ਲਈ ਹੁਣ ਹਰ ਪੰਜਾਬੀ ਭਾਰਤ ਸਰਕਾਰ ਨੂੰ ਦੋਸ਼ੀ ਦੱਸਦਾ ਹੈ ਔਰ ਲੋਕਾਂ ਨੇ ਹੀ ਲੋਕਾਂ ਦੀ ਮਦਦ ਕੀਤੀ ਹੈ। ਸਰਕਾਰ ਕਿਤੇ ਨਜ਼ਰ ਨਹੀਂ ਆਈ। ਸੋ ਈਰਾਨ ਤੇ ਪਾਕਿਸਤਾਨ ਵੱਲੋਂ ਪੰਜਾਬ ਲਈ ਹਮਦਰਦੀ ਦੇ ਬੋਲ ਜਿਹੜੇ ਨੇ ਉਹ ਬੋਲੇ ਗਏ ਨੇ ਪਰ ਹਿੰਦੂ ਤਵੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸੋ ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖਾਲਿਸਤਾਨ ਦੇ ਵਿੱਚ ਹੀ ਉਹਨਾਂ ਦੀ ਸੁਰੱਖਿਅਤ ਹੋਏਗੀ ਔਰ ਸੁਰੱਖਿਅਤ ਹੋਣਗੇ, ਸੁਰੱਖਿਅਤ ਰਹਿਣਗੇ, ਆਪਣੀ ਗੱਲਬਾਤ ਵੀ ਕਰਨਗੇ। ਸੋ ਭਾਰਤ ਵਿੱਚ ਰਹਿਣਾ ਮੁਕੰਮਲ ਤਬਾਹੀ ਨੂੰ ਸੱਦਾ ਦੇਣਾ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਮਲਕੀਤ ਸਿੰਘ ਪਰਿਵਾਰ ਸਮੁੱਚਾ ਜਿਹੜੇ ਫੋਲਸਮ ਕੈਲੀਫੋਰਨੀਆ 'ਚ ਰਹਿੰਦੇ ਨੇ। ਫੋਲਸਮ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਬਿਲਕੁਲ ਨਾਲ ਲੱਗਦਾ ਇਲਾਕਾ ਹੈ ਔਰ ਸਾਡੇ ਦਰਸ਼ਕਾਂ ਨੂੰ ਇਸ ਗੱਲ ਦੀ ਸ਼ਿਕਾਇਤ ਵੀ ਹੋਏਗੀ ਕਿ ਅਸੀਂ ਫਰਾਈਡੇ ਔਰ ਕੱਲ੍ਹ ਬੀਤੇ ਮੰਡੇ ਪ੍ਰੋਗਰਾਮ ਨਹੀਂ ਕਰ ਸਕੇ। ਉਹਦਾ ਰੀਜ਼ਨ ਬੇਸ਼ੱਕ ਅਸੀਂ ਅਨਾਊਂਸ ਨਹੀਂ ਸੀ ਕੀਤਾ ਲੇਕਿਨ ਸਾਡੇ ਵੀਰ ਔਰ ਜਿਹੜੇ ਕਾਫੀ ਲੰਮੇ ਸਮੇਂ ਤੋਂ ਖਾਲਿਸਤਾਨ ਦੇ ਲਈ ਕੰਮ ਕਰਨ ਵਾਲੇ ਜੌਨ ਸਿੰਘ ਗਿੱਲ ਜਿਹੜੇ ਵੁੱਡਲੈਂਡ ਜਿਹੜੇ ਯੂਬਾ ਸਿਟੀ ਦੇ ਨਾਲ ਲੱਗਦੀ ਟਾਊਨਸ਼ਿਪ ਹੈ ਉਸ ਦੇ ਵਿੱਚ ਰਹਿੰਦੇ ਨੇ। ਉਹਨਾਂ ਦੀ ਬੱਚੀ ਦਾ ਸਤਦੀਪ ਕੌਰ ਦਾ ਆਨੰਦ ਕਾਰਜ ਸੀ ਰੌਣਕ ਸਿੰਘ ਹੋਰਾਂ ਦੇ ਨਾਲ ਔਰ ਸੈਕਰਾਮੈਂਟੋ ਦੇ ਵਿੱਚ ਇਹ ਸਮਾਗਮ ਸੀ। ਸੋ ਅਸੀਂ ਉਸ ਨੂੰ ਅਟੈਂਡ ਕੀਤਾ ਕਿਉਂਕਿ ਜਿਹੜੇ ਸਾਡੇ ਇਸ ਰਾਹ ਦੇ ਇਸ ਪੰਧ ਦੇ ਸਾਥੀ ਨੇ ਖਾਲਿਸਤਾਨ ਦੇ ਰਾਹ ਦੇ ਉਹਨਾਂ ਦੇ ਦੁੱਖ ਸੁੱਖ ਸ਼ਾਮਲ ਹੋਣਾ ਇਹ ਸਾਡੇ ਲਈ ਇਖਲਾਕੀ ਫਰਜ਼ ਵੀ ਹੈ ਤੇ ਉਹਨਾਂ ਦੀ ਖਿੱਚ ਔਰ ਮੁਹੱਬਤ ਵੀ ਹੁੰਦੀ ਹੈ। ਜਿਹੜੇ ਪਰਿਵਾਰ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਇਨਕਾਰ ਵੀ ਨਹੀਂ ਕਰ ਸਕਦੇ। ਸੋ ਇਸੇ ਕੰਟੈਕਸਟ ਦੇ ਵਿੱਚ ਹੀ ਸਾਡੇ ਵੀਰ ਸਰ ਕੁਲਵੰਤ ਸਿੰਘ ਖਹਿਰਾ ਜਿਹੜੇ ਕਿ ਕੈਲੀਫੋਰਨੀਆ 'ਚ ਨੇ ਲੰਬੇ ਸਮੇਂ ਤੋਂ ਸਿੱਖ ਯੂਥ ਆਫ ਅਮਰੀਕਾ ਦੇ ਨਾਲ ਵੀ ਔਰ ਸਾਡੇ ਨਾਲ ਵੀ ਪੂਰਾ ਜਿਹੜਾ ਉਹ ਤਾਵਨ ਰੱਖਦੇ ਨੇ। ਉਹਨਾਂ ਦੇ ਬ੍ਰਦਰ ਇਨ ਲਾਅ ਨੇ ਮਲਕੀਤ ਸਿੰਘ ਔਰ ਉਹਨਾਂ ਦਾ ਜਿਹੜਾ ਪਾਰਟ ਹੈ ਉੱਥੇ ਹੀ ਰਹਿੰਦੇ ਨੇ। ਸੋ ਅਸੀਂ ਸੈਕਰਾਮੈਂਟੋ ਦੇ ਸਮਾਗਮ ਤੋਂ ਬਾਅਦ ਉਹਨਾਂ ਦੇ ਘਰ ਗਏ ਔਰ ਉਹਨਾਂ ਨੇ ਜਿੱਥੇ ਉਹਨਾਂ ਦਾ ਬੇਟਾ ਬਹੁਤ ਬ੍ਰਿਲੀਅੰਟ ਔਰ ਉਹਦੇ ਨਾਲ ਅੱਧਾ ਪੌਣਾ ਘੰਟਾ ਖਾਲਿਸਤਾਨ ਦੇ ਮੁੱਦੇ 'ਤੇ ਗੁਫ਼ਤਗੂ ਵੀ ਹੋਈ। ਉਹਨਾਂ ਨੇ ਜਿਹੜਾ ਟੀਵੀ 84 ਦੇ ਲਈ ਸੇਵਾ ਵੀ ਭੇਟ ਕੀਤੀ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਸੇ ਤਰ੍ਹਾਂ
ਮੈਰਿਜ ਦੇ ਮੌਕੇ ਬਹੁਤ ਵੱਡੀ ਗਿਣਤੀ ਦੇ ਵਿੱਚ 500-600 ਦੇ ਕਰੀਬ ਸਿੱਖ ਸੰਗਤਾਂ ਦਾ ਇਕੱਠ ਸੀ। ਦੂਰ ਦੁਰਾਡੇ ਅਮਰੀਕਾ, ਕੈਨੇਡਾ, ਜਿੱਥੇ ਜਿੱਥੇ ਵੀ ਉਹਨਾਂ ਦੀ ਰਿਸ਼ਤੇਦਾਰੀਆਂ ਵੀ ਨੇ, ਲੇਕਿਨ ਪੰਥਕ ਸਫਾਂ ਦੇ ਵੀ ਸਾਰੇ ਜਿਹੜੇ ਨੇ ਸੱਜਣ ਉਹ ਮੌਜੂਦ ਸਨ। ਸੋ ਅਸੀਂ ਬਹੁਤ ਵੇਰਵੇ ਨਾਲ ਤਾਂ ਪਿਕਚਰਸ ਨਹੀਂ ਲਈਆਂ ਕਿਉਂਕਿ ਮੈਂ ਖੁਦ ਇਕੱਲਾ ਹੀ ਟਰੈਵਲ ਕੀਤਾ ਸੀ, ਪਰ ਜਿਹੜੀ ਜੋੜੀ ਹੈ ਰੌਣਕ ਸਿੰਘ ਔਰ ਸਤਦੀਪ ਸਿੰਘ ਦੀ, ਉਹਨਾਂ ਦੀ ਪਿਕਚਰ ਜਿਹੜੀ ਹੈ ਉਹ ਜ਼ਰੂਰ ਸਾਡੇ ਦਰਸ਼ਕ ਦੇਖ ਸਕਦੇ ਨੇ। ਸੋ ਅਸੀਂ ਹੋਰ ਵੀ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਮੁਲਾਕਾਤ ਕੀਤੀ, ਮਿਲੇ, ਤਾਰੀਫ ਦੇ ਸ਼ਬਦ ਕਹੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਹਾਲਾਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ 31 ਅਗਸਤ ਜਿਹੜਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਹੈ, ਉਸ ਦਿਨ ਫਰੀਮੌਂਟ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਬਣਾਇਆ ਸੀ, ਪਰ ਅਚਾਨਕ ਸੈਚਰਡੇ ਹੀ ਸਾਨੂੰ ਇਹ ਪਤਾ ਲੱਗਾ ਕਿ ਸਾਡੇ ਵੀਰ ਭਾਈ ਨਰਿੰਦਰ ਸਿੰਘ ਜਿਹੜੇ ਸਾਡੇ ਅਗੇਨ ਭਰਾਵਾਂ ਵਰਗੇ ਦੋਸਤ, ਦੋਸਤਾਂ ਵਰਗੇ ਭਰਾ ਔਰ ਖਾਲਿਸਤਾਨ ਦੇ ਇਸ ਪੰਧ ਦੇ ਪਿਛਲੇ ਆਲਮੋਸਟ 35 ਸਾਲਾਂ ਤੋਂ ਸਾਥੀ ਸਹਿਯੋਗੀ ਨੇ ਕਿ ਉਹਨਾਂ ਦੀ ਸਿਹਤ ਵਿਗੜੀ ਹੈ, ਹਾਰਟ ਅਟੈਕ ਆਇਆ। ਲੇਕਿਨ ਇਹ ਹੈ ਕਿ ਉਹਨਾਂ ਨੇ ਫੌਰਨ 911 ਕਾਲ ਕੀਤਾ, ਜਿਸ ਕਰਕੇ ਕੋਈ ਡੈਮੇਜ ਨਹੀਂ ਹੋਇਆ। ਔਰ ਮੈਂ ਫਿਰ ਬਜਾਏ ਨਿਊਯਾਰਕ ਆਉਣ ਦੇ, ਜਿਹੜਾ ਕਿ ਮੈਂ ਸੰਡੇ ਨਾਈਟ ਵਾਪਸ ਆ ਜਾਣਾ ਸੀ, ਕੱਲ ਦਾ ਪ੍ਰੋਗਰਾਮ ਕਰਨਾ ਸੀ, ਸੋ ਅਸੀਂ ਵਾਸ਼ਿੰਗਟਨ ਫਲਾਈ ਕੀਤਾ ਔਰ ਕੱਲ ਰਾਤ ਹੀ ਮੈਂ ਵਾਪਸ ਆਇਆ। ਔਰ ਆਉਣ ਵਾਲੇ ਕੱਲ ਟੁਮਾਰੋ ਮਾਰਨਿੰਗ ਭਾਈ ਨਰਿੰਦਰ ਸਿੰਘ ਹੋਰਾਂ ਦੀ ਬਾਈਪਾਸ ਸਰਜਰੀ ਹੋਣੀ ਹੈ। ਹਸਪੀਟਲਾਈਜ਼ਡ ਨੇ, ਉਹ ਚੜ੍ਹਦੀ ਕਲਾ 'ਚ ਨੇ, ਹੋਰ ਸਭ ਪੱਖ ਠੀਕ ਹੈ। ਔਰ ਮੈਂ ਜਿਹੜੇ ਵੀ ਭਾਈ ਸਾਹਿਬ ਨਾਲ ਜੁੜੇ ਹੋਏ ਨੇ, ਕਿਉਂਕਿ ਪਿਛਲੇ 2-3 ਦਿਨ ਤੋਂ ਬੇਸ਼ੱਕ ਕਿਸੇ ਨਾਲ ਕੋਈ ਸਾਂਝ ਵੀ ਨਹੀਂ ਸੀ, ਲੇਕਿਨ ਬਹੁਤ ਸਾਰਿਆਂ ਦੇ ਫੋਨਾਂ ਦਾ ਸਿਲਸਿਲਾ ਜਾਰੀ ਹੈ ਕਿਉਂਕਿ ਉਹ ਖਾਲਿਸਤਾਨ ਦੇ ਥੰਮ ਨੇ। ਸੋ ਅਸੀਂ ਇਹ ਬੇਨਤੀ ਵੀ ਕਰਾਂਗੇ ਕਿ ਸਾਰੇ ਵੀਰ ਭੈਣਾਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ। ਕੱਲ੍ਹ ਉਹਨਾਂ ਦੀ ਸਰਜਰੀ ਹੈ ਔਰ ਮਹਾਰਾਜ ਕਿਰਪਾ ਕਰਨਗੇ। ਸੋ ਇਹ ਰੀਜ਼ਨ ਸੀ ਜਿਸ ਕਰਕੇ ਅਸੀਂ ਦਰਸ਼ਕਾਂ ਦੇ ਰੂਬਰੂ ਨਹੀਂ ਹੋ ਸਕੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਕੁਦਰਤੀ ਜਿਹੜੀਆਂ ਆਪਦਾਵਾਂ ਜਾਂ ਨੇਚਰ ਦਾ ਇੱਕ ਝਟਕਾ, ਕਈ ਵਾਰ ਇਹ ਸਬਕ ਵੀ, ਪਰ ਮੈਨੂੰ ਨਹੀਂ ਲੱਗਦਾ ਵੀ ਸਾਡੀ ਇਨਸਾਨੀਅਤ ਜਾਂ ਹਿਊਮਨ ਬੀਇੰਗਸ ਅਸੀਂ ਕੋਈ ਸਬਕ ਸਿੱਖਦੇ ਹਾਂ। ਲੇਕਿਨ ਕੁਦਰਤ, ਔਰ ਅਜੇ ਤਾਂ ਕੁਝ ਸਾਲ ਪਹਿਲਾਂ ਜੇ ਅਸੀਂ 2020, 21, 22 ਦੇਖੀਏ, 2-3 ਸਾਲ ਪਹਿਲਾਂ ਜਿਵੇਂ ਕੋਵਿਡ-19 ਨੇ ਤਬਾਹੀ ਮਚਾਈ, 1.5 ਕਰੋੜ ਲੋਕ ਦੁਨੀਆ ਜਿਹੜਾ ਰਿਕਾਰਡਡ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹੈ, ਉਹ ਆਪਣੀਆਂ ਜਾਨਾਂ ਤੋਂ ਗਏ। ਉਹਨਾਂ 'ਚੋਂ ਆਲਮੋਸਟ ਹਰ ਤੀਸਰਾ ਬੰਦਾ ਭਾਰਤੀ ਸੀ। 43 ਲੱਖ ਲੋਕ, ਜਿਹੜੇ ਕਈ ਦੁਨੀਆ ਦੇ ਮੁਲਕਾਂ ਦੀ ਆਬਾਦੀ ਨਹੀਂ ਹੈ, ਲੇਕਿਨ ਭਾਰਤ ਦੇ ਹਾਕਮਾਂ ਨੇ ਨਾ ਉਦੋਂ ਵੀ ਜਿਸ ਕਿਸਮ ਦਾ ਵਰਤਾਰਾ ਰੱਖਿਆ, ਉਸ ਤੋਂ ਬਾਅਦ ਅੰਕੜਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਔਰ ਈਵਨ ਇੰਨੀ ਵੱਡੀ ਫੇਲਿਓਰ ਜਿੱਥੇ ਕਿ ਜਿਸ ਲੈਵਲ ਦੀ ਬਰਬਾਦੀ ਯੂਪੀ, ਬਿਹਾਰ ਵਰਗੇ ਸੂਬਿਆਂ 'ਚ ਹੋਈ, ਯੂਪੀ 'ਚ ਖਾਸ ਕਰ, ਰਾਦਰ ਉਸ ਦਾ ਕ੍ਰੈਡਿਟ ਮੋਦੀ ਨੇ ਆਦਿੱਤਿਆਨਾਥ ਨੂੰ ਦਿੱਤਾ ਕਿ ਜੀ ਉਹਨੇ ਬੜਾ ਜ਼ਬਰਦਸਤ ਕੰਮ ਕੀਤਾ। ਸੋ ਇਹਨਾਂ ਦੇ ਲਈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਇਹ ਫਰਮਾਨ ਨੂੰ ਦੁਹਰਾਉਂਦੇ ਹਾਂ ਕਿ ਹੱਥ ਛੁਰੀ ਜਗਤ ਕਸਾਈ, ਮੱਥਾ ਟਿੱਕਾ ਤੇੜ ਤੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ। ਸੋ ਉਹ ਆਪਣੇ ਲੋਕਾਂ ਲਈ, ਜੇ ਤੁਸੀਂ ਇਹਨਾਂ ਦਾ ਕਾਸਟ ਸਿਸਟਮ ਦੇਖੋ 4000 ਸਾਲ ਤੋਂ, ਜਿਸ ਕਿਸਮ ਦਾ ਵਰਤਾਰਾ ਇਹਨਾਂ ਨੇ ਮਨੁੱਖਤਾ ਦੇ ਇੱਕ ਵੱਡੇ ਹਿੱਸੇ ਨਾਲ, ਫਿਰ ਔਰਤਾਂ ਪ੍ਰਤੀ ਇਹਨਾਂ ਦਾ ਕੀ ਐਟੀਟਿਊਡ ਔਰ ਕਿਵੇਂ ਸਮਾਜ ਦੇ ਵਿੱਚ ਉਸ ਨੂੰ ਸ਼ੂਦਰ ਦੇ ਬਰਾਬਰ ਬਣਾਇਆ ਹੋਇਆ ਦੇਖੋਗੇ ਤਾਂ ਫਿਰ ਤੁਹਾਨੂੰ ਹੱਥ ਛੁਰੀ ਜਗਤ ਕਸਾਈ ਦਾ ਮਤਲਬ ਵੀ ਸਮਝ ਆਏਗਾ। ਔਰ ਇਨਸਾਨੀ ਸਫਰਿੰਗ ਨੂੰ ਕਿਵੇਂ ਇਹ ਇੰਜੋਏ ਕਰਦੇ ਨੇ ਰਾਦਰ, ਉਹ ਅਸੀਂ ਦੇਖਿਆ ਕੋਵਿਡ ਦੇ ਚੱਲਦੇ ਆ। ਉਹਦੇ 'ਚੋਂ ਵੀ ਪ੍ਰੋਫਿਟਿੰਗ, ਉਹਦੇ 'ਚੋਂ ਵੀ ਚੋਰੀ, ਉਹਦੇ 'ਚੋਂ ਵੀ ਫਾਇਦਾ ਚੁੱਕਣ ਦੀ ਭਾਵਨਾ। ਔਰ ਜਦੋਂ ਫਿਰ ਇਹ ਉਹਨਾਂ ਦੇ ਲਈ ਆਉਂਦਾ ਜਿਸ ਨੂੰ ਬ੍ਰਾਹਮਣ ਨੇ ਜਾਂ ਮਲੇਛ ਲਾਨਿਆ ਹੋਇਆ ਜਾਂ ਅੱਤਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ, ਜਿਨ੍ਹਾਂ ਦੇ ਨਾਲ ਜਿਨ੍ਹਾਂ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਏਜੰਡਾ, ਟੋਟਲ ਵਾਰ ਜਿਨ੍ਹਾਂ ਦੇ ਅਗੇਂਸਟ ਵਿੱਢੀ ਹੋਈ ਹੈ, ਤੇ ਫਿਰ ਉਹਨਾਂ ਦੀ ਤਬਾਹੀ ਨੂੰ ਤਾਂ ਉਹ ਫੈਸਿਲੀਟੇਟ ਕਰਦੇ ਨੇ। ਔਰ ਅਸੀਂ ਆਪਣੇ ਲਾਸਟ ਪ੍ਰੋਗਰਾਮ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਬੜੀ ਡੀਟੇਲ 'ਚ ਡਿਸਕਸ ਕੀਤਾ ਸੀ ਕਿ ਕਿਵੇਂ
ਇਹਨਾਂ ਦੀ ਸਿਵਲਾਈਜੇਸ਼ਨ ਨੇ ਬਿਗਨਿੰਗ ਦੇ ਵਿੱਚ ਜਿਸ ਨੂੰ ਇਹ ਆਰੀਆ ਜਿਹੜੇ ਆਪਣੇ ਵਰਤ ਦੇ ਨਾਲ ਜੋੜ ਕੇ ਆਰੀਆ ਵਰਤ ਕਹਿ ਕੇ ਆਪਣੇ ਆਰੀਅਨ ਹੋਣ ਦਾ ਫਖਰ ਲੈਂਦੇ ਨੇ, ਸ਼ੁਭ ਨਸਲ ਜਾਂ ਉੱਚੀ ਨਸਲ ਹੋਣ ਦਾ ਦਾਅਵਾ ਕਰਦੇ ਨੇ ਕਿ ਉਹਨਾਂ ਨੇ ਵੀ ਕਿਵੇਂ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਸੀ ਦਰਾਵੜਾਂ ਦੀ ਸਿਵਲਾਈਜੇਸ਼ਨ ਨੂੰ ਡਿਸਟਰੋਏ ਕਰਨ ਲਈ ਔਰ ਉਹਨਾਂ ਨੂੰ ਫਿਜ਼ੀਕਲੀ ਮਾਰਨ ਲਈ। ਔਰ ਤੁਹਾਨੂੰ ਰਿਗਵੇਦ ਦੇ ਵਿੱਚ ਉਹ ਸ਼ਲੋਕ ਮਿਲ ਜਾਣਗੇ ਜਿਸ ਦੇ ਵਿੱਚ ਉਹਨਾਂ ਨੇ ਇੰਦਰ ਦੇਵਤਾ ਦਾ ਸ਼ੁਕਰੀਆ ਅਦਾ ਕੀਤਾ ਹੋਇਆ। ਹੁਣ ਜਿਹੜਾ ਗੋਡ ਆਫ ਵਾਟਰ ਹੈ ਉਹ ਇੰਦਰ ਹੈ ਕਿ ਭਾਈ ਤੂੰ ਬਹੁਤ ਜਿਹੜਾ ਉਹ ਮਿਹਰਬਾਨ ਰਿਹਾ ਹੈ ਕਿ ਤੂੰ ਦੁਸ਼ਮਣ ਨੂੰ ਜਿਨ੍ਹਾਂ ਦੇ ਲਫ਼ਜ਼ ਰਾਖਸ਼ਸ ਇਸਤੇਮਾਲ ਕੀਤਾ, ਉਹਨਾਂ ਨੇ ਘੜਿਆ ਹੀ ਰਾਖਸ਼ਸ, ਉਹਨਾਂ ਨੂੰ ਦਾਨਵ ਜਿਹੜਾ ਹੈ ਉਹ ਲਫ਼ਜ਼ ਦੇ ਨਾਲ ਐਡਰੈਸ ਕੀਤਾ ਹੈ ਕਿ ਉਹਨਾਂ ਨੂੰ ਤਬਾਹ ਕਰਨ ਦੇ ਵਿੱਚ ਤੂੰ ਸਾਡੀ ਮਦਦ ਕੀਤੀ। ਸੋ ਜ਼ਾਹਰ ਹੈ ਕਿ ਵੀ ਅਸੀਂ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਕੀਤੀ ਸੀ ਕਿ ਵੀ 1988 ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਹੜ੍ਹ ਲਿਆਂਦੇ ਗਏ ਸੀ, ਨਤੀਜੇ ਦੇ ਤੌਰ ਤੇ 10,000 ਤੋਂ ਜ਼ਿਆਦਾ ਮੌਤਾਂ ਹੋਈਆਂ, 1 ਲੱਖ ਤੋਂ ਜ਼ਿਆਦਾ ਮਾਲ ਡੰਗਰ ਮਾਰਿਆ ਗਿਆ। ਔਰ ਉਸ ਪੀਰੀਅਡ 'ਚ ਵੀ ਜਦੋਂ ਭਜਨ ਲਾਲ ਐਗਰੀਕਲਚਰ ਮਿਨਿਸਟਰ ਸੀ, ਉਹ ਪੂਰਾ ਪੰਜਾਬ ਦੇ ਵਿੱਚ ਪਾਣੀ 'ਚ ਪੰਜਾਬ ਡੁੱਬਿਆ ਹੋਇਆ ਹੈ ਔਰ ਉਹ ਹੈਲੀਕਾਪਟਰ ਦਾ ਦੌਰਾ ਕਰਕੇ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਪੰਜਾਬ ਦੇ ਕਿਸਾਨ, ਸਿੱਖ ਕਿਸਾਨ ਬਹੁਤ ਖੁਸ਼ ਨੇ ਕਿਉਂਕਿ ਅਗਲੀ ਫਸਲ ਬਹੁਤ ਵਧੀਆ ਹੋਏਗੀ। ਸੋ ਇਹ ਇਕੱਲਾ ਇਹੀ ਨਹੀਂ ਵੀ ਇਹ ਉਸ ਕਿਸਮ ਦਾ ਹੱਥ ਛੁਰੀ ਜਗਤ ਕਸਾਈ ਦਾ ਜਿਹੜਾ ਇਹ ਕਿਰਦਾਰ ਕਰਦੇ ਨੇ, ਉਸ ਨੂੰ ਇੰਜੋਏ ਕਰਦੇ ਨੇ। ਔਰ ਈਵਨ ਇਸ ਸਭ ਦੇ ਚੱਲਦਿਆਂ ਵੀ ਕਿਉਂਕਿ ਜਿਹੜੇ ਹਿੰਦੂਤਵਾਦੀ ਵਿਚਾਰਧਾਰਾ ਦੇ ਨਾਨ ਸਟੇਟ ਐਕਟਰ ਨੇ ਜਿਵੇਂ ਗੋਬਰ ਆਰੀਆ ਵਰਗੇ ਜਾਂ ਸੁਧੀਰ ਚੌਧਰੀ ਵਰਗੇ ਜਾਂ ਅੰਜਨਾ ਕਸ਼ਪ ਔਰ ਇਹ ਸਾਰਾ, ਤੇ ਇਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਹੁਣ ਇੱਕ ਪਾਸੇ ਕਿਉਂਕਿ ਜਦੋਂ ਸਾਡੇ ਪੰਜਾਬ ਨੂੰ ਹੜ੍ਹਾਂ ਦਾ ਸ਼ਿਕਾਰ ਬਣਾਇਆ ਜਾਂਦਾ, ਮੀਂਹ ਆਪਣੀ ਥਾਂ ਉਹ ਕੁਦਰਤ ਦਾ ਇੱਕ ਆਪਣਾ ਨੇਮ ਹੈ ਬਿਲਕੁਲ, ਲੇਕਿਨ ਜਿਵੇਂ ਇਹਨਾਂ ਨੇ ਜਿਹੜੇ ਡੈਮ ਨੇ ਜਾਂ ਬੈਰਾਜ ਨੇ ਉਹ ਬਿਲਕੁਲ ਸਿਲਟ ਫਿਲਡ ਰੱਖੇ ਹੋਏ ਨੇ, ਜਿਵੇਂ ਉਹਨਾਂ ਦੀ ਅੱਧੀ ਕੈਪੈਸਿਟੀ ਵੀ ਜਿਹੜੀ ਅੱਧੀ 'ਚ ਤਾਂ ਪੂਰਾ ਉਹਨਾਂ ਦਾ ਉਹ ਸਿਲਟ ਜੰਮਿਆ ਹੋਇਆ, ਔਰ ਬਾਕੀ ਕਿਵੇਂ ਬਿਨਾਂ ਵਾਰਨਿੰਗ ਤੋਂ ਪਾਣੀ ਛੱਡਣਾ, ਕਿਵੇਂ ਜਿਹੜਾ ਜਦੋਂ ਬੰਨ ਬਣਾਏ ਜਾਂਦੇ ਨੇ, ਕਦੇ ਤੁਸੀਂ ਬੰਨ ਹੈ ਜਾਂ ਮੈਨੂੰ ਕੱਲ੍ਹ ਹੀ ਇੱਕ ਗੁਰਦਾਸਪੁਰ ਦੇ ਵੀਰ ਨੂੰ ਕਹਿ ਰਿਹਾ ਸੀ, ਮੈਂ ਕਿ ਸਾਨੂੰ 50 ਸਾਲ ਤੋਂ ਜ਼ਿਆਦਾ ਇਹੀ ਸੁਣਦਿਆਂ ਹੋ ਗਿਆ ਕਿ ਤੁਸੀਂ ਬੰਨ ਟੁੱਟ ਗਿਆ, ਤੁਸੀਂ ਬੰਨ। ਮੈਂ ਕਿਹਾ ਇਹ ਤੁਸੀਂ ਬੰਨ ਹੈ ਕਿ ਕੋਈ ਮਾਊਂਟੇਨ ਹੈ ਜਿਹੜੀ ਉੱਥੇ ਕੀ ਖੜੀ ਹੈ, ਉਹਦੇ 'ਚ ਕੋਈ ਤਬਦੀਲੀ ਨਹੀਂ। ਪਰ ਇਹ ਡੈਲੀਬਰੇਟ ਹੁੰਦਾ, ਇੱਕ ਪਾਸੇ ਕਰਪਸ਼ਨ ਦਾ ਇੱਕ ਆਪਣਾ ਰੋਲ ਹੈ, ਪਰ ਉਹ ਡੈਲੀਬਰੇਟਲੀ ਪੰਜਾਬ ਨੂੰ ਸੱਜ ਤੇ ਰੱਖਣਾ ਚਾਹੁੰਦੇ ਨੇ ਕਿ ਭਾਈ ਜਦੋਂ ਮਰਜ਼ੀ ਉਹ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕਰਨ। 1988 ਦੇ ਵਿੱਚ ਉਹਨਾਂ ਨੇ ਕੀਤਾ ਔਰ ਉਸ ਦੀ ਸਜ਼ਾ ਉਦੋਂ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਪਰਸਨ ਸੀ ਲੈਫਟੀਨੈਂਟ ਜਨਰਲ ਸਿਟਿੰਗ, ਉਹਨੂੰ ਸਿੰਘਾਂ ਨੇ ਜਿਹੜਾ ਸਜ਼ਾ ਯਾਫਤਾ ਕੀਤਾ ਸੀ ਕਿਉਂਕਿ ਬਿਲਕੁਲ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਐਕਸਪਰਟਸ ਵੱਲੋਂ ਕਨਫਰਮ ਕੀਤਾ ਗਿਆ ਸੀ ਕਿ ਉਹਨਾਂ ਨੇ ਜਿਹੜਾ ਇਸ ਨੂੰ ਲਿਆਉਣ ਦੇ ਵਿੱਚ ਔਰ ਬਿਲਕੁਲ ਵਾਰਨਿੰਗ ਤੋਂ ਪਾਣੀ ਬਿਨਾਂ ਜਿਹੜਾ ਸਡਨ ਪਾਣੀ ਛੱਡ ਕੇ ਪੰਜਾਬ ਦੇ ਵਿੱਚ ਇੰਨੀ ਵੱਡੇ ਪੈਮਾਨੇ ਦੇ ਉੱਤੇ ਸਿੱਖਾਂ ਦੀ ਤਬਾਹੀ ਕੀਤੀ ਸੀ। ਔਰ ਹੁਣ ਵੀ ਇਹ ਜਿਹੜੇ ਨਾਨ ਸਟੇਟ ਐਕਟਰ ਜਿਹੜਾ ਗੋਬਰ ਆ ਰਹੀ ਹੈ, ਉਹਦੀ ਇੱਕ ਜਿਹੜੀ ਹੈ ਉਹ ਵੀਡੀਓ 'ਚ ਉਹ ਕਹਿ ਰਿਹਾ ਕਿ ਬਿਲਕੁਲ ਦੁਸ਼ਮਣ ਦੇ ਨਾਲ ਇਵੇਂ ਹੀ ਹੋਣਾ ਚਾਹੀਦਾ, ਪਹਿਲੇ ਪਿਆਸੇ ਰੱਖ ਕੇ ਮਾਰੋ ਫਿਰ ਡੋਬ ਕੇ ਮਾਰੋ। ਔਰ ਉਹਦੇ 'ਚ ਪੰਜਾਬ ਦੇ ਲੋਕ ਫਸੇ ਹੋਏ ਜਿਹੜੇ ਨੇ ਉਹਨਾਂ ਦਾ ਉਹ ਦਿਖਾਇਆ, ਬੈਕਗਰਾਊਂਡ ਜੋ ਦਿਖਾਇਆ ਜਾ ਰਿਹਾ ਔਰ ਉਹ ਬੜੀ ਬੇਸ਼ਰਮੀ ਨਾਲ ਕਹਿ ਰਿਹਾ ਪਹਿਲੇ ਪਿਆਸੇ ਮਾਰੋ। ਹੁਣ ਜ਼ਾਹਰ ਹੈ ਜਦੋਂ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ ਜਾਂ ਲੁੱਟਿਆ ਹੋਇਆ ਹੈ, ਨਾਨ ਰਾਈਪੇਰੀਅਨ ਸਟੇਟਾਂ ਨੂੰ ਦਿੱਤਾ ਜਾ ਰਿਹਾ, ਔਰ ਦੂਸਰਾ ਪਾਰਟ ਜਿਹੜਾ ਹੈ ਕਿ ਵੀ ਇਹ ਡੋਬ ਕੇ ਮਾਰੋ। ਇਸ ਸਾਰੇ ਦੇ ਚੱਲਦੇ ਆ ਬਹੁਤ ਵਾਰ ਇਹ ਹੁੰਦਾ ਵੀ ਕੁਝ ਚੀਜ਼ਾਂ ਤੁਹਾਡੇ ਲਈ ਇੱਕ ਨਵੀਂ ਇੰਡੀਕੇਸ਼ਨ ਵੀ ਹੁੰਦੀਆਂ ਨੇ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਵੀ। ਔਰ ਇਹ ਤੁਸੀਂ ਜੇ ਸੋਸ਼ਲ ਮੀਡੀਆ ਨੂੰ ਵੀ ਦੇਖੋ ਜਾਂ ਮੈਨੂੰ 1 to 1 ਕਈ ਵਾਰ ਉਹਨਾਂ ਲੋਕਾਂ ਦੇ ਨਾਲ ਜਿਹੜੇ ਪਹਿਲੀ ਸਟੇਜ ਦੇ ਉੱਤੇ ਖਾਲਿਸਤਾਨ ਦੇ ਹਾਮੀ ਨਹੀਂ ਸਨ, ਵਕਤ ਪਾ ਕੇ ਹੁੰਦੇ ਗਏ, ਫਿਰ ਵੀ ਕਈ ਜਿਹੜੇ ਨੇ ਉਹ ਫੈਂਸ ਸਿਟਰ ਨੇ, ਨਾ ਵਾਰਡ ਦੇ ਇੱਧਰ ਨੇ ਨਾ ਉੱਧਰ ਨੇ, ਪਰ ਉਹ ਵੀ ਇਸ ਕਨਕਲੂਜਨ ਤੇ ਆ ਗਏ ਕਿ ਭਾਈ ਸਾਡੇ ਲਈ ਤਾਂ ਰਾਹ ਕੋਈ ਬਚਿਆ ਹੀ ਨਹੀਂ ਹੈ ਜੀ, ਸਾਡੀ ਬਰਬਾਦੀ ਦਾ। ਫਿਰ ਕੱਲਾ ਇਹੀ ਨਹੀਂ ਵੀ ਉਹ ਬਰਬਾਦੀ ਦਾ ਉਹਨਾਂ ਨੇ ਸਮਾਨ ਸਾਡਾ ਇਕੱਠਾ ਕੀਤਾ ਹੋਇਆ ਔਰ ਜਦੋਂ ਮਰਜ਼ੀ ਉਹਨੂੰ ਇਸਤੇਮਾਲ ਕਰਦੇ ਨੇ, ਉਹਨੂੰ ਇੰਜੋਏ ਕਰਦੇ ਨੇ। ਰਾਹਤ ਕੋਈ ਤੁਸੀਂ ਦੇਖੋਗੇ ਕਿ ਮੋਦੀ ਉੱਥੋਂ
ਚੁੱਕ ਕੇ ਚੀਨ ਚਲਾ ਗਿਆ ਆਪਣਾ ਬਸਤਾ ਜਾਂ ਦੂਜਾ, ਕੋਈ ਸੈਂਟਰ ਲੈਵਲ ਦੇ ਉੱਤੇ ਕਿਸੇ ਦੇ ਦੋ ਲਫ਼ਜ਼ ਵੀ, ਕੋਈ ਟਵੀਟ ਵੀ ਕੋਈ ਹੋਮ ਮਿਨਿਸਟਰੀ ਦੀ ਜਾਂ ਕਿਸੇ ਦੀ ਨਹੀਂ ਆਈ। ਜੇ ਮਦਦ ਕੀਤੀ ਲੋਕਾਂ ਨੇ ਇੱਕ ਦੂਜੇ ਦੇ ਨਾਲ ਖਲੋਤੇ, ਔਰ ਇਹ ਅਗੇਨ ਜਿਸ ਪੰਜਾਬ ਨੂੰ ਇਹ ਬਹੁਤ ਵਾਰ ਫਿਰਕੂ ਸੂਬਾ ਕਹਿ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਸੀਨ ਟੱਚਿੰਗ ਨੇ ਜਿਹਦੇ 'ਚ ਕਿ ਸਿੱਖ ਅੰਮ੍ਰਿਤਧਾਰੀ ਕਿਰਪਾਨਾਂ ਉੱਤੋਂ ਦੀਆਂ ਨੇ, ਜਾ ਕੇ ਪੈਸਟਰਾਂ ਤੇ ਉਹ ਦੂਜੇ ਜਿਹੜੇ ਉਹਨਾਂ ਦੇ ਈਸਾਈ ਫਸੇ ਹੋਏ ਨੇ ਉਹਨਾਂ ਨੂੰ ਜਾ ਕੇ ਫੂਡ ਦੇ ਰਹੇ ਨੇ, ਔਰ ਉਹ ਸ਼ੁਕਰੀਆ ਅਦਾ ਕਰ ਰਹੇ ਨੇ, ਜਾਂ ਉਹ ਹਿੰਦੂਆਂ ਦੇ ਮੰਦਰਾਂ 'ਚ ਜਾ ਕੇ ਉਹਨਾਂ ਨੂੰ ਖਵਾ ਰਹੇ ਨੇ। ਔਰ ਜਿੰਨੀਆਂ ਆਊਟਸਾਈਡ ਸਿੱਖ ਜਥੇਬੰਦੀਆਂ ਨੇ ਉਹ ਤਾਂ ਉੱਥੇ ਉਤਰੀਆਂ ਹੀ ਹੈ, ਕਲਾਕਾਰ ਦੂਸਰੇ ਤੀਸਰੇ, ਯਾਨੀ ਇਵੇਂ ਲੱਗਦਾ ਜਿਵੇਂ ਕਿ ਪੰਜਾਬ ਨੇ ਇਹ ਸਮਝ ਲਿਆ ਵੀ ਸਾਡਾ ਕਿਸੇ ਨੇ ਨਹੀਂ ਕਰਨਾ, ਅਸੀਂ ਆਪਣੀ ਮਦਦ ਇੱਕ ਦੂਜੇ ਦੀ ਕਰਨੀ ਹੈ। ਔਰ ਇਸ ਲੈਵਲ ਦੇ ਉੱਤੇ ਮਦਦ ਦੀ ਗੱਲ ਜਾਂ ਦੂਜੀ ਹੈ ਕਿ ਭਾਈ, ਔਰ ਤੁਸੀਂ ਦੇਖੋ ਜਿਹੜੇ ਇਹਨਾਂ ਦੇ ਬਣਾਏ ਕੁੱਤੇ ਨੇ ਜਾਂ ਇਹਨਾਂ ਦੇ ਖੜੇ ਕੀਤੇ ਕੁੱਤੇ ਨੇ, ਜਿਵੇਂ ਰਵਨੀਤ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ ਜਿਹਨੂੰ ਮਿਨਿਸਟਰ ਬਣਾਇਆ ਹੋਇਆ, ਉਹ ਇਹ ਬਿਆਨ ਦੇ ਰਿਹਾ ਕਿ ਜੀ ਹਰਿਆਣਾ, ਕਿਉਂਕਿ ਇਹ ਵੀ ਆਵਾਜ਼ ਉੱਠੀ ਕਿ ਵੀ ਪੰਜਾਬ ਦੇ ਸਿੱਖ ਤਾਂ ਹਰ ਮੁਸੀਬਤ ਵੇਲੇ ਪਹਾੜਾਂ ਤੇ ਚੜ੍ਹ ਜਾਂਦੇ ਨੇ, ਕਦੇ ਮਨਾਲੀ ਕਦੇ ਕੁੱਲੂ ਜਾ ਕੇ ਲੰਗਰ ਲਾਉਂਦੇ ਨੇ, ਹਰਿਆਣੇ 'ਚ ਕੋਈ ਡਿਜ਼ਾਸਟਰ ਹੋਏ, ਰਾਜਸਥਾਨ ਸਾਊਥ ਇੰਡੀਆ ਤੱਕ ਹਰ ਪਾਸੇ, ਤੇ ਉਹਦਾ ਉਹ ਬੁੱਚੜ ਬੇਅੰਤੇ ਦਾ ਪੋਤਾ ਕਹਿੰਦਾ ਜੀ ਹਰਿਆਣਾ ਕਿਉਂ ਮਦਦ ਕਰੇ ਪੰਜਾਬ ਦੀ, ਇਸ ਲਈ ਮਦਦ ਨਹੀਂ ਕਰਦਾ ਕਿਉਂਕਿ ਪੰਜਾਬ ਨੇ ਉਹਨੂੰ ਪਾਣੀ ਨਹੀਂ ਦਿੱਤਾ। ਦੇਖੋ ਤੁਸੀਂ ਇਸ ਲੈਵਲ ਦੇ ਉੱਤੇ ਦੇਖੋ, ਔਰ ਇਸ ਕਿਸਮ ਦੀ ਗੱਲ ਪੱਗ ਵਾਲੇ ਤੋਂ ਕੌਣ ਹੋਣਾ? ਉਹ ਜਿਹੜਾ ਗੋਬਰ ਆਰੀਆ ਹੈ ਉਹ ਕਹਿ ਰਿਹਾ ਕਿ ਜੀ ਇਹਨਾਂ ਨੂੰ ਜਿਹੜਾ ਉਹ ਪਿਆਸੇ ਮਾਰੋ, ਫਿਰ ਡੋਬ ਡੋਬ ਕੇ ਮਾਰੋ। ਔਰ ਬਾਕੀ ਸਾਰਾ ਭਾਰਤ ਜਿਹੜਾ, ਜੇ ਤੁਸੀਂ ਮੇਨ ਸਟ੍ਰੀਮ ਮੀਡੀਆ ਦੇਖੋ, ਪਹਿਲੇ ਇੱਕ ਹਫ਼ਤਾ ਖਬਰ ਹੀ ਗਾਇਬ ਸੀ ਕਿ ਵੀ ਪੰਜਾਬ ਦੇ ਵਿੱਚ, ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਈਵਨ ਕੁਛ ਜਿਹੜੇ ਇਹਨਾਂ ਦੇ ਇੰਡੀਅਨ ਨੈਸ਼ਨਲਿਸਟ ਹਿੰਦੂ ਤੋਂ ਵੀ ਨਹੀਂ ਨੇ, YouTube ਚੈਨਲ ਕਹਿ ਰਹੇ ਨੇ ਵੀ ਪੰਜਾਬ ਤੇ ਸਿੱਖ ਹਰ ਪਾਸੇ ਲੰਗਰ ਲਾਉਣ ਲਈ, ਹਰ ਇੱਕ ਦੀ ਮਦਦ ਕਰਨ ਲਈ ਅੱਗੇ ਆਉਂਦੇ ਨੇ। ਪੰਜਾਬ ਦੇ ਵਿੱਚ ਇੰਨੀ ਤਾਂ ਬਾਈ ਹੋ ਰਹੀ ਹੈ ਵੀ ਕਿੱਥੇ ਨੇ ਉਹ ਸਾਰੇ। ਔਰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ ਜ਼ਿਲ੍ਹੇ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਔਰ ਹੌਲੀ ਹੌਲੀ ਜਿਹੜਾ ਦੂਸਰੇ ਪਾਸੇ ਵੀ ਪਾਣੀ ਫੈਲਦਾ ਚਲਾ ਗਿਆ। ਲੇਕਿਨ ਇਹ ਇੱਕ ਸੋਲੀਡੈਰਿਟੀ ਵੀ ਹੈ, ਜਿਵੇਂ ਪੰਜਾਬ ਦੇ ਲੋਕਾਂ ਨੇ ਇੱਕ ਦੂਸਰੇ ਦੇ ਨਾਲ ਖਲੋ ਕੇ ਮਦਦ ਕੀਤੀ ਹੈ। ਡਾਇਸਪੋਰਾ ਸਿੱਖਾਂ ਦੇ ਵਿੱਚ ਜਿਹੜਾ ਇੱਕਦਮ ਇਸ ਦੇ ਲਈ ਇੱਕ ਪੂਰੀ ਹਲਚਲ ਹੋਈ। ਪਰ ਜਿਹੜੀ ਗੱਲ ਇਹਨੂੰ ਮੈਂ ਬਲੈਸਿੰਗ ਇਨ ਡਿਸਗਾਈਜ਼ ਹੀ ਕਹਾਂਗਾ, ਟ੍ਰੈਜਡੀ ਤਾਂ ਟ੍ਰੈਜਡੀ ਹੈ, ਔਰ ਇਹ ਆਰਟੀਫਿਸ਼ੀਅਲ ਫਲੱਡਸ ਨੇ ਜਿਹੜੇ ਲਿਆਂਦੇ ਗਏ ਨੇ। ਪਰ ਇਸ ਗੱਲ ਨੇ ਈਵਨ ਜਿਹੜੇ ਫੈਂਸ ਸਿਟਰ ਨੇ ਜਾਂ ਜਿਹੜੇ ਖਾਲਿਸਤਾਨ ਦੇ ਕਨਸੈਪਟ ਨਾਲ ਬਹੁਤੇ ਕੰਫਰਟੇਬਲ ਨਹੀਂ ਸੀ, ਉਹਨਾਂ ਨੂੰ ਵੀ ਕਨਵਿੰਸ ਕਰਤਾ ਹੈ ਕਿ ਵੀ ਇਹ ਤਾਂ ਵੀ ਇੱਕ ਉਹ ਤਬਕਾ ਹੈ ਜਿਹੜਾ ਇਹ ਕਹਿੰਦਾ ਹੈ ਕਿ ਜੀ ਸਾਡੀ ਤਾਂ ਇਕਨੋਮੀ ਖਾਲਿਸਤਾਨ ਦੇ ਨਾਲ ਜੁੜੀ ਹੋਈ, ਇੰਡੀਆ ਦੇ ਨਾਲ ਹੈ, ਅਸੀਂ ਇਕਨੋਮਿਕਲੀ ਕਿਵੇਂ ਸਰਵਾਈਵ ਕਰਾਂਗੇ। ਉਹਨਾਂ ਨੂੰ ਇਹ ਸਮਝ ਆਈ ਵੀ ਜੇ ਇਹਨਾਂ ਦੇ ਨਾਲ ਰਹੇ ਤੇ ਇਹਨਾਂ ਨੇ ਤਾਂ ਸਾਨੂੰ ਲੌਕ ਸਟੌਕ ਐਂਡ ਬੈਰਲ ਡਿਸਟਰੋਏ ਕਰਨਾ, ਆਲਰੇਡੀ ਨਾਲ ਰਹਿੰਦੇ ਆ, ਬਰਬਾਦ ਕਰ ਰਹੇ ਨੇ, ਮਦਦ ਤਾਂ ਕੀ ਕਰ ਰਹੇ ਆ, ਇਹਨਾਂ ਨੇ ਤਾਂ ਸਾਡੀ ਬਰਬਾਦੀ ਦਾ ਏਜੰਡਾ ਲਿਖਿਆ ਹੋਇਆ ਹੈ। ਸੋ ਉਹਨਾਂ ਨੂੰ ਇਹ ਸਮਝ ਆ ਰਹੀ ਹੈ ਕਿ ਵੀ ਜੇ ਈਵਨ ਇਸ ਹਾਲਤ ਦੇ ਵਿੱਚ ਵੀ ਆਪਣੀ ਕੌਮ ਹੀ ਹੈ ਜਿਹੜੀ ਮਦਦ ਦੇ ਲਈ ਆ ਰਹੀ ਹੈ ਔਰ ਉਹ ਉਹਨਾਂ ਨੂੰ ਸੇਫ ਕਰ ਰਹੀ ਹੈ, ਤਾਂ ਫਿਰ ਵਾਈ ਨਾਟ ਖਾਲਿਸਤਾਨ ਕਿਉਂ ਨਾ ਹੋਏ। ਔਰ ਚੰਗੀ ਗੱਲ ਇਹ ਹੈ, ਮੈਂ ਦੇਖਦਾ ਕਿ ਵੀ ਈਵਨ ਈਰਾਨ ਦੇ ਹੈਸ਼ਟੈਗ ਤੋਂ ਪੰਜਾਬ ਦੇ ਨਾਂ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਦੁਨੀਆ ਦੇ ਇੱਕ ਵੱਡੇ ਹਿੱਸੇ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਪੰਜਾਬ ਜਿਹੜਾ ਜਿੱਥੇ ਸਿੱਖ ਵਸਦੇ ਨੇ ਇਹ ਭਾਰਤ ਦਾ ਹਿੱਸਾ ਨਹੀਂ ਹੈ। ਇਹਨਾਂ ਦਾ ਵਿਹਾਰ, ਇਹਨਾਂ ਦਾ ਕਿਰਦਾਰ, ਇਹਨਾਂ ਦਾ ਓਵਰਆਲ ਹੋਂਦ ਵੱਖਰੀ ਹੈ। ਔਰ ਮੈਂ ਪਹਿਲੀ ਵਾਰ ਦੇਖ ਰਿਹਾ ਕਿਉਂਕਿ ਹੁਣ ਈਰਾਨ ਦੇ ਮੁੱਦੇ ਦੇ ਉੱਤੇ ਵੀ ਜਿਵੇਂ ਇੰਡੀਆ ਨੇ ਡਬਲ ਕ੍ਰਾਸ ਕੀਤਾ, ਇਹਨਾਂ ਦੇ ਏਜੰਟ ਹੀ ਜਿਹੜੇ ਸੀ ਉਹ ਮੋਸਾਦ ਦੇ ਲਈ ਕੰਮ ਕਰਦੇ ਰਹੇ, ਜਿਨ੍ਹਾਂ ਨੂੰ ਬਾਅਦ 'ਚ ਇਰਾਨੀਆਂ ਨੇ ਫੁੰਡਿਆ ਵੀ, ਔਰ ਇਜ਼ਰਾਈਲ ਨੂੰ ਕੰਡੈਮ ਵੀ ਨਹੀਂ ਕੀਤਾ ਇੰਡੀਆ ਨੇ। ਔਰ ਈਰਾਨ ਹੈਸ਼ਟੈਗ ਤੋਂ ਈਰਾਨ ਇਨ ਇੰਡੀਆ ਦੇ ਥੱਲੇ ਹੈ ਕਿ ਉਹਨਾਂ ਨੇ ਐਕਸਕਲੂਸਿਵਲੀ ਪੰਜਾਬ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ, disheartening to see the devastating floods in Punjab that led to immense loss and pain. Our thoughts and prayers with the affected people of Punjab and everyone who helps them in this grave moments. May God protect and bless all. ਕਿ ਵੀ ਇਹ ਦੇਖ ਕੇ ਬਹੁਤ ਦੁੱਖ ਹੈ ਕਿ ਪੰਜਾਬ ਦੇ ਹੜ੍ਹਾਂ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਲਾਸ ਹੈ, ਨੁਕਸਾਨ ਹੈ, ਬਹੁਤ ਜ਼ਿਆਦਾ ਦਰਦ ਹੈ।
ਸਾਡੇ ਖਿਆਲ ਔਰ ਦੁਆਵਾਂ ਜਿਹੜੀਆਂ ਨੇ ਉਹ ਪੰਜਾਬ ਦੇ ਲੋਕਾਂ ਨਾਲ ਨੇ, ਔਰ ਜਿਹੜੇ ਵੀ ਇਸ ਸੰਕਟ ਦੀ ਘੜੀ ਦੇ ਵਿੱਚ ਉਹਨਾਂ ਦੀ ਮਦਦ ਕਰ ਰਹੇ ਨੇ, ਅੱਲਾਹ ਤਾਲਾ ਸਭ ਨੂੰ ਪ੍ਰੋਟੈਕਟ ਕਰੇ ਔਰ ਹਰ ਇੱਕ ਦੇ ਉੱਤੇ ਉਸ ਦੀ ਬਲੈਸਿੰਗ ਹੋਏ। ਸੋ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਪਹਿਲਾਂ ਕਦੇ ਵੀ ਈਰਾਨ ਨੇ ਪੰਜਾਬ ਦੇ ਹਵਾਲੇ ਨਾਲ ਪੰਜਾਬ ਨੂੰ, ਹਾਲਾਂਕਿ ਇਹ ਨਹੀਂ ਹੈ ਤਬਾਹੀ ਬਰਬਾਦੀ ਹਿਮਾਚਲ ਦੇ ਵਿੱਚ ਵੀ ਹੋਈ ਹੈ, ਜੰਮੂ ਦੇ ਵਿੱਚ ਵੀ ਹੋਈ ਹੈ, ਉੱਤਰਾਖੰਡ ਦੇ ਵਿੱਚ ਵੀ ਹੋਈ ਹੈ, ਪਰ ਜੇ ਈਰਾਨ ਦੀ ਇਸ ਤੋਂ ਐਕਸਕਲੂਸਿਵ ਪੰਜਾਬ ਦੇ ਨਾਲ, ਸੋ ਉਹ ਇੱਕ ਸਿਗਨਲਿੰਗ ਹੁੰਦੀ ਹੈ, ਕਈ ਵਾਰੀ ਕੁਝ ਚੀਜ਼ਾਂ ਇਸ਼ਾਰਾ ਹੁੰਦਾ ਹੈ। ਔਰ ਇਸੇ ਤਰ੍ਹਾਂ ਪਾਣੀ ਇਕੱਲਾ ਇੱਧਰ ਨਹੀਂ, ਜਦੋਂ ਤੁਸੀਂ ਬੰਨ ਔਰ ਉਸ ਸਾਰੇ ਦੇ ਨਾਲ ਉਹਨਾਂ ਨੇ ਪਾਣੀ ਪਾਕਿਸਤਾਨ ਵੱਲ ਵੀ ਧੱਕਿਆ, ਤੇ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਹੈ ਔਰ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ 6-6 ਫੁੱਟ ਤੋਂ ਵੀ ਉੱਪਰ ਪਾਣੀ ਆਇਆ, ਉਹਨਾਂ ਨੇ ਇਮੀਡੀਏਟ ਜਿਹੜਾ ਹੈ ਉਹ ਉਸ ਨੂੰ ਰੈਸਕਿਊ ਕੀਤਾ, 100 ਤੋਂ ਜ਼ਿਆਦਾ ਬੰਦਿਆਂ ਨੂੰ ਬਾਹਰ ਕੱਢਿਆ। ਔਰ ਅਸੀਂ ਇਹ ਦੇਖਦੇ ਹਾਂ ਵੀ ਜਿਨ੍ਹਾਂ ਪ੍ਰਤੀ ਸਾਡੇ ਅੰਦਰ ਕਿੰਨੇ ਲੰਬੇ ਸਮੇਂ ਤੋਂ ਨਫ਼ਰਤ ਭਰੀ ਜਾਂਦੀ ਰਹੀ, ਇਹ ਤਾਂ ਜੂਨ 84 ਨੇ ਇੱਕ ਅੱਖਾਂ ਖੋਲੀਆਂ ਨੇ ਸਿੱਖਾਂ ਦੇ ਵੀ ਇੱਕ ਵੱਡੇ ਤਬਕੇ ਦੀਆਂ ਨੇ, ਤਾਂ 47 ਤੋਂ 84 ਤੱਕ ਉਹਨਾਂ ਦੀਆਂ ਟੈਕਸਟ ਬੁੱਕਸ, ਨੈਰੇਟਿਵ, ਟੋਟਲ ਬਲੌਕੇਡ, ਕੋਈ ਜਥਿਆਂ ਨੂੰ ਵੀ ਜਾਣ ਦੀ ਇਜਾਜ਼ਤ ਉਹ ਵੀ ਜਦੋਂ ਮਰਜ਼ੀ ਬੰਦ ਕਰ ਦੇਣ। ਹੁਣ ਕਦੋਂ ਦਾ ਮਈ 7, 8, 9, 10 ਤੋਂ ਬਾਅਦ ਇਹ ਕ੍ਰਿਕਟ ਪਾਕਿਸਤਾਨ ਨਾਲ ਖੇਡ ਸਕਦੇ ਨੇ, ਕਰਤਾਰਪੁਰ ਕੋਰੀਡੋਰ ਬੰਦ ਕੀਤਾ ਹੋਇਆ ਸੀ। ਲੇਕਿਨ ਜਦੋਂ ਉਹਨਾਂ ਨੇ ਇਸ ਕਿਸਮ ਦਾ ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕਰਕੇ ਈਵਨ ਉਧਰ ਨੂੰ ਵੀ ਧੱਕਿਆ, ਪਾਕਿਸਤਾਨੀ ਪੰਜਾਬ ਦੀ ਚੀਫ ਮਿਨਿਸਟਰ ਮਰੀਮ ਨਵਾਜ਼, ਉਹਨੇ ਉਹ ਹਾਇਰ ਲੈਵਲ ਔਰ ਉਹ ਸਾਰੀ ਵੀਡੀਓ ਵੀ ਕਲਿੱਪ ਸਾਰੇ ਪਾਸੇ ਗਈਆਂ, ਉਹ ਹਾਇਰ ਲੈਵਲ ਆਫੀਸ਼ੀਅਲਸ ਦੀ ਮੀਟਿੰਗ ਕਰ ਰਹੀ ਆ, ਉਹ ਕਹਿੰਦੀ ਆ ਵੀ ਰਿਲੀਫ ਐਫਰਟ ਕਰੋ, ਸਭ ਤੋਂ ਪਹਿਲਾਂ ਸਿੱਖਾਂ ਦੀ ਇਬਾਦਤਗਾਹ ਕਰਤਾਰਪੁਰ ਸਾਹਿਬ ਚੋਂ ਪਾਣੀ ਕੱਢੋ, ਮੋਟਰਾਂ ਲਾਓ, ਇਹਨੂੰ ਜੋ ਵੀ ਕੀਤਾ ਜਾਂਦਾ ਕਰੋ। ਔਰ ਇਹ ਸਾਰੇ ਨੂੰ, ਔਰ ਇਕੱਲਾ ਇਹੀ ਨਹੀਂ, ਪਾਕਿਸਤਾਨ ਦੇ ਜਿਹੜੇ ਫੌਜੀ ਮੁਖੀ ਫੀਲਡ ਮਾਰਸ਼ਲ ਅਕਰਮ ਮੁਨੀਰ, ਉਹਨਾਂ ਦੀ ਇੱਕ ਵੀਡੀਓ ਵੀ ਹੋਈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਸਿੱਖਾਂ ਦੇ ਅਸੀਂ ਜਿਹੜਾ ਇਬਾਦਤਗਾਹ ਨੂੰ ਹਰ ਹਾਲਤ ਦੇ ਵਿੱਚ ਸਭ ਤੋਂ ਪਹਿਲਾਂ ਫੰਕਸ਼ਨਲ ਕਰਾਂਗੇ। ਔਰ ਉਹਨਾਂ ਨੇ ਵੀ ਇਹੀ ਹਦਾਇਤ ਦਿੱਤੀ, ਉਹਨਾਂ ਨੇ ਕਿਹਾ ਵੀ ਅਸੀਂ ਇਹ ਸਾਡੇ ਭਰਾ ਨੇ ਔਰ ਅਸੀਂ ਇਹਨਾਂ ਦੀ ਇਬਾਦਤਗਾਹ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਨਾਰਮਲ ਵਾਂਗ ਕਰਾਂਗੇ। ਔਰ ਉਹਦੇ 'ਚ ਨਾਲ ਦੀ ਨਾਲ ਇਹ ਵੀ ਪਿਕਚਰਸ ਆਈਆਂ ਕਿ ਕਿਵੇਂ ਪਾਕਿਸਤਾਨ ਵਿਚਲੇ ਸਿੱਖਾਂ ਨੇ ਵੀ ਫੌਰਨ ਅਰਦਾਸਾ ਸੋਧ ਕੇ ਕਾਰ ਸੇਵਾ ਆਰੰਭੀ, ਔਰ ਹੁਣ ਕਾਫੀ ਹੱਦ ਤੱਕ ਜਿਹੜਾ ਉਹ ਜਿਹਨੂੰ ਉਹਦੀ ਓਰੀਜਨੈਲਿਟੀ 'ਚ ਉਹਨੂੰ ਰੀਸਟੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਸ ਪੀਰੀਅਡ ਦੇ ਵਿੱਚ ਹੀ ਚੌਧਰੀ ਫਵਾਦ ਹੁਸੈਨ ਜਿਹੜੇ ਇਮਰਾਨ ਖਾਨ ਦੀ ਪਾਰਟੀ ਨਾਲ ਸੰਬੰਧਿਤ ਨੇ, ਮਿਨਿਸਟਰ ਵੀ ਰਹੇ ਉਹਨਾਂ ਦੀ ਕੈਬਨਿਟ 'ਚ, ਉਹਨਾਂ ਨੇ ਟਵੀਟ ਕੀਤਾ ਕਿ ਭਾਈ ਦਾ ਫਲੱਡ ਐਫਲਿਕਟਡ ਪੰਜਾਬ ਟ੍ਰੀਟਮੈਂਟ ਬਾਈ ਇੰਡੀਆਜ਼ ਹਿੰਦੂਤਵਾ ਗਵਰਨਮੈਂਟ clearly shows that it is racist and anti-humanity. The prayers of your brothers residing beyond the stars are with you. ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਮੈਸੇਜ ਸਾਨੂੰ ਜਿਹੜਾ ਜੋ ਅਸੀਂ ਦੇਖ ਰਹੇ ਹਾਂ ਕਿ ਵੀ ਪੰਜਾਬ ਦੇ ਲੋਕਾਂ ਦੇ ਨਾਲ ਇੰਡੀਆ ਦੇ ਹਿੰਦੂਤਵੀ ਕੀ ਕਰ ਰਹੇ ਨੇ, ਇਹ ਦੱਸ ਰਿਹਾ ਕਿ ਵੀ ਇਹ ਕਿਵੇਂ ਨਸਲਵਾਦੀ ਨੇ ਔਰ ਇਨਸਾਨੀਅਤ ਦੇ ਵੀ ਖਿਲਾਫ ਨੇ। ਔਰ ਜਿਹੜੇ ਤੁਹਾਡੇ ਤੋਂ ਦੂਰ ਬੈਠੇ ਤੁਹਾਡੇ ਭਰਾ ਨੇ ਪਾਕਿਸਤਾਨੀਆਂ ਦਾ ਜ਼ਿਕਰ ਕਰ ਰਹੇ ਨੇ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਔਰ ਇਸ ਦੇ ਉੱਤੇ ਸਾਡੇ ਵੀਰ ਸੁਖਜਿੰਦਰ ਸਿੰਘ ਹੋਰਾਂ ਨੇ ਸਾਨੂੰ ਇੱਕ ਲਿਖਤ ਵੀ ਭੇਜੀ ਹੈ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਰੈਵਰਡ ਡਾਕਟਰ ਸਾਹਿਬ ਜੀਓ, ਇੰਡੀਆ ਹੈਜ਼ ਬੀਨ ਯੂਜ਼ਿੰਗ ਵਾਟਰ ਐਜ਼ ਏ ਵੈਪਨ ਅਗੇਂਸਟ ਪੰਜਾਬ ਈਸਟ ਐਂਡ ਵੈਸਟ, ਕਿਉਂਕਿ ਪਾਕਿਸਤਾਨੀ ਪੰਜਾਬ 'ਚ ਵੀ ਇੱਧਰੋਂ ਤਵੀ ਤੋਂ ਕਰਕੇ ਸਿਆਲਕੋਟ 'ਚ ਵੀ ਔਰ ਦੂਸਰਾ ਵੀ ਪਾਕਿਸਤਾਨ 'ਚ ਵੀ ਫਲੱਡਸ ਨੇ ਕਾਫੀ ਤਬਾਹੀ ਮਚਾਈ। ਔਰ ਇਹਨਾਂ ਨੇ ਵੀ ਇੱਕ ਪਾਸੇ ਤੇ ਧਮਕੀਆਂ ਦੇ ਰਹੇ ਸੀ ਅਸੀਂ ਪਾਣੀ ਰੋਕ ਲਾਂਗੇ, ਵੀ ਰੋਕ ਲਓ ਹੁਣ, ਪਰ ਇਹਨਾਂ ਨੇ ਜਿਹੜਾ ਉਹ ਵਾਧੂ ਬਿਨਾਂ ਵਾਰਨਿੰਗ ਤੋਂ ਵੀ ਕਈ ਹਾਲਤਾਂ ਛੱਡਿਆ। ਔਰ ਉਸ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਕਿ ਇੰਡੀਆ ਹੈਜ਼ ਬੀਨ ਯੂਜ਼ਿੰਗ ਵਾਟਰ ਐਜ਼ ਏ ਵੈਪਨ ਅਗੇਂਸਟ ਪੰਜਾਬ ਈਸਟ ਐਂਡ ਵੈਸਟ ਟੂ ਡਿਸਟਰੋਏ ਦਾ ਸਿੱਖ ਸਪਿਰਿਟ, ਪੰਜਾਬ, ਪੰਜਾਬੀਜ਼ ਐਂਡ ਵੀਕਨ ਪੰਜਾਬ ਇਕਨੋਮਿਕਲੀ। Downstream, West Punjab is also affected in the same manner. Wars also kill the Punjabi community on both sides of the borders. ਕਿ ਜਦੋਂ ਇਹ ਜੰਗ ਛੇੜਦੇ ਨੇ ਇੰਡੀਆ ਵਾਲੇ ਸ਼ਰਾਰ, ਉਦੋਂ ਵੀ ਬਰਬਾਦੀ ਦੋਵਾਂ ਪੰਜਾਬਾਂ ਦੀ ਹੁੰਦੀ ਹੈ। ਪਾਣੀ ਨੂੰ ਵੀ ਐਜ਼ ਏ ਵੈਪਨ ਦੋਨਾਂ ਪੰਜਾਬਾਂ ਨੂੰ ਡਿਸਟਰੋਏ ਕਰਨ ਲਈ ਇਸਤੇਮਾਲ ਕਰਦੇ ਨੇ।
फिर उन्होंने कहा इट इज़ सजेस्टेड दैट प्रेजिडेंट ट्रंप बी apprised of the situation, how India has once again used water as a weapon after shameful defeat in her war against Pakistan. Indian Hindu Modi government wants to teach the Sikhs a lesson for revolting against India and refusing to fight Indian war against Pakistan. It is yet another genocide and econocide of the Sikhs in Punjab. ਉਹਨਾਂ ਨੇ ਕਿਹਾ ਕਿ ਵੀ ਤੁਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਇਸ ਗੱਲ ਤੋਂ ਜਾਣੂ ਕਰਵਾਓ ਕਿ ਭਾਰਤ ਨੇ ਇੱਕ ਵਾਰ ਫੇਰ ਪਾਣੀ ਨੂੰ ਹਥਿਆਰ ਵਜੋਂ ਇਸਤੇਮਾਲ ਕੀਤਾ, ਖਾਸ ਤੌਰ ਤੇ ਜਿਹੜੀ ਉਸ ਦੀ ਭਾਰਤ ਦੀ ਪਾਕਿਸਤਾਨ ਦੇ ਹੱਥੋਂ ਸ਼ਰਮਨਾਕ ਹਾਰ ਹੋਈ ਹੈ ਔਰ ਉਹ ਭਾਰਤ ਦੀ ਮੋਦੀ ਦੀ ਹਿੰਦੂਤਵੀ ਸਰਕਾਰ ਸਿੱਖਾਂ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਨੇ ਭਾਰਤ ਦੇ ਖਿਲਾਫ ਵਿਦਰੋਹ ਕੀਤਾ ਔਰ ਇਹ ਜਿਹੜੀ ਇੰਡੀਆ ਦੀ ਵਾਰ ਸੀ ਅਗੇਂਸਟ ਪਾਕਿਸਤਾਨ 'ਚ ਉਸ ਸ਼ਮੂਲੀਅਤ ਤੋਂ ਨਾ ਕੀਤੀ ਔਰ ਇਹ ਜਿਹੜਾ ਉਹਨਾਂ ਦਾ ਵਾਟਰ ਐਜ਼ ਏ ਵੈਪਨ ਯੂਜ਼ ਕਰਨਾ ਇੱਕ ਹੋਰ ਤਰੀਕਾ ਹੈ ਨਸਲਕੁਸ਼ੀ ਦਾ ਔਰ ਆਰਥਿਕ ਨਸਲਕੁਸ਼ੀ ਦਾ ਵੀ। ਨਸਲ ਤਾਂ ਫਿਜ਼ੀਕਲ ਹੁੰਦੀ ਹੈ ਕਿ ਆਰਥਿਕ ਤੌਰ ਤੇ ਤਬਾਹ ਕਰਨ ਦਾ ਵੀ। ਨੋਟੇਬਲੀ Pakistan is still a rotating non-permanent member of the UN Security Council and this term will end in 2026 ਕਿ ਪਾਕਿਸਤਾਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ non-permanent ਮੈਂਬਰ ਹੈ ਔਰ ਉਸ ਦੀ ਟਰਮ 2026 ਦੇ ਵਿੱਚ ਖਤਮ ਹੋਣੀ ਹੈ, ਅਜੇ ਇੱਕ ਸਾਲ ਪਿਆ ਹੈ। Appropriate channels be opened with Pakistan government too, asking them to raise this issue in the UN Security Council immediately. Matter be brought against India as Modi also plans to attend UN session in September. ਬਾਜਵਾ ਸਾਹਿਬ ਨੇ ਇਹ ਕਿਹਾ ਕਿ ਵੀ ਪਾਕਿਸਤਾਨ ਦੀ ਸਰਕਾਰ ਜਿਹੜੀ ਹੈ ਉਹਦੇ ਨਾਲ ਗੁਫ਼ਤਗੂ ਹੋਣੀ ਚਾਹੀਦੀ ਹੈ ਕਿ ਉਹ ਇਸ ਇਸ਼ੂ ਨੂੰ, ਕਿਉਂਕਿ ਉਹ ਨਾਨ ਪਰਮਾਨੈਂਟ ਮੈਂਬਰ ਨੇ, ਰੋਟੇਟਿੰਗ ਮੈਂਬਰ ਨੇ, ਕਿ ਇਸ ਇਸ਼ੂ ਨੂੰ UN ਸਿਕਿਉਰਿਟੀ ਕੌਂਸਲ ਦੇ ਵਿੱਚ ਲਿਆਉਣ ਔਰ ਇਹ ਕਿਉਂਕਿ ਜ਼ਰੂਰੀ ਹੈ ਆਉਣ ਵਾਲੇ ਸਤੰਬਰ ਮਹੀਨੇ 'ਚ ਜਦੋਂ ਕਿ UN ਜਨਰਲ ਅਸੈਂਬਲੀ ਹੋਣੀ ਹੈ ਉਹਦੇ 'ਚ ਮੋਦੀ ਵੀ ਵਿਜ਼ਿਟ ਕਰ ਰਿਹਾ ਔਰ ਇੰਡੀਅਨ ਗਵਰਨਮੈਂਟ ਨੇ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਵੀ ਮੋਦੀ ਆਏਗਾ ਨਿਊਯਾਰਕ, ਸੋ ਇਸ ਇਸ਼ੂ ਨੂੰ ਚੁੱਕਿਆ ਜਾਣਾ ਚਾਹੀਦਾ। ਬਾਜਵਾ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਬਿਲਕੁਲ ਐਪਰੋਪਰੀਏਟ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਕਿ ਇਹ ਜੈਨੋਸਾਈਡ ਵੀ ਹੈ, ਕੌਨੋਸਾਈਡ ਵੀ ਹੈ, ਦੋਨੋਂ ਪੰਜਾਬਾਂ ਦਾ ਜੰਗ ਵੀ ਛੇੜੀ ਜਾਂਦੀ ਹੈ ਤਾਂ ਦੋਨਾਂ ਦੀ ਤਬਾਹੀ ਹੁੰਦੀ ਹੈ। ਪਰ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ, ਔਰ ਇਹਦੇ 'ਚ ਇੰਟਰਸਟਿੰਗ ਗੱਲ ਇਹ ਹੈ ਕਿ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀ, ਟਰੰਪ ਇਹ ਕਹਿ ਰਿਹਾ ਕਿ ਮੈਨੂੰ ਇਹ ਪਤਾ ਹੈ ਵੀ ਕਿਵੇਂ ਫਲੱਡ ਪਾਣੀ 'ਚ ਪੰਜਾਬ 'ਚ ਲਿਆਂਦੇ ਗਏ, ਮੈਂ ਵਾਰਨ ਕਰਦਾ ਮੋਦੀ ਨੂੰ। ਤੇ ਮੈਨੂੰ ਦੋ ਤਿੰਨਾਂ ਨੇ ਕਿਹਾ ਕਿ ਜੀ ਲੋ ਹੁਣ ਤਾਂ ਟਰੰਪ ਵੀ ਬੋਲ ਰਿਹਾ ਫਲੱਡ ਤੇ। ਮੈਂ ਕਿਹਾ ਇਹ ਠੀਕ ਨਹੀਂ ਹੈ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਕ੍ਰੀਏਟ ਕੀਤੀ ਹੋਈ ਵੀਡੀਓ ਹੈ। ਸੋ ਅੱਜ ਕੱਲ੍ਹ ਇਸ ਗੱਲ ਦਾ ਵੀ ਧਿਆਨ ਰੱਖੋ, ਬਹੁਤ ਸਾਰੇ ਅੱਗੇ ਸ਼ੇਅਰ ਕਰਨ ਲੱਗ ਜਾਂਦੇ ਨੇ। ਸੋ ਮੈਂ ਕਿਹਾ ਕਿ ਭਾਈ ਟਰੰਪ ਨੇ ਉਹੀ ਇਹਨਾਂ ਦੇ ਗਲ 'ਚ ਅੰਗੂਠਾ ਦਿੱਤਾ ਹੋਇਆ, ਉਹਨਾਂ ਨੇ ਫੜਿਆ ਹੀ ਧੌਣ ਤੋਂ ਇਸੇ ਢੰਗ ਨਾਲ ਹੋਇਆ ਕਿ ਉਹ ਸਾਰਿਆਂ ਦਾ ਹੀ ਅਸੀਂ ਡਿਸਕਸ ਵੀ ਕਰਾਂਗੇ ਕਿ ਭਾਈ ਇਹਨਾਂ ਨੂੰ ਹੁਣ ਇਹਨਾਂ ਦੇ ਬ੍ਰਾਹਮਣਾਂ ਦੇ ਵੀ ਸਮਝ ਆਣੀ ਸ਼ੁਰੂ ਹੋ ਗਈ ਹੈ। ਨਵੈਰੋ ਨੇ ਪਰਟੀਕੂਲਰਲੀ ਕਿਹਾ ਕਿ ਵੀ ਕਿਵੇਂ ਇਹ ਜਿਹੜਾ ਆਇਲ ਬਿਜ਼ਨਸ ਰਸ਼ੀਆ ਨਾਲ ਕਰ ਰਹੇ ਨੇ, ਆਮ ਇੰਡੀਅਨਸ ਨੂੰ ਇਹਦਾ ਕੋਈ ਫਾਇਦਾ ਨਹੀਂ, ਬ੍ਰਾਹਮਨਸ ਆਰ ਪ੍ਰੋਫਿਟਿੰਗ, ਕਿ ਉਹ ਆਪਣੀਆਂ ਜੇਬਾਂ ਭਰ ਰਹੇ ਨੇ ਧਨ ਦੇ ਨਾਲ। ਸੋ ਹੌਲੀ ਹੌਲੀ ਇਸ ਪਾਸੇ ਵੀ ਗੱਲ ਆਏਗੀ ਕਿਉਂਕਿ ਅਲਟੀਮੇਟਲੀ ਜਿਹੜਾ ਜਿਸ ਢੰਗ ਦੇ ਨਾਲ ਭਾਰਤ ਨੇ ਸ਼ੇਮਲੈਸਲੀ ਜਿਹੜਾ ਜਾ ਕੇ ਚੀਨ ਦੇ ਅੱਗੇ ਆਪਣਾ ਸਰੈਂਡਰ ਕੀਤਾ ਹੈ, ਪੁਤਿਨ ਦੀ ਗੱਡੀ 'ਚ ਬਹਿ ਕੇ 1 ਘੰਟਾ ਜਿਹੜਾ ਉਹ ਯੱਕੜ ਮਾਰਦਾ ਰਿਹਾ, ਪਤਾ ਨਹੀਂ ਉਹ ਰਸ਼ੀਅਨ ਬੋਲਦਾ ਹੋਣਾ, ਹਿੰਦੀ ਬੋਲਦਾ ਹੋਣਾ, ਪਰ ਇਹ ਜੀ ਬਹੁਤ ਸੇਫ ਗੱਲਬਾਤ ਹੋਈ। ਸੋ ਅਸੀਂ ਸਮਝਦੇ ਹਾਂ ਵੀ ਇਸ ਦੇ ਉੱਤੇ ਈਵਨ ਪਬਲੀਕੇਸ਼ਨ ਬਾਜ਼ ਦੇ ਇੱਕ ਸੱਜਣ ਨੇ ਜਸਕਰਨ ਸੰਧੂ, ਉਹਨਾਂ ਦਾ ਬੜਾ ਖੂਬਸੂਰਤ ਰਾਈਟ ਅਪ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਦਾ ਫਲੱਡ ਸ਼ੁੱਡ ਰੈਡੀਕਲਾਈਜ਼ ਪੰਜਾਬ, ਕਿ ਵੀ ਇਹ ਫਲੱਡਸ ਤੋਂ ਬਾਅਦ ਪੰਜਾਬ ਦੇ ਲੋਕ ਇਹ ਸਮਝ ਲੈਣ ਵੀ ਅਸੀਂ ਖਾਲਿਸਤਾਨ ਬਣਾਉਣਾ ਹੀ ਬਣਾਉਣਾ ਹੈ। ਇਸ ਤੋਂ ਬਿਨਾਂ ਫਿਰ ਉਹਨਾਂ ਨੇ ਸਬ ਹੈਡਿੰਗ ਦਿੱਤਾ ਹੈ ਪੰਜਾਬ ਕੈਨ ਨਾਟ ਕੀਪ ਸੈਕਰੀਫਾਈਸਿੰਗ ਇਟਸੈਲਫ ਫਾਰ ਐਨ ਅਨਗ੍ਰੇਟਫੁਲ ਕੰਟਰੀ, ਕਿ ਜਿਹੜੇ ਨਾ ਸ਼ੁਕਰੇ ਨੇ ਉਹਨਾਂ ਦੇ ਲਈ ਪੰਜਾਬ ਆਪਣੇ ਆਪ ਨੂੰ ਬਰਬਾਦੀ ਦੇ ਰਾਹ ਤੇ ਪਾਈ ਰੱਖੇ, ਇਹ ਠੀਕ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਕੋਈ एनवायरमेंटल डिजास्टर नहीं है जो हुआ है। इंडिया ओपन डैम्स एंड क्लोज्ड कैनाल्स
ਟਰਨਿੰਗ ਪੰਜਾਬ ਇਨਟੂ ਏ ਲੇਕ ਕਿ ਉਹਨਾਂ ਨੇ ਜਿਹੜੇ ਡੈਮ ਓਪਨ ਕਰ ਦਿੱਤੇ ਤੇ ਨਹਿਰਾਂ ਬੰਦ ਕਰ ਦਿੱਤੀਆਂ, ਪੰਜਾਬ ਨੂੰ ਇੱਕ ਲੇਕ ਬਣਾ ਦਿੱਤਾ। ਔਰ ਇਹ ਜਿਹੜਾ ਇਹ ਸਾਰੇ ਤੇ ਜਦੋਂ ਇਹ ਬਰਬਾਦੀ ਹੋਈ, ਸਟੇਟ ਡਿਡ ਨਥਿੰਗ। ਇਟ ਵਾਜ਼ ਲੈਫਟ ਟੂ ਸਿੱਖ ਇੰਸਟੀਟਿਊਸ਼ਨਸ, ਗੁਰਦੁਆਰਾਸ ਐਂਡ ਆਰਡੀਨਰੀ ਪੰਜਾਬੀਜ਼ ਟੂ ਮੋਬਿਲਾਈਜ਼ ਕਿ ਉਹਨਾਂ ਦਾ ਉਹ ਬਿਲਕੁਲ ਪਿੱਛੇ ਹਟ ਕੇ ਆਮ ਸਿੱਖ ਔਰ ਪੰਜਾਬੀ ਇਸ ਦੇ ਲਈ ਅੱਗੇ ਆਏ। ਔਰ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਵਾਰੀ ਫਿਰ once again we have been forced to save ourselves while the so called largest democracy in the world looks away ਕਿ ਉਹ ਪਾਸੇ ਦੇਖ ਰਹੇ ਨੇ ਔਰ ਅਸੀਂ ਆਪਣੀ ਲੜਾਈ ਆਪ ਲੜ ਰਹੇ ਹਾਂ। ਪਰ ਇਸ ਦੇ ਉਲਟ ਜੇ ਤੁਸੀਂ ਦੇਖੋ, ਹਾਲਾਂਕਿ ਇੱਕ ਪਾਸੇ ਤੋਂ ਅਸੀਂ ਪੰਜਾਬ ਦੇ ਫਲੱਡਸ ਦੇ ਨਾਲ ਬਰਬਾਦੀ ਦੀ ਗੱਲ ਕਰਦੇ ਹਾਂ, ਸਾਡੀਆਂ ਹਮਦਰਦੀਆਂ ਨੇ ਅਫਗਾਨਿਸਤਾਨ ਦੇ ਵਿੱਚ ਖਾਸ ਤੌਰ 'ਤੇ ਜਲਾਲਾਬਾਦ ਔਰ ਉਸ ਦੇ ਆਲੇ ਦੁਆਲੇ 'ਚ ਬੜਾ ਜ਼ਬਰਦਸਤ ਭੂਚਾਲ ਆਇਆ ਔਰ ਜਿਹੜੀਆਂ ਲੇਟੈਸਟ ਖਬਰਾਂ ਨੇ ਉਹਨਾਂ ਮੁਤਾਬਕ 5.2 ਮੈਗਨੀਚਿਊਡ ਦਾ ਇਹ ਭੂਚਾਲ ਸੀ ਔਰ 2000 ਤੋਂ ਜ਼ਿਆਦਾ ਮੌਤਾਂ ਦੀ ਖਬਰ ਹੈ, 3000 ਤੋਂ ਜ਼ਿਆਦਾ ਜ਼ਖਮੀ ਨੇ। ਲੇਕਿਨ ਤੁਸੀਂ ਇਹ ਦੇਖੋ ਕਿ ਵੀ ਇਹ ਅਰਥਕੁਏਕ ਤਾਂ ਬਾਅਦ 'ਚ ਆਇਆ, ਫਲੱਡ ਪੰਜਾਬ 'ਚ ਪਹਿਲਾਂ ਬਰਬਾਦੀ ਕਰ ਰਹੇ ਸੀ। ਮੋਦੀ ਚੀਨ 'ਚ ਬੈਠਾ, ਇਹਨਾਂ ਦੇ ਦੂਜੇ ਅਫਗਾਨਿਸਤਾਨ ਦੇ ਲਈ ਟਵੀਟ ਕਰ ਰਹੇ ਨੇ ਔਰ ਆਲਰੇਡੀ ਰਾਹਤ ਸਮੱਗਰੀ ਕਿੰਨੇ ਜਹਾਜ਼ ਉਹਨਾਂ ਨੇ ਕਾਬਲ ਉਤਾਰ ਦਿੱਤੇ ਨੇ ਜੀ, ਆਹ ਸਮਾਨ ਆਇਆ। ਹੁਣ ਏਡਾ ਕਿਹੜਾ ਹੇਜ ਜਾਗਿਆ ਅਫਗਾਨਿਸਤਾਨ ਦੇ ਨਾਲ, ਇੱਕ ਪਾਸੇ ਕਦੇ ਮਹਿਮੂਦ ਗਜ਼ਨਵੀ ਨੂੰ ਕੋਟ ਕਰਦੇ ਨੇ, ਕਦੇ ਮੁਹੰਮਦ ਗੌਰੀ ਨੂੰ ਕਰਦੇ ਨੇ ਕਿ ਜੀ ਸਾਡੀ ਬਰਬਾਦੀ, ਸਾਡੇ ਸਨਾਤਨ ਧਰਮ ਦਾ ਬੇੜਾ ਗਰਕ ਕੀਤਾ, ਲੁੱਟਿਆ, ਸੋਮਨਾਥ ਮੰਦਰ ਨੂੰ ਲੁੱਟਿਆ। ਸੋ ਉਹਦੇ 'ਚ ਈਵਨ ਇਹਨਾਂ ਨੇ ਬਾਜ਼ ਨੇ ਵੀ ਇਸ ਗੱਲ ਦਾ ਨੋਟਿਸ ਲਿਆ ਕਿ ਵੀ ਇਹ ਜਿਹੜਾ ਇੱਕ ਪਾਸੇ ਤਾਂ ਅਫਗਾਨਿਸਤਾਨ ਨੂੰ ਲੈ ਕੇ juxtapose this with the rapid response of the Indian state to yesterday's earthquake in Afghanistan. Aid has been sent and Modi and his ministers tweeted support immediately. ਉਹਨਾਂ ਦੇ ਲਈ ਇੱਕਦਮ support ਔਰ ਦੂਸਰਾ ਕਰ ਰਹੇ ਨੇ। ਲੇਕਿਨ that is how much contempt there is for Punjab and Sikhs. Our pain is not even worthy of acknowledging in the halls of power in Delhi. ਵੀ ਕਿਸੇ ਨੇ ਕੋਈ ਹਮਦਰਦੀ ਦੇ ਦੋ ਬੋਲੇ ਹੋਣ, ਇਸ ਦੇ ਉਲਟ ਉਹ ਕਹਿ ਰਿਹਾ ਹੈ ਉਹਨਾਂ ਦਾ ਨਾਨ ਸਟੇਟ ਐਕਟਰ ਗੋਬਰ ਆ ਰਹੀ ਹੈ, ਪਹਿਲੇ ਪਿਆਸੇ ਰੱਖ ਕੇ ਮਾਰੋ, ਫਿਰ ਇਹਨਾਂ ਨੂੰ ਡੋਬ ਕੇ ਮਾਰੋ। ਫਿਰ ਉਹਨਾਂ ਨੇ ਕਿਹਾ ਕਿ ਬਈ ਅਸੀਂ ਤਾਂ ਆਪਣਾ ਸਾਰਾ ਕੁਝ ਬਰਬਾਦ ਕੀਤਾ ਹੈ, ਅਸੀਂ ਆਪਣੀਆਂ ਦਰਿਆ, ਆਪਣੀਆਂ ਲੈਂਡ ਇਸ ਨੇਸ਼ਨ ਦੇ ਲਈ ਰੱਖੀਆਂ। ਵੀ ਗੇਵ ਆਵਰ ਸਨਸ ਐਂਡ ਡਾਟਰਸ ਟੂ ਦ ਇੰਡੀਅਨ ਆਰਮੀ, ਵੀ ਗੇਵ ਆਵਰ ਬਲੱਡ ਟੂ ਡਿਫੈਂਡ ਇਟਸ ਬਾਰਡਰਸ, ਇਨ ਰਿਟਰਨ ਵੀ ਆਰ ਰਿਵਾਰਡਡ ਵਿਦ ਨਿਗਲੈਕਟ ਐਂਡ ਬਿਟਰੇਅਲ ਕਿ ਸਾਡੇ ਨਾਲ ਬਿਲਕੁਲ ਇਹ ਧੋਖਾ ਹੋ ਰਿਹਾ। ਔਰ ਉਹਨੇ ਕਿਹਾ ਵੀ ਫਿਰ ਪੰਜਾਬ ਦੀ ਸਿਵਲਾਈਜੇਸ਼ਨ ਦੇਖੋ, ਲੋਕਾਂ ਦਾ ਪਾਰਟ ਦੇਖੋ ਕਿ ਵੀ ਅਸੀਂ ਕੋਈ ਵਿਕਟਮ ਕਾਰਡ ਪਲੇ ਨਹੀਂ ਕਰ ਰਹੇ। ਉਹ ਚੜ੍ਹਦੀ ਕਲਾ ਉੱਥੇ ਜਿਹੜੇ ਹੈਲਪ ਕਰ ਰਹੇ ਨੇ ਨਾਲ ਨਾਲ ਉਹ ਸ਼ਬਦ ਪੜ੍ਹ ਰਹੇ ਨੇ, ਸੰਤਾਂ ਕੇ ਕਾਰਜ ਆਪ ਖਲੋਇਆ ਜਾਂ ਜਿਸਕੇ ਸਿਰ ਉੱਪਰ ਤੂੰ ਸੁਆਮੀ, ਉਹ ਸਪਿਰਿਟ, ਉਹ ਚੜ੍ਹਦੀ। ਇਹਨਾਂ ਨੂੰ ਇਹ ਤਾਂ ਸਾਨੂੰ ਰੋਂਦਾ ਖਲਾਂਦਾ ਦੇਖਣਾ ਚਾਹੁੰਦੇ ਨੇ। ਔਰ ਇਹਨਾਂ ਨੇ ਬਾਜ਼ ਪਬਲੀਕੇਸ਼ਨ ਨੇ ਕਿਹਾ ਕਿ ਬਈ ਇਸ ਸਾਰੇ ਦੇ ਵਿੱਚ ਅਸੀਂ ਜਿਹੜਾ ਇਨ ਫੈਕਟ what stands out even more about these floods is how Punjabis have responded. There has been no looting, no fighting, no collapse of social trust. Instead there has been seva, langar and community. ਬਿਲਕੁਲ ਕਿਵੇਂ ਇੱਕ ਦੂਜੇ ਦੀ ਮਦਦ ਦੇ ਉੱਤੇ ਔਰ ਉਵੇਂ ਹੀ ਉਹ ਸਾਰੇ ਨੂੰ ਉਹ ਲੈ ਰਹੇ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਆਮ ਲੋਕ ਉਹੀ ਕਰ ਰਹੇ ਨੇ ਜੋ ਕਰਨਾ ਬਣਦਾ ਹੈ। ਵਲੰਟੀਅਰਸ ਆਰ ਵੇਡਿੰਗ ਥਰੂ ਵੇਸਟ ਡੀਪ ਵਾਟਰ ਟੂ ਡਿਲੀਵਰ ਫੂਡ ਐਂਡ ਮੈਡੀਸਨ। ਗੁਰਦੁਆਰਾਸ ਹੈਵ ਓਪਨਡ देयर ਡੋਰਸ ਟੂ एवरीवन in need. This is high trust society in action. ਇਹ ਹੈ ਆਈਡੀਅਲ ਸੋਸਾਇਟੀ। ਮੁਲਕ ਨਹੀਂ ਹੈ ਜਿਸ ਮੁਲਕ ਦੇ ਤੁਸੀਂ ਆਪਣੇ ਆਪ ਨੂੰ ਵਫਾਦਾਰ ਕਹਿੰਦੇ ਰਹੇ, ਉਹ ਤੁਹਾਨੂੰ ਡੋਬਣ ਤੇ ਆਇਆ, ਭੁੱਖੇ ਮਾਰਨ ਤੇ ਆਇਆ, ਕੋਈ ਰਾਹਤ ਕਾਰਜ ਨਹੀਂ। ਫਿਰ ਜਿਨ੍ਹਾਂ ਨੂੰ ਖਾਲਿਸਤਾਨੀ ਕਹਿ ਕੇ ਇਹ ਭੰਡਦੇ ਨੇ, ਪੰਜਾਬੀਜ਼ ਆਰ ਲੁਕਿੰਗ ਆਫਟਰ ਈਚ ਅਦਰ ਬਿਕੋਜ਼ no one else is here. Here lies the sharpest contrast. The very organizations and people that are routinely called Khalistanis by the Indian state were the first respondents. ਜਿਨ੍ਹਾਂ ਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕਰਦੇ ਨੇ, ਉਹ ਸਭ ਤੋਂ ਪਹਿਲਾਂ ਉੱਥੇ ਜਾ ਕੇ ਪਹੁੰਚੇ। ਫਿਰ ਉਹਨਾਂ ਨੇ ਬਾਕੀਆਂ ਦੀ ਵੀ ਤਾਰੀਫ ਕਰਦੇ। ਅਲਟੀਮੇਟਲੀ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਵਾਟਰਸ ਵਿਲ ਇਵੈਂਚੁਅਲੀ ਰਿਸੀਡ, ਪਾਣੀ ਅਲਟੀਮੇਟਲੀ ਘਟ ਜਾਏਗਾ, ਮਡ ਵਿਲ ਡਰਾਈ, ਜਿਹੜਾ ਚਿੱਕੜ ਹੈ ਉਹ ਵੀ ਸੁੱਕ ਜਾਏਗਾ, ਐਂਡ ਰੀਕਨਸਟਰਕਸ਼ਨ ਵਿਲ ਬਿਗਨ, ਦੁਬਾਰਾ ਮੁੜੋ ਸਾਰੀ ਸ਼ੁਰੂ ਹੋ ਜਾਏਗੀ। ਇਟ ਵਿਲ ਬੀ ਲੌਂਗ ਐਂਡ ਪੇਨਫੁਲ
ਬਟ what cannot return is the status quo। ਜੋ ਕੁਝ ਸੀ ਉਹ ਤਾਂ ਬਰਬਾਦ ਹੋ ਬਰਬਾਦ ਗਿਆ, ਹੋ ਗਿਆ। ਨਵੇਂ ਸਿਰਿਓਂ ਤੁਸੀਂ ਉਹ ਸਾਰੇ ਚ ਪੰਜਾਬ cannot keep sacrificing itself for an ungrateful country। ਵੀ ਕਿੰਨੀ ਕੁ ਦੇਰ ਤੁਸੀਂ ਇਸ ਨਾ ਸ਼ੁਕਰੇ ਮੁਲਕ ਦੇ ਲਈ ਆਪਣੀਆਂ ਕੁਰਬਾਨੀਆਂ ਕਰੋ। The flood has ripped away the last illusions। ਜੇ ਕਿਸੇ ਨੂੰ ਕੋਈ ਥੋੜਾ ਬਹੁਤ ਭੁਲੇਖਾ ਵੀ ਸੀ ਉਹ ਵੀ ਇਹਨਾਂ ਫਲੱਡਸ ਨੇ ਦੂਰ ਕਰ ਦਿੱਤਾ ਹੈ। Sovereignty is no longer an abstract idea। ਪ੍ਰਭੂ ਸਤਾ, ਬਾਦਸ਼ਾਹਤ, ਆਜ਼ਾਦੀ ਕੋਈ ਐਬਸਟ੍ਰੈਕਟ ਆਈਡੀਆ ਨਹੀਂ ਹੈ। It is quickly becoming the only option left ਕਿ ਭਾਈ ਸਾਡੇ ਕੋਲ ਇਹੀ ਇੱਕੋ ਇੱਕ ਆਪਸ਼ਨ ਬਚੀ ਹੈ। ਔਰ ਇਸ ਕਿਸਮ ਦੇ ਲੋਕ ਜਿਹੜੇ ਕਈ ਵਾਰੀ ਸਟਬਰਨ ਟਾਈਪ ਆਰਗੂਮੈਂਟ ਦਿੰਦੇ ਸੀ ਪੰਜਾਬ ਦੀ ਆਜ਼ਾਦੀ ਦੇ ਕਿ ਦਾ ਪੰਜਾਬ ਕੁਡ ਨਾਟ ਇਕਨੋਮਿਕਲੀ ਸਰਵਾਈਵ ਔਨ ਇਟਸ ਓਨ ਐਂਡ ਦੈਟ ਵੀ ਵਰ ਟੂ ਡਿਪੈਂਡੈਂਟ ਔਨ ਇੰਡੀਆ ਕਿ ਜੀ ਅਸੀਂ ਤਾਂ ਇੰਨੇ ਡਿਪੈਂਡੈਂਟ ਆ ਇੰਡੀਆ ਤੇ ਇਸ ਦਾ ਸਰਵਾਈਵ ਹੀ ਨਹੀਂ। ਬਟ ਦਿਸ ਆਰਗੂਮੈਂਟ ਕਲੈਪਸਿਸ ਇਨ ਦਾ ਫੇਸ ਆਫ ਰਿਐਲਿਟੀ। ਬਿਲਕੁਲ ਜੋ ਸਾਹਮਣੇ ਨਜ਼ਰ ਆ ਰਿਹਾ ਉਹਦੇ ਸਾਹਮਣੇ ਇਸ ਜਿਹੜਾ ਆਰਗੂਮੈਂਟ ਦੀਆਂ ਜਿਹੜੀਆਂ ਨੇ ਉਹ ਧੱਜੀਆਂ ਉੱਡ ਜਾਂਦੀਆਂ ਨੇ। What is economical survivor when India is already destroying our economy and flooding our fields every year? ਹਰ ਸਾਲ ਸਾਡੀ ਬਰਬਾਦੀ, ਹਰ ਸਾਲ ਹੜ੍ਹ, ਇਹ ਕਿਹੜੀ ਇਕਨੋਮਿਕਲ ਸਰਵਾਈਵਲ ਇੰਡੀਆ ਨਾਲ ਜੁੜੀ ਹੋਈ ਹੈ? What is dependence when the state refuses to protect or provide relief? ਨਾ ਸਾਨੂੰ ਪ੍ਰੋਟੈਕਟ ਕਰਦੇ ਨੇ, ਨਾ ਸਾਨੂੰ ਰਿਲੀਫ ਦਿੰਦੇ ਨੇ। We were told that being part of India meant security and belonging. Instead, it has meant dispossession and abandonment। ਇਹ ਸਾਡੇ ਨਾਲ ਇਹ ਸਲੂਕ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਫਲੱਡਸ ਨੇ the floods are radicalizing because they expose the entire arrangement between Punjab and India as a lie। If it was not clear post 1947 already, और उन्होंने conclude किया है independence is not the risk, remaining in India is the risk। आज़ादी रिस्क नहीं है, खालिस्तान बनाना रिस्क नहीं है, खालिस्तान रहना रिस्क नहीं है। जे कोई रिस्क है तो इंडिया च रहना है। सो ਅਸੀਂ ਸਮਝਦੇ ਹਾਂ ਕਿ ਭਾਈ ਜੇ ਇਸ ਤਰਾਸਦੀ ਚੋਂ, ਟ੍ਰੈਜਡੀ ਚੋਂ, ਵਾਟਰ ਐਜ਼ ਏ ਵੈਪਨ, ਇੰਡੀਅਨ ਸਟੇਟ ਦੇ ਵੈਪਨ ਤੋਂ ਬਾਅਦ ਜਿਹੜੇ ਭੁਲੇਖੇ 'ਚ ਰਹਿਣ ਵਾਲੇ ਸੀ ਉਹਨਾਂ ਦੇ ਭੁਲੇਖੇ ਦੂਰ ਹੋ ਜਾਣ ਤੇ ਫਿਰ ਵੀ ਇਹ ਵਰਤ ਹੈ ਤੇ ਆਪਣਾ ਮੁਲਕ ਖਾਲਿਸਤਾਨ ਬਣਾਉਣ ਦੇ ਲਈ, ਲਿਬਰੇਟ ਕਰਾਉਣ ਦੇ ਲਈ ਦਰਿਆਏ ਜਮਨਾ ਤੋਂ ਵਾਘਾ ਤੱਕ ਹਰ ਸਿੱਖ ਆਪਣਾ ਯੋਗਦਾਨ ਪਾਏ। ਹਰ ਗਲੀ ਦੇ ਮੋੜ ਤੇ ਸਾਨੂੰ ਇਹ ਰਿਅਲਾਈਜ਼ ਕਰਵਾਇਆ ਜਾਂਦਾ ਹੈ ਕਿ ਅਸੀਂ ਇਹਨਾਂ ਦਾ ਹਿੱਸਾ ਨਹੀਂ, ਅਸੀਂ ਹਾਂ ਵੀ ਨਹੀਂ। ਔਰ ਖਾਲਿਸਤਾਨੀ ਹੋਣਾ, ਖਾਲਿਸਤਾਨੀ ਕੁਆਉਣਾ ਜਾਂ ਕੋਈ ਖਾਲਿਸਤਾਨੀ ਲਕਬ ਕੇ ਇਹ ਫਖਰ ਦਾ ਲਫ਼ਜ਼ ਹੈ ਸਾਡੇ ਲਈ ਕਿ ਭਾਈ ਅਸੀਂ ਆਪਣਾ ਅੱਡ ਮੁਲਕ ਜਿਹੜਾ ਉਹ ਹੁਣ ਬਣਾਉਣ ਦੇ ਲਈ ਬਿਲਕੁਲ ਵਚਨਬੱਧ ਨਹੀਂ, ਅਸੀਂ ਇਸ ਦੇ ਲਈ ਫਾਈਨਲ ਡਿਟਰਮਿੰਡ ਹੈ ਔਰ ਬਹੁਤ ਜਲਦੀ ਅਸੀਂ ਆਪਣੇ ਮੁਲਕ ਖਾਲਿਸਤਾਨ ਨੂੰ ਲਿਬਰੇਟ ਕਰਵਾਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀ ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ
ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਦਾ ਝੰਬਿਆ 56 ਇੰਚ ਛਾਤੀ ਵਾਲਾ ਮੋਦੀ ਹੁਣ ਜਾ ਕੇ ਚੀਨ ਦੇ ਪੈਰੀ ਪੈ ਗਿਆ ਹੈ ਔਰ ਕਿਸ ਕਿਸਮ ਦੀ ਗੁਲਾਮ ਜ਼ੈਨਿਤ ਵਾਲੀ ਨਸਲ ਦੇ ਇਹ ਹਿੰਦੂਤਵੀ ਹਨ। ਯੂ ਟਰਨ ਮਾਰਨ ਵਿੱਚ ਇਹਨਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਤੁਸੀਂ ਜਿਹੜੀ ਗੱਲ ਕਹੀ ਕਿ ਭਾਈ ਕਿਸ ਕਿਸਮ ਦੀ ਇਹ ਨਸਲ ਹੈ, ਬੇਸ਼ਰਮ, ਬੇਹਯਾ, ਝੂਠੇ, ਬੇਗੈਰਤ, ਔਰ ਇਹਨਾਂ ਨੂੰ ਇਨਸਾਨ ਕਹਿਣਾ ਵੀ ਜਿਹੜਾ ਹੈ ਉਹ ਇਨਸਾਨ ਲਫ਼ਜ਼ ਦੀ ਤੌਹੀਨ ਹੈ। ਭਲੇ ਹੋਣਾ ਤਾਂ ਦੂਰ ਦੀ ਗੱਲ, ਔਰ ਇਹਨਾਂ ਦੀ ਫਿਤਰਤ ਦੇ ਵਿੱਚ, ਇਹਨਾਂ ਦੀ ਜ਼ਹਿਨੀਅਤ ਦੇ ਵਿੱਚ ਜਿਹੜਾ ਹੈ ਉਹ ਝੂਠ ਭਰਿਆ ਹੋਇਆ ਹੈ, ਫਰਾਡ ਹੈ, ਧੋਖਾ ਹੈ। ਔਰ ਜਿਵੇਂ ਅਸੀਂ ਪ੍ਰੀਵੀਅਸ ਸੈਗਮੈਂਟ ਦੇ ਵਿੱਚ ਵੀ ਗੱਲ ਕੀਤੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਦੀ ਆਈਡੀਓਲੋਜੀ ਨੂੰ ਡਿਸਕ੍ਰਾਈਬ ਕੀਤਾ ਸੀ ਤੇ ਫਰਮਾਇਆ ਸੀ ਕਿ ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ। ਕਿ ਮੱਥੇ ਤੇ ਟਿੱਕਾ, ਕਖਾਈ, ਧੋਤੀ, ਹੱਥ 'ਚ ਦੀ ਛੁਰੀ ਹੈ, ਜਗਤ ਕਸਾਈ ਹੈ, ਬੁੱਚਰ ਆਫ ਦਾ ਵਰਲਡ। ਔਰ ਜਦੋਂ ਇਹ ਬੁੱਚਰ ਆਫ ਦਾ ਵਰਲਡ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਐਲਾਨਿਆ ਸੀ, ਉਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਉਦੋਂ ਇਹ ਜੁੱਤੀਆਂ ਖਾ ਰਹੇ ਸੀ, ਜੁੱਤੀਆਂ ਚੱਟ ਵੀ ਰਹੇ ਸੀ, ਉਹਨਾਂ ਨੂੰ ਗੁੰਮਰਾਹ ਵੀ ਕਰ ਰਹੇ ਸੀ। ਪਰ ਸੁਸਾਇਟੀ ਦੇ ਇੱਕ ਵੱਡੇ ਹਿੱਸੇ ਦੇ ਉੱਤੇ ਉਹਨਾਂ ਦੀ ਜਿਹੜੀ ਅਜ਼ਾਰੇਦਾਰੀ ਹੈ, ਉਹਨਾਂ ਦੀ ਸਰਦਾਰੀ ਹੈ, ਉਹ ਕਾਇਮ ਸੀ। ਔਰ ਉਹਨੂੰ ਜਿਹੜੇ ਦਿੱਲੀ ਦੇ ਰੂਲਰ ਨੇ ਉਹਨਾਂ ਨੇ ਵੀ ਡਿਸਟਰਬ ਨਹੀਂ ਸੀ ਕੀਤਾ, ਕਿਉਂਕਿ ਇਹਨਾਂ ਨੇ ਉਹਨਾਂ ਦੀ ਖੁਸ਼ਾਮਦ ਦੇ ਵਿੱਚ ਵੀ ਇਹੋ ਜਿਹੇ ਸਲੋਕ ਕੱਢ ਕੇ ਦਿਲੀਸ਼ਵਰ ਹੋ, ਈਸ਼ਵਰ ਹੋ, ਕਿ ਦਿੱਲੀ ਦਾ ਈਸ਼ਵਰ ਹੀ ਰੱਬ ਹੈ, ਉਹਨਾਂ ਦੇ ਵੀ ਜਿਹੜੇ ਆ ਉਹ ਪੈਰ ਫੜੇ ਹੋਏ ਸੀ। ਔਰ ਨਤੀਜੇ ਦੇ ਤੌਰ ਤੇ ਇਸੇ ਨੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਇਹਨਾਂ ਦਾ ਹਾਲ ਦੇਖੋ ਕਿ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੇ ਵੇ ਮਤ ਪਿੱਟੇ ਅੰਨ ਅਸਾਡਾ। ਕਿ ਇਹ ਕੂੜਿਆਰ, ਝੂਠਿਆਂ ਦੇ ਬਾਦਸ਼ਾਹ, ਕੂੜ ਝੂਠ ਨੂੰ ਕਹਿੰਦੇ ਨੇ, ਕਿ ਬਈ ਵੈਸੇ ਇਹਨਾਂ ਨੇ ਆਪਣੀ ਸੁੱਚਮ ਤੇ ਪਵਿੱਤਰਤਾ ਦੇ ਨਾਂ ਥੱਲੇ ਕਾਰ ਵੀ ਕੱਢਦੇ ਨੇ, ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ, ਲੇਕਿਨ ਜਿਨ੍ਹਾਂ ਨੂੰ ਮਲੇਸ਼ ਕਹਿੰਦੇ ਨੇ ਉਹਨਾਂ ਦਾ ਦਿੱਤਾ ਆਹਾਰ ਵੀ ਖਾਂਦੇ ਨੇ, ਉਹਨਾਂ ਦਾ ਕੁੱਠਾ ਮਾਸ ਵੀ ਖਾਂਦੇ ਨੇ, ਉਹਨਾਂ ਦੇ ਦਰਬਾਰਾਂ 'ਚ ਜਾ ਕੇ ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਣ ਲੈ ਪੂਜੇ, ਜਿਨ੍ਹਾਂ ਨੂੰ ਮਲੇਸ਼ ਕਹਿੰਦੇ ਨੇ, ਉਹਨਾਂ ਦੇ ਧਨ ਦੇ ਨਾਲ ਇਹਨਾਂ ਦੇ ਪ੍ਰਾਣ ਜਿਹੜੇ ਨੇ ਉਹ ਪਲਦੇ ਨੇ, ਔਰ ਉਹਨਾਂ ਦਾ ਪਹਿਰਾਵਾ ਵੀ ਪਹਿਨਦੇ ਨੇ, ਉਹਨਾਂ ਦੀ ਬੋਲੀ ਵੀ ਬੋਲਦੇ ਨੇ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ, ਕਿ ਭਾਈ ਤੁਸੀਂ ਜਿਹੜਾ ਆਪਣੀ ਬੋਲੀ ਵੀ ਛੱਡੀ ਹੋਈ ਹੈ, ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਵੀ ਜਿਹਨੂੰ ਮਲੇਛਾਂ ਦੀ ਜ਼ਬਾਨ ਕਹਿੰਦੇ ਉਹ ਤੁਸੀਂ ਅਡਾਪਟ ਵੀ ਕਰਦੇ ਹੋ। ਸੋ ਇਹ ਜਿਹੜਾ ਇਹਨਾਂ ਦਾ ਕਿਰਦਾਰ, ਕਰੈਕਟਰ ਸੀ, ਜਿਹਨੇ ਉਸ ਖਿੱਤੇ ਦੀ ਸੁਸਾਇਟੀ ਨੂੰ 4000 ਸਾਲ ਤੋਂ ਸਾਈਕੋਲੋਜੀਕਲ ਕੈਜੂਅਲਟੀ ਬਣਾਇਆ ਹੋਇਆ ਸੀ, ਮਾਨਸਿਕ ਤੌਰ ਤੇ ਬੌਣੇ, ਔਰ ਅਦਰਵਾਈਜ਼ ਕ੍ਰਿਪਲ ਕੀਤਾ ਹੋਇਆ ਸੀ। ਥਾਟ ਪ੍ਰੋਸੈਸ, ਐਜੂਕੇਸ਼ਨ ਹੀ ਖੋ ਰਹੀ ਹੋਈ ਸੀ, ਐਜੂਕੇਸ਼ਨ ਦੇਣ ਦਾ ਲੈਣ ਦਾ ਹੱਕ ਉਹਨਾਂ ਦੇ ਕੋਲ ਹੀ ਹੈ। ਹੁਣ 78 ਸਾਲ ਪਹਿਲਾਂ ਇਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ, ਇਹਨਾਂ ਨੇ ਕਿਵੇਂ ਉਸ ਦੀ ਕੁਵਰਤੋਂ ਕੀਤੀ। ਕਹਿਣ ਨੂੰ ਤਾਂ ਦੁਨੀਆ ਦੇ ਸੰਵਿਧਾਨਾਂ ਦੀ ਨਕਲ ਮਾਰ ਕੇ ਸਭ ਤੋਂ ਵੱਡੇ ਆਕਾਰ ਵਾਲਾ ਸੰਵਿਧਾਨ ਜੀ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਉਹ ਲਿਖ ਦਿੱਤਾ। ਕਹਿਣ ਨੂੰ ਇਹ ਵੀ ਕਹਿ ਦਿੱਤਾ ਕਿ ਜੀ ਦੇਖੋ ਇਹ ਸੈਕੂਲਰ ਮੁਲਕ ਹੈ, ਉਹ ਵੀ ਲਫ਼ਜ਼ ਵਿੱਚ ਪਾੜ ਦਿੱਤੇ। ਲੇਕਿਨ ਜਦੋਂ ਅਸੀਂ ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਲੈਟਰਸ ਜਿੰਨੇ ਮਰਜ਼ੀ ਖੂਬਸੂਰਤ ਹੋਣ, ਜਿਹੜੀ ਅਲਟੀਮੇਟਲੀ ਉਸ ਦੀ ਇੰਪਲੀਮੈਂਟੇਸ਼ਨ ਹੈ ਉਹ ਕਿਹਨਾਂ ਦੇ ਕੋਲ ਹੈ। ਔਰ ਉਹਦੇ 'ਚ ਤੁਸੀਂ ਦੇਖ ਸਕਦੇ ਹੋ
ਕਿ ਉਸ ਕਨਸਟੀਟਿਊਸ਼ਨ 'ਚੋਂ ਦਲਿਤਾਂ ਦੇ ਲਈ, ਪਛੜੀਆਂ ਸ਼੍ਰੇਣੀਆਂ ਲਈ, ਈਸਾਈਆਂ ਲਈ, ਮੁਸਲਮਾਨਾਂ ਲਈ, ਸਿੱਖਾਂ ਲਈ, ਬੋਧੀਆਂ ਲਈ ਕਿਵੇਂ ਉਸ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਹੀ ਬਦਲ ਜਾਂਦੀ ਹੈ। ਬਿਲਕੁਲ। ਸੁਪਰੀਮ ਕੋਰਟ ਜਿਹੜਾ ਸਭ ਤੋਂ ਵੱਡਾ ਕੋਰਟ ਹੈ, ਤੁਸੀਂ ਦੇਖੋ ਕਿ ਭਾਈ ਉਹ ਜਿਹੜੇ ਦਿੱਲੀ ਦੇ ਵਿੱਚ ਸੋ ਕਾਲਡ ਰਾਇਟ ਇਹਨਾਂ ਨੇ ਕੀਤੇ, ਕਿਲਿੰਗ ਇਹਨਾਂ ਨੇ ਕੀਤੀਆਂ, ਉਹਨਾਂ ਦੇ ਵਿੱਚ ਜਿਹੜੇ ਵਿਚਾਰੇ ਯੂਨੀਵਰਸਿਟੀ ਕੁਝ ਸਟੂਡੈਂਟਸ ਦੂਜੇ ਨੇ 5-5 ਸਾਲ ਉਹਦੀ ਬੇਲ ਸੁਪਰੀਮ ਕੋਰਟ ਵੀ ਨਹੀਂ ਦੇ ਰਹੇ। ਲੇਕਿਨ ਜਿਹੜੇ ਗੋਲੀ ਮਾਰੋ ਸਾਲੋं को और दूसरे ਜਿਹੜੇ ਦੇਸ਼ ਕੇ ਗਦਾरों को ਜਿਹੜੇ ਕਹਿਣ ਵਾਲੇ ਮਿਨਿਸਟਰ ਨੇ, ਦੂਜੇ ਤੀਜੇ ਨੇ, ਜਾਂ ਸਿੱਖਾਂ ਨੂੰ ਸਬਕ ਸਿਖਾਉਣ ਦੀ ਗੱਲ ਕਰਨ ਵਾਲੇ ਨੇ, ਉਹ ਦੰਦਨਾਉਂਦੇ ਫਿਰਦੇ ਨੇ ਸਾਰੇ। ਲੇਕਿਨ ਕਿਸ ਹੱਦ ਤੱਕ ਕਿ ਸ਼ੇਮਲੈਸਲੀ ਇਹਨਾਂ ਨੇ ਹੁਣ ਮੋਦੀ 2014 'ਚ ਪਾਵਰ 'ਚ ਆਇਆ, ਕੰਗਣਾ ਰਣੌਤ ਤੋਂ ਲੈ ਕੇ ਮੋਹਨ ਭਾਗਵਤ ਤੱਕ ਸਾਰਿਆਂ ਦਾ ਇਹ ਕਹਿਣਾ ਕਿ ਜੀ ਇਹ 2014 'ਚ ਭਾਰਤ ਨੂੰ ਅਸਲੀ ਆਜ਼ਾਦੀ ਮਿਲੀ। ਉਹਨਾਂ ਦੇ ਲਈ 47 ਤੋਂ 2014 ਤੱਕ ਵੀ ਜਿਹੜਾ ਹੈ ਉਹ ਕਾਂਗਰਸ ਪੀਰੀਅਡ, ਉਹ ਗੁਲਾਮੀ ਦਾ ਪੀਰੀਅਡ ਹੀ ਹੈ, ਕਿਉਂਕਿ ਹਿੰਦੂਤਵੀਆਂ ਦਾ ਖੁੱਲ੍ਹ ਕੇ ਰਾਜ ਨਹੀਂ ਆਇਆ। ਇਹ ਹੁਣ 2014 ਤੋਂ 11 ਸਾਲ ਹੋ ਗਏ ਨੇ ਜਿਹੜੀ ਇਹਨਾਂ ਦੀ ਪੋਲਿਸੀ। ਹਾਲਾਂ ਉਸ ਤੋਂ ਪਹਿਲਾਂ ਵੀ ਅਟਲ ਬਿਹਾਰੀ ਵਾਜਪਾਈ ਇੱਕ ਵਾਰੀ 13 ਮਹੀਨੇ ਰਿਹਾ ਚੀਫ ਪ੍ਰਾਈਮ ਮਿਨਿਸਟਰ, ਇੱਕ ਵਾਰੀ 13 ਦਿਨ ਰਿਹਾ, ਇੱਕ ਵਾਰੀ ਪੂਰੇ 5 ਸਾਲ ਦੀ ਟਰਮ ਕੀਤੀ, ਪਰ ਉਹਨੂੰ ਵੀ ਨਹੀਂ ਗਿਣਦੇ ਕਿਉਂਕਿ ਉਦੋਂ ਵੀ ਜਿਹੜਾ ਉਹ ਕੋਲੀਸ਼ਨ ਸਰਕਾਰ ਸੀ, ਉਹਨੂੰ ਉਹ ਆਪਣੇ ਹਿੰਦੂਤਵਾ ਦੇ ਏਜੰਡੇ 'ਚ ਨਹੀਂ ਗਿਣਦੇ, ਕਿਉਂਕਿ ਉਹ ਉਹਨਾਂ ਦਾ ਇੱਕ ਬੇਨਾਈਨ ਫੇਸ ਰੱਖਿਆ ਹੋਇਆ ਸੀ ਵਾਜਪਾਈ ਨੂੰ, ਬਾਕੀਆਂ ਨੂੰ ਜਿਹੜਾ ਉਹ ਧੂ ਕੇ ਲਿਆਉਣ ਲਈ, ਜਿਹਦੇ ਥੱਲੇ ਆਪੋਜੀਸ਼ਨ ਵੀ ਫਸੀ, ਅਕਾਲੀ ਵੀ ਫਸੇ, ਔਰ ਫਿਰ ਅੱਜ ਹਾਲ ਉਹਨਾਂ ਖੇਤਰੀ ਪਾਰਟੀਆਂ ਦਾ ਕੀ ਹੋਇਆ, ਅਕਾਲੀਆਂ ਦਾ ਕੀ ਹੈ, ਇਹ ਸਾਹਮਣੇ। ਬਿਲਕੁਲ। ਲੇਕਿਨ 2014 ਤੋਂ ਬਾਅਦ ਡਿਕਲੇਅਰਡਲੀ ਇਹਨਾਂ ਨੇ ਆਪਣੀ ਇੰਟਰਨਲ ਪਾਲਿਸੀ ਤਾਂ ਹਿੰਦੁਸਤਾਨ ਦੀ ਇੰਪਲੀਮੈਂਟ ਕਰਨੀ ਸ਼ੁਰੂ ਕੀਤੀ। ਫੋਰਨ ਪਾਲਿਸੀ ਦੇ ਵਿੱਚ ਵੀ ਉਹਨਾਂ ਨੇ, ਕਿਉਂਕਿ ਨਹਿਰੂ ਨੂੰ ਡਿਸਪਾਈਜ਼ ਵੀ ਕਰਦੇ ਨੇ, ਨਹਿਰੂਵੀਅਨ ਲਾਈਨ ਜਿਹੜੀ ਉਹਨੇ ਕਿਤੇ ਨਾ ਕਿਤੇ ਇੱਕ ਬੈਲੈਂਸ ਇੰਟਰਨੈਸ਼ਨਲੀ ਕੋਲਡ ਵਾਰ ਈਰਾ ਦੇ ਵਿੱਚ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਵਿਚਾਲੇ ਰੱਖਣ ਦੀ ਕੋਸ਼ਿਸ਼ ਕੀਤੀ। ਪਰ ਇਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਦੇਖੋ ਨਹਿਰੂ ਨੇ ਸਰੈਂਡਰ ਕੀਤਾ, 38,000 ਸਕੁਅਰ ਕਿਲੋਮੀਟਰ ਅਕਸਾਈ ਚਿੰਨ ਦਾ ਇਲਾਕਾ ਚੀਨ ਨੂੰ ਦਿੱਤਾ। ਕਸ਼ਮੀਰ ਦੇ ਮੁੱਦੇ ਨੂੰ ਹਮੇਸ਼ਾ ਇਹ ਕਹਿੰਦੇ ਰਹੇ ਕਿ ਜੀ ਉਹਨੇ ਫੌਜ ਨੂੰ ਰੋਕ ਕੇ UN ਸਿਕਿਉਰਿਟੀ ਕਾਉਂਸਲ 'ਚੋਂ ਲੈ ਗਿਆ, ਨਹੀਂ ਤਾਂ ਸਾਰਾ ਕਸ਼ਮੀਰ ਜਿਹੜਾ ਉਹ ਫਤਿਹ ਹੋਣਾ ਚਾਹੀਦਾ ਸੀ। ਨਹਿਰੂ ਨੇ ਲਾਲ ਆਂਖੇ ਕਿਉਂ ਨਹੀਂ ਦਿਖਾਈ ਚੀਨ ਕੋ? ਇਹ ਮੋਦੀ ਦੇ ਤੁਸੀਂ ਕਿੰਨੀਆਂ ਸਟੇਟਮੈਂਟਾਂ ਇਹਨਾਂ ਸਾਰਿਆਂ ਦੀਆਂ ਕੱਢ ਲਓ। ਪਰ ਜਦੋਂ ਜੂਨ 2020 ਦੇ ਵਿੱਚ ਗਲਵਾਨ ਦੇ ਵਿੱਚ ਚੀਨ ਨੇ ਜਿਹੜਾ ਉਹ ਬੜਾ ਸਬਰ ਕੀਤਾ ਇਹਨਾਂ ਦੇ ਨਾਲ ਡੀਲ ਕਰਦੇ ਆ, ਪਰ ਇਹਨਾਂ ਨੂੰ ਨਵਾਂ ਚਾਅ ਚੜਿਆ ਸੀ। ਇਹਨਾਂ ਨੇ ਚੀਨ ਔਰ ਰੂਸ ਨੂੰ ਵੀ ਅੰਗੂਠਾ ਦਿਖਾਣਾ ਸ਼ੁਰੂ ਕੀਤਾ ਕਿਤੇ ਨਾ ਕਿਤੇ, ਔਰ ਅਮਰੀਕਾ ਦੀ ਕੱਛ 'ਚ ਆ ਕੇ ਵੜ ਗਏ, ਔਰ ਖੁੱਲ੍ਹ ਕੇ ਜਿਹੜੀ ਹੈ ਉਹ ਲਾਈਨ ਇਸ ਲੈਵਲ ਦੇ ਉੱਤੇ ਲਈ ਕਿ ਅਲਟੀਮੇਟਲੀ ਐਂ ਲੱਗਦਾ ਸੀ ਕਿ ਵੀ ਬੜੀ ਬੇਸ਼ਰਮੀ ਦੇ ਨਾਲ ਇਹਨਾਂ ਕਹਿਣਾ ਜੀ ਅਸੀਂ ਲਾਰਜੈਸਟ ਡੈਮੋਕ੍ਰੇਸੀ ਹੈ, ਤੁਸੀਂ ਗ੍ਰੇਟੈਸਟ, ਅਸੀਂ ਨੈਚੁਰਲ ਅਲਾਈ ਹੈ। ਅਸੀਂ ਫਿਰ ਉਹਨੇ ਮੋਦੀ ਨੇ G20 ਦੇ ਵੇਲੇ ਬੜੇ ਬੈਨਰ, ਵੀ ਆਰ ਦਾ ਮਦਰ ਆਫ ਡੈਮੋਕ੍ਰੇਸੀ, ਉਹ ਸਾਰਾ ਪਾਰਟ ਵੀ ਪਾਈ। ਹੁਣ ਜੇ ਇਸ ਵੇਲੇ ਕਹਿਣਾ ਹੋਏ ਕਿ ਬਈ ਇਹ ਮਦਰ ਆਫ ਡੈਮੋਕ੍ਰੇਸੀ ਵਾਲੇ ਤੇ ਅਮਰੀਕਾ ਦੇ ਸਟ੍ਰੈਟੇਜਿਕ ਪਾਰਟਨਰ ਕੁਆਡ ਦੇ ਵਿੱਚ ਵੀ ਭੱਜ ਕੇ ਜਿਹੜਾ ਸ਼ਾਮਲ ਹੋਏ, ਅੱਜ ਇਹ ਕਿੱਥੇ ਖੜੇ ਨੇ? ਜਿਹੜੇ ਦੋ ਵਰਸਟ ਜਿਨ੍ਹਾਂ ਨੂੰ ਡਿਕਟੇਟਰਸ ਦੇ ਤੌਰ ਤੇ ਜਾਣਿਆ ਜਾਂਦਾ, ਸ਼ੀ ਜਿਨਪਿੰਗ, ਉਹ ਆਪਣੇ ਮੁਲਕ ਦੇ ਲਿਹਾਜ਼ ਨਾਲ ਠੀਕ ਹੋਏਗਾ, ਲੇਕਿਨ ਡੈਮੋਕ੍ਰੇਸੀ ਨਾਲ ਤਾਂ ਕੋਈ ਚੀਨ ਦਾ ਕੋਈ ਲਗਾਵ ਨਹੀਂ ਹੈ, ਉਹਨਾਂ ਦਾ ਆਪਣਾ ਸਿਸਟਮ ਹੈ। ਪੁਤਿਨ ਜਿਹੜਾ ਲਾਈਫ ਟਾਈਮ ਪ੍ਰੈਜ਼ੀਡੈਂਟ ਉਹ ਵੀ ਹੈ, ਸ਼ੀ ਜਿਨਪਿੰਗ ਵੀ ਲਾਈਫ ਟਾਈਮ ਪ੍ਰੈਜ਼ੀਡੈਂਟ ਹੈ। ਔਰ ਰੂਸ ਦੇ ਵਿੱਚ ਯੂਕਰੇਨੀਅਨ ਨਾਲ ਕੀ ਹੋ ਰਿਹਾ, ਵਿਦਨ ਇਨਰ ਡਾਈਸੈਂਸ਼ਨ ਨਾਲ ਕੀ ਹੁੰਦਾ। ਹੁਣ ਜਿਹੜਾ ਸਵਾਲ ਨਵਾਰੋ ਟ੍ਰੇਡ ਐਡਵਾਈਜ਼ਰ ਨੇ ਵੀ ਪੁੱਛਿਆ, ਦੂਜੇ ਵੀ ਪੁੱਛ ਰਹੇ ਨੇ, ਵੀ ਇਹ ਮੋਦੀ ਜਿਹੜਾ ਕੱਲ ਤੱਕ ਅਮਰੀਕਾ ਦੇ ਨਾਲ ਨੈਚੁਰਲ ਅਲਾਈ ਬਣ ਕੇ ਡੈਮੋਕ੍ਰੇਸੀ ਦੇ ਸਫ਼ਰ ਦਾ ਪਾਂਧੀ ਬਣਿਆ ਹੋਇਆ ਸੀ, ਹੁਣ ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਹੋਈ, ਉੱਥੇ ਭੱਜ ਕੇ ਪਹੁੰਚਿਆ ਪੁਤਿਨ ਦੇ ਨਾਲ ਬੰਦ ਗੱਡੀ ਦੇ ਵਿੱਚ ਵੀ ਜਿਹੜੀ ਹੈ ਉਹ ਲਿਮੋ ਦੇ ਵਿੱਚ 1 ਘੰਟਾ ਜਾਂ ਕਿਹੜੀ ਗੁਫ਼ਤਗੂ ਹੋਈ, ਕੀ ਹੋਈ, ਇਹ ਵੱਖਰੀ ਕਹਾਣੀ। ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ 1 to 1 ਵੀ, ਔਰ ਫਿਰ ਇਹ ਔਰ ਜਿਹੜਾ ਅਜੇ ਕੁਝ ਹਫ਼ਤੇ ਪਹਿਲਾਂ ਮਈ 7, 8, 9, 10 ਨੂੰ ਜਿਹੜਾ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਸੰਦੂਰ ਸੀ, ਜੁੱਤੀਆਂ ਖਾਧੀਆਂ ਪਾਕਿਸਤਾਨ ਤੋਂ,
ਔਰ ਉਹਦੇ 'ਚ ਉਹਨਾਂ ਦਾ ਫੌਜੀ ਚੀਫ ਸਮੇਤ ਦੂਜੇ ਕਹਿ ਰਹੇ ਸੀ ਕਿ ਇੰਡੀਆ ਨੇ ਪਾਕਿਸਤਾਨ ਦਾ ਮੁਕਾਬਲਾ ਨਹੀਂ ਕੀਤਾ, 4 ਮੁਲਕਾਂ ਦਾ ਕੀਤਾ, ਚਾਈਨਾ ਦਾ ਵੀ ਕੀਤਾ। ਚਾਈਨਾ ਨੇ ਸਾਰੀ ਮਦਦ ਕੀਤੀ ਪਾਕਿਸਤਾਨ ਦੀ, ਔਰ ਤੁਰਕੀ ਨੇ ਜਿਹੜਾ ਉਹ ਡਰੋਨ ਦਿੱਤੇ। ਚੌਥਾ ਮੁਲਕ ਨਾਂ ਨਹੀਂ, ਪਹਿਲਾਂ ਮੋਰ ਦੈਨ 3 ਕਿਹਾ ਕਿ ਚਾਈਨਾ ਤਾਂ ਉਹਦਾ ਪਾਰਟਨਰ ਸੀ। ਔਰ ਜਿਸ ਚਾਈਨਾ ਨੂੰ ਇਹ ਬਲੇਮ ਕਰਦੇ ਰਹੇ ਕਿ ਜੀ ਦੇਖੋ ਅਸੀਂ ਜਿਹੜੇ ਪਾਕਿਸਤਾਨ ਵਿੱਚ ਦਹਿਸ਼ਤਗਰਦ ਗਰੁੱਪ ਨੇ ਉਹਨਾਂ ਨੂੰ ਦਹਿਸ਼ਤਗਰਦ ਐਲਾਨਣ ਦੇ ਲਈ ਲਿਆਂਦੇ ਆ ਮਤਾ UN 'ਚ, ਤਾਂ ਚਾਈਨਾ ਜਿਹੜਾ ਉਹ ਵੀਟੋ ਕਰ ਦਿੰਦਾ। ਹੁਣ ਉਹ ਬੇਸ਼ਰਮ ਮੋਦੀ ਚੀਨ ਦੇ ਵਿੱਚ, ਜਿਸ ਨੂੰ ਠੀਕ ਕਿਹਾ ਕਾਂਗਰਸ ਨੇ ਵੀ ਕਿ ਕਾਵਰਡਲੀ ਕਾਊਟਾਉਇੰਗ ਬਿਫੋਰ ਚਾਈਨਾ, ਅਸੀਂ ਦੱਸਿਆ ਸੀ ਵੀ ਕਾਊਟਾਉ ਲਫ਼ਜ਼ ਚਾਈਨੀਜ਼ ਜ਼ਬਾਨ ਦਾ। ਇੱਕ ਜ਼ਮਾਨੇ 'ਚ ਜਦੋਂ ਉਹਨਾਂ ਦੀ ਬਾਦਸ਼ਾਹਤ ਸਿਸਟਮ ਹੁੰਦਾ ਸੀ, ਸੁੰਗ ਡਾਇਨੈਸਟੀ, ਔਰ ਦੂਸਰਾ ਤੇ ਇਹ ਦੱਸਣ ਦੇ ਲਈ ਕਿ ਬਾਦਸ਼ਾਹ ਦੇ ਸਾਹਮਣੇ ਜਦੋਂ ਵੀ ਕੋਈ ਰਾਜਦੂਤ ਜਾਂ ਦੂਜਾ ਆਉਂਦਾ ਸੀ ਗੋਡਿਆਂ ਪਰਨੇ ਹੋ ਜਾਂਦਾ ਸੀ ਤੇ ਐਂ ਜਿਵੇਂ ਰਿੰਗ ਕੇ ਜਾ ਕੇ ਆਪਣੇ ਕ੍ਰੈਡੈਂਸ਼ੀਅਲਸ ਦਿੰਦਾ ਸੀ ਉਹਨੂੰ, ਉਹ ਫਿਰ ਉਹਨੂੰ ਖੜਾ ਕਰਦਾ ਸੀ, ਫਿਰ ਤੋਹਫੇ ਦੇ ਕੇ ਔਰ ਦੂਸਰਾ ਉਹਨੂੰ ਭੇਜਦਾ ਸੀ। ਉਹਨੂੰ ਕਾਊਟਾਉ ਕਹਿੰਦੇ ਨੇ, ਜਿਹਨੂੰ ਅਸੀਂ ਕਹਿੰਦੇ ਆ ਵੀ ਗੋਡਿਆਂ ਪਰਨੇ ਕਰ ਲਿਆ ਜਾਂ ਗੋਡੇ ਲਵਾਤੇ। ਉਹ ਵਰਚੁਅਲੀ ਲਵਾਉਂਦੇ ਸੀ, ਉਹਨਾਂ ਦੇ ਦਰਬਾਰ 'ਚ ਸਿਸਟਮ ਹੀ ਇਹ ਸੀ ਉਹਨਾਂ ਦੀ ਸਾਰੀ। ਹੁਣ ਸ਼ੇਮਲੈਸ ਕਾਊਟਾਉਇੰਗ, ਔਰ ਉੱਥੇ ਮੋਦੀ ਇਹ ਕਹਿ ਰਿਹਾ ਕਿ ਵੀ ਅਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜਿਹੜਾ ਇੰਡੀਆ ਐਂਡ ਚਾਈਨਾ ਆਰ ਵਿਕਟਮਸ ਆਫ ਟੈਰਰਿਜ਼ਮ। PM ਮੋਦੀ ਟੈਲ ਸ਼ੀ ਇਨ ਅ ਸ਼ਿਫਟ ਫਰੋਮ ਰੀਸੈਂਟ ਪੋਜੀਸ਼ਨਸ। ਉਹ ਕਹਿੰਦਾ ਜੀ ਅਸੀਂ ਭਾਰਤ ਤੇ ਚੀਨ ਜਿਹੜੇ ਨੇ ਅਸੀਂ ਦਹਿਸ਼ਤਗਰਦੀ ਦੇ ਵਿਕਟਮ ਹੈ, ਉਸ ਤੋਂ ਪੀੜਤ ਹੈ। ਹੁਣ ਇਹ ਵੀ ਇੰਡੀਅਨ ਮੀਡੀਆ ਦੇ ਕੁਝ ਲੋਕਾਂ ਨੇ ਪੁੱਛਿਆ ਹੈ ਕਿ ਵੀ ਇਹ ਜਿਹੜੀ ਕਿਹੜੀ ਦਹਿਸ਼ਤਗਰਦੀ ਦੀ ਗੱਲ ਕਰ ਰਿਹਾ ਵੀ ਚੀਨ ਤਾਂ ਚੀਨ ਦੇ ਖਿਲਾਫ ਤਿੱਬਤ ਦੀ ਦਹਿਸ਼ਤਗਰਦੀ ਹੈ ਜਿਹਨੂੰ ਇੰਡੀਆ ਸਪੋਰਟ ਕਰਦਾ, ਦਲਾਈ ਲਾਮਾ ਬੈਠਾ ਹੋਇਆ, ਜਾਂ ਉਜਗਰ ਨੇ ਜਿਹਨੂੰ ਇੰਡੀਆ ਕਹਿੰਦਾ ਜੀ ਵਾਇਲੇਟ ਕਰਦੇ ਨੇ ਉਹਨਾਂ ਦੇ ਰਾਈਟ, ਜਾਂ ਬਲੋਚ ਜਿਹੜੇ ਨੇ ਉਹ ਚੀਨ ਦੇ ਕਾਮਿਆਂ ਨੂੰ ਔਰ ਇੰਜੀਨੀਅਰਸ ਨੂੰ ਮਾਰਦੇ ਨੇ ਬਲੋਚਿਸਤਾਨ ਦੇ ਵਿੱਚ, ਜਿਹੜੀ ਇੰਡੀਆ ਸਪੋਰਟਡ ਹੈ। ਹੁਣ ਤਾਂ ਅਮਰੀਕਾ ਨੇ ਉਹਨੂੰ ਦਹਿਸ਼ਤਗਰਦ ਬਣਾ ਦਿੱਤਾ। ਉਹਨਾਂ ਨੇ ਕਿਹਾ ਵੀ ਮੋਦੀ ਨੇ ਇਹ ਤਾਂ ਦੱਸਦਾ ਹੈ ਕਿ ਜੀ ਅਸੀਂ ਦੋਨੋਂ ਹੀ ਵਿਕਟਮ ਹੈ। ਹੁਣ ਉਹ ਚੀਨ ਜਿਹਨੂੰ ਇਹ ਪਾਕਿਸਤਾਨ ਦਾ ਸਾਥੀ ਦੱਸ ਕੇ ਆਪਰੇਸ਼ਨ ਸੰਦੂਰ ਸੋ ਕਾਲ ਲਈ ਜ਼ਿੰਮੇਵਾਰ ਦੱਸਦੇ ਸੀ, ਖੁਦ ਜਿਹਦਾ ਵਿਕਟਮ ਹੋਣ ਦਾ ਦਾਵਾ ਇਹਨਾਂ ਦੇ ਬਾਈਕਾਟ ਕਰਨ ਦੀ ਲਾਈਨ ਸੀ ਚੀਨ ਦੇ ਪ੍ਰੋਡਕਟਸ ਦੀ। ਅੱਜ ਮਹੀਨਾ ਪਹਿਲਾਂ ਇਹ ਕਹਿ ਕੇ ਆਇਆ ਕਿ ਦੇਖੋ अब तो हमारे भगवान भी, गणेश भी छोटी छोटी आंखों वाले जिस मुल्क से आए हैं, हमारे व्यापारी वो चीज़ें मत बेचें। ਹੁਣ ਆਲ ਆਫ ਏ ਸਡਨ ਚੀਨ ਔਰ ਭਾਰਤ, ਤੁਸੀਂ ਇਹਨਾਂ ਤੋਂ ਉਹ ਜਦੋਂ ਅਸੀਂ 47 ਦੌਰ ਦੀ ਆਪਣੀ ਲੀਡਰਸ਼ਿਪ ਦੀ ਬਲੰਡਰ ਕਰਨ ਦੀ ਗੱਲ ਕਰਦੇ ਹਾਂ ਤਾਂ ਇਹੀ ਹੈ ਕਿ ਵੀ ਵਾਹ ਕਿਹਨਾਂ ਨਾਲ ਹੈ ਕਿ ਬਾਤ ਐਸੀ कीजिए हर बात के 100 पहलू हों, कोई पहलू तो रहे बात बदलने के लिए। बिल्कुल। और उत्थे हुण ये विक्टम बनया होया जाके कि जी चीन भी विक्टम हो गया टैररिज्म का और दूसरे का, तो नाल दी नाल पहला बड़ा जी असी दहशतगर्दी के उत्ते गल करांगे। उन्होंने कहा जी पहलगाम दी नूं भी कंडैम कीता, पर जो ये क्लेम कर कौन दहशतगर्दी नूं कंडैम नहीं करेगा, लेकिन कोई पाकिस्तान तो पहलगाम ਲਈ ਜ਼ਿੰਮੇਵਾਰ ਨਹੀਂ, ਉਹ ਸਟੇਟਮੈਂਟ ਵੀ ਨਹੀਂ ਹੈ। ਨਾਲ ਦੀ ਨਾਲ ਜਿਹੜੀ ਜ਼ਾਫਰ ਐਕਸਪ੍ਰੈਸ ਗੱਡੀ ਦੇ ਵਿੱਚ ਮਾਰੇ ਗਏ ਉਹਨੂੰ ਵੀ ਉਹਨਾਂ ਨੇ ਸ਼ਾਮਲ ਕਰਤਾ ਸਟੇਟਮੈਂਟਸ। ਇਹ ਇਹਨਾਂ ਦੀ ਪ੍ਰਾਪਤੀ ਹੈ। ਫਿਰ ਪੁਤਿਨ ਦੇ ਨਾਲ ਮਿਲ ਕੇ ਨਾਟ ਫॉर द ਈਅਰਸ ਆਫ ਅਦਰਸ, ਮੋਦੀ ਪੁਤਿਨ ਹੋਲਡ 60 ਮਿੰਟ ਟਾਕਸ ਇਨ ਲਿਮੋ ਦੇ ਵਿੱਚ ਬੈਠ ਕੇ 60 ਮਿੰਟ ਗੱਲਬਾਤ ਕਰਦੇ ਨੇ। ਔਰ ਨਾਲ ਦੀ ਨਾਲ ਜਿਹੜਾ ਮੋਦੀ ਕਹਿ ਰਿਹਾ नो मोर डबल स्टैंडर्ड्स ऑन टेरर, PM ਮੋਦੀ ਐਟ SCO ਮੀਟ, ਕੋਈ ਡਬਲ ਸਟੈਂਡਰਡ ਨਹੀਂ ਹੋਣਗੇ। ਪਰ ਜਾ ਕੇ ਕੰਪਲੀਟ ਸਰੈਂਡਰ ਜਿਹੜਾ ਕਾਂਗਰਸ ਨੇ ਕਿਹਾ, ਕਾਂਗਰਸ ਐਕਿਊਜ਼ਸ ਮੋਦੀ ਗਵਰਨਮੈਂਟ ਆਫ ਕਾਵਰਡਲੀ ਕਾਊਟਾਉਇੰਗ ਟੂ ਚਾਈਨਾ, ਕਾਵਰਡਲੀ ਕਿ ਵੀ ਕਾਇਰਾਨਾ ਅੰਦਾਜ਼ ਦੇ ਵਿੱਚ ਜਾ ਕੇ ਉਹਨੇ ਚੀਨ ਦੇ ਅੱਗੇ ਗੋਡੇ ਟੇਕੇ ਨੇ। ਔਰ ਇਹ ਜਿਹੜਾ SCO ਦੀ ਡੈਕਲੇਰੇਸ਼ਨ ਦੇ ਉੱਤੇ ਵੀ ਦਸਤਖਤ ਕੀਤੇ। ਔਰ ਮੋਦੀ ਜਿਹੜਾ ਖੁਦ ਜਿਹੜਾ ਉਹ ਟਵੀਟ ਕਰ ਰਿਹਾ ਹੈ ਕਿ ਡਿਊਰਿੰਗ ਦਾ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਸਮਿਟ ਇਨ ਤਿਆਨਜਿਨ ਆਈ ਹੈਲਡ ਏ ਫਰੂਟਫੁਲ ਮੀਟਿੰਗ ਵਿਦ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ। 7 ਸਾਲ ਬਾਅਦ ਜਿਹੜਾ ਉਹ ਮੁਲਾਕਾਤ ਇਹ ਗਿਆ ਹੈ ਉਧਰ ਚਾਈਨਾ। 2020 ਦੇ ਵਿੱਚ
4000 ਸਕੁਅਰ ਕਿਲੋਮੀਟਰ ਇਸ ਪੀਰੀਅਡ 'ਚ ਗਲਵਾਨ ਦੂਜਾ ਬਾਈਕਾਟ ਸਭ, ਕਿਉਂਕਿ ਅਮਰੀਕਾ ਦੇ ਨੇ ਛਤਰੋਲ ਕੀਤੀ ਹੈ ਤੇ ਜਾ ਕੇ ਚੀਨਮ ਸ਼ਰਣਮ ਗੱਛਾਮੀ ਉਹਨਾਂ ਦੇ ਪੈਰ ਫੜ ਲਏ ਨੇ। ਔਰ ਇਹ ਕਹਿ ਰਿਹਾ ਕਿ ਆਈ ਹੈਲਡ ਏ ਫਰੂਟਫੁਲ ਮੀਟਿੰਗ ਵਿਦ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ, we reviewed the positive momentum in the development of China-India relations. बड़ी positive development हो रही हैं. Since our last meeting in Kazan, we agreed that maintaining peace and tranquility in the border areas is very important and reaffirmed our commitment to strengthening cooperation on the basis of mutual respect, benefit and win-win results and mutual understanding. ਕਿ ਸਾਡੇ win-win ਹੋਣ, ਉਹ ਵੀ ਜਿੱਤੇ ਅਸੀਂ ਵੀ ਜਿੱਤੇ। ਇਹ ਹੁਣ ਵੀ ਕਿੰਨੀ ਤੇਜ਼ੀ ਨਾਲ, ਔਰ ਜਿਹੜੇ ਲੋਕ ਇਹਨਾਂ ਦੇ ਬਿਆਨਾਂ ਦੇ ਉੱਤੇ ਯਕੀਨ ਕਰਦੇ ਨੇ, ਉਹਨਾਂ ਨੂੰ ਉਹ ਸਮਝਦੇ ਨੇ ਕਿ ਭਾਈ ਇਹ ਜਿਹੜਾ ਸਾਡਾ ਲੀਡਰ ਹੈ ਜਾਂ ਇਹ ਕੋਈ ਪਾਲਿਸੀ ਹੈ, ਉਹ ਲੋਕ ਵੀ ਇਸ ਗੱਲ ਦੇ ਉੱਤੇ ਜ਼ਰੂਰ ਜਿਹੜੇ ਥੋੜੇ ਬਹੁਤ ਅਕਲ ਰੱਖਦੇ ਨੇ ਉਹ ਮੰਨਦੇ ਵੀ ਨੇ ਕਿ ਭਾਈ ਇਹ ਸਾਰਾ ਪਾਰਟ ਚੱਲ ਕੀ ਰਿਹਾ ਵੀ ਕੱਲ ਤੱਕ ਇੱਕ ਪਾਸੇ ਅਮਰੀਕਾ ਦੇ ਨਾਲ ਦੇ ਗੁਣਗਾਨ ਦੀ ਲਾਈਨ ਸੀ, ਅਜੇ ਤਾਂ ਕੁਝ ਹਫ਼ਤੇ ਪਹਿਲਾਂ ਤੱਕ ਅਬ ਕੀ ਬਾਰ ਟਰੰਪ ਸਰਕਾਰ, ਨਮਸਤੇ ਟਰੰਪ, ਦੂਜੇ ਹੁਣ ਉਹ ਦੋ ਡਿਕਟੇਟਰਾਂ ਦੇ ਵਿਚਾਲੇ ਖਲੋਤਾ ਹੈ। ਪੁਤਿਨ ਇੱਕ ਪਾਸੇ ਪੁਤਿਨ ਹੈ, ਇੱਕ ਪਾਸੇ ਸ਼ੀ ਜਿਨਪਿੰਗ ਹੈ। ਫਿਰ ਲੋਕ ਇਹ ਵੀ ਪੁੱਛ ਰਹੇ ਨੇ ਵੀ ਉਹ ਐਸ ਜੈਸ਼ੰਕਰ ਕਿੱਥੇ ਗਿਆ, ਚੀਨੀ ਜ਼ਬਾਨ ਬੋਲਣ ਵਾਲਾ ਜਿਹੜਾ ਐਂਬੈਸਡਰ ਵੀ ਸੀ ਤੇ ਜਿਹਨੇ ਸਾਰੀ ਨੀਤੀ ਬਣਾਈ, ਨਾ ਉਹ ਜਾਪਾਨ ਦੇ ਦੌਰੇ ਵੇਲੇ ਨਾਲ ਸੀ ਨਾ ਚੀਨ ਦੇ ਦੌਰੇ ਵੇਲੇ ਨਾਲ ਸੀ। ਪਰ ਗੱਲ ਉਹੀ ਹੈ ਅਲਟੀਮੇਟਲੀ ਵੀ ਤੁਸੀਂ ਜਦੋਂ ਬਿਲਕੁਲ ਕੋਈ ਬੇਸ਼ਰਮ ਮੁਨਕਰ ਹੋਣ ਵਾਲਾ ਨਿਰਲੱਜ ਹੋਏ, ਤੇ ਪੰਜਾਬੀ 'ਚ ਕਹਿੰਦੇ ਨੇ ਕਿ ਮਰ ਗਏ ਤੇ ਮੁੱਕਰ ਗਏ ਦਾ ਕੀ ਹੈ, ਕਿ ਵੀ ਉਹਨਾਂ 'ਚ ਕੋਈ ਫਰਕ ਨਹੀਂ ਹੁੰਦਾ, ਕੋਈ ਮਰ ਗਿਆ ਕਿ ਮੁੱਕਰ ਗਿਆ, ਉਹ ਇੱਕੋ ਹੀ ਕੈਟਾਗਰੀ ਹੈ। ਇਹਦੇ 'ਚ ਹੀ ਇਹ ਸਾਰੇ ਫਿੱਟ ਹੁੰਦੇ ਨੇ ਹਿੰਦੂਤਵ ਹੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਵੀਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੂੰ ਭਾਰਤ ਨੂੰ ਲਗਾਤਾਰ ਉਸ ਦੀ ਔਕਾਤ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ। ਔਰ ਪ੍ਰੈਜ਼ੀਡੈਂਟ ਟਰੰਪ ਦੇ ਐਡਵਾਈਜ਼ਰ ਨਵਾਰੋ ਦਾ ਕਹਿਣਾ ਹੈ ਕਿ ਭਾਰਤੀ ਹਾਕਮ ਆਮ ਲੋਕਾਂ ਨਾਲ ਧੋਖਾ ਕਰ ਰਹੇ ਹਨ ਔਰ ਰੂਸ ਨਾਲ ਤੇਲ ਦਾ ਵਪਾਰ ਕਰਕੇ ਬ੍ਰਾਹਮਣ ਖੂਬ ਮੁਨਾਫਾ ਕਮਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਜਦੋਂ ਲਗਭਗ 4 ਦਹਾਕੇ ਪਹਿਲਾਂ ਅਸੀਂ ਲਫ਼ਜ਼ ਬ੍ਰਾਹਮਣਵਾਦ ਇਸਤੇਮਾਲ ਕਰਨਾ ਸ਼ੁਰੂ ਕੀਤਾ ਕਿ ਭਾਈ ਅਸਲੀ ਦੁਸ਼ਮਣ ਬ੍ਰਾਹਮਣਵਾਦ ਹੈ, ਤੇ ਸਾਡੇ 'ਚੋਂ ਵੀ ਇੱਕ ਤਬਕਾ ਜਿਹੜਾ ਬ੍ਰਾਹਮਣਵਾਦ ਨੂੰ ਵੀ ਸਮਝਦਾ ਸੀ ਵੀ ਅਸੀਂ ਕੋਈ ਸ਼ਾਇਦ ਨਸਲੀ ਨਫ਼ਰਤ ਦਾ ਲਫ਼ਜ਼ ਕਹਿ ਰਹੇ ਹਾਂ, ਉਹਨਾਂ ਨੂੰ ਕਨਵਿੰਸ ਕਰਨਾ ਪੈਂਦਾ ਸੀ ਕਿ ਇਸ ਦਾ ਮਤਲਬ ਕਿਸੇ ਇੱਕ ਦਾ ਜਾਂ ਕਿਸੇ ਦਾ ਵਿਰੋਧ ਨਹੀਂ ਹੈ।
ਇਹ ਇੱਕ ਆਈਡੀਓਲੋਜੀ ਹੈ, ਵਿਚਾਰਧਾਰਾ ਹੈ। ਜਿਵੇਂ ਕਮਿਊਨਿਜ਼ਮ ਹੈ, ਫਾਸ਼ਿਜ਼ਮ ਹੈ, ਨਾਜ਼ੀਜ਼ਮ ਹੈ, ਇਸੇ ਤਰ੍ਹਾਂ ਬ੍ਰਾਹਮਣਵਾਦ ਇੱਕ ਵਿਚਾਰਧਾਰਾ ਹੈ। ਬਾਕੀ ਤਾਂ 20ਵੀਂ ਸਦੀ ਦੇ ਵਿੱਚ ਨਾਜ਼ੀਜ਼ਮ, ਫਾਸ਼ਿਜ਼ਮ ਉੱਠੇ, ਹਿਟਲਰ ਜਾਂ ਮੁਸੋਲਿਨੀ ਦੇ ਫਾਰਮ 'ਚ ਉਹਨਾਂ ਦਾ ਐਂਡ ਵੀ ਹੋਇਆ। ਰੇਸਿਜ਼ਮ ਆਪਣੇ ਢੰਗ ਦੇ ਨਾਲ ਕਿਤੇ ਨਾ ਕਿਤੇ ਹੈ, ਲੇਕਿਨ ਕਾਨੂੰਨੀ ਤੌਰ ਤੇ ਸਾਊਥ ਅਫਰੀਕਾ ਲਾਸਟ ਮੁਲਕ ਸੀ ਜਿਸ 'ਚ ਅਪਾਰਥਾਈਡ ਖਤਮ ਹੋਇਆ। ਪਰ ਅਸੀਂ ਕਿਹਾ ਵੀ ਬ੍ਰਾਹਮਣਿਜ਼ਮ ਤਾਂ ਉਹ ਆਈਡੀਓਲੋਜੀ ਹੈ ਜਿਹੜੀ ਧਰਮ ਦੇ ਨਾਲ ਵੀਵਨ ਹੈ ਔਰ 3500 4000 ਸਾਲ ਤੋਂ ਐਗਜ਼ਿਸਟ ਕਰਦੀ ਹੈ। ਉਹ ਹਿੰਦੂ ਹੋ ਹੀ ਨਹੀਂ ਸਕਦਾ ਜਿਹੜਾ ਕਾਸਟ ਸਿਸਟਮ 'ਚ, ਕਿ ਉਹਨਾਂ ਦੀ ਰੀੜ੍ਹ ਦੀ ਹੱਡੀ ਆ। ਔਰ ਈਵਨ ਗਾਂਧੀ, ਉਹਦੀਆਂ ਤੁਸੀਂ ਜਿੰਨੀਆਂ ਮਰਜ਼ੀ ਲਿਖਤਾਂ ਦੇਖ ਲਓ, ਉਹ ਅਲਟੀਮੇਟਲੀ ਕਾਸਟ ਸਿਸਟਮ ਦਾ ਹਾਮੀ ਹੈ ਔਰ ਉਹ ਕਹਿੰਦਾ ਕਿ ਜੀ ਉਹਨੇ ਹੀ ਸਾਡੇ ਹਿੰਦੂ ਸਮਾਜ ਨੂੰ ਬਚਾਇਆ ਜੀ। ਔਰ ਅਸੀਂ ਜਦੋਂ ਇਹ ਐਕਸਪਲੇਨ ਕਰਦੇ ਸੀ ਕਿ ਵੀ ਇਹ ਜਿਹੜਾ ਬ੍ਰਾਹਮਣਿਜ਼ਮ ਹੈ, ਜਿਹਨੂੰ ਇਹਨਾਂ ਨੇ ਸਾਵਰਕਰ ਨੇ ਹਿੰਦੂਤਵਾ ਆਈਡੀਓਲੋਜੀ ਦੇ ਨਾਲ ਜੋੜਿਆ, ਔਰ ਅੱਜ 2014 ਤੋਂ ਬਾਅਦ ਹਿੰਦੂਤਵਾ ਲਫ਼ਜ਼ ਜ਼ਿਆਦਾ ਕਾਮਨ ਹੈ, ਪਰ ਇਹ ਉਸ ਦੀ ਸਿੱਕੇ ਦੇ ਦੋ ਪਹਿਲੂ ਨੇ। ਉਹ ਇੱਕੋ ਹੀ ਬ੍ਰਾਹਮਣਿਜ਼ਮ ਔਰ ਹਿੰਦੂਤਵਾ ਦਾ ਮਤਲਬ ਉਹੀ ਹੈ ਕਿ ਉਹ ਸਿਸਟਮ ਜਿਹੜਾ ਮਨੂ ਸਮ੍ਰਿਤੀ ਤੇ ਬੇਸਡ, ਜਿਸ ਦੀ ਟੌਪ ਦੇ ਉੱਤੇ ਬ੍ਰਾਹਮਣ ਬੈਠਾ ਹੈ, ਜਿਹੜਾ 4-5% ਤੋਂ ਜ਼ਿਆਦਾ ਨਹੀਂ ਹੈ, ਔਰ ਜਿਸ ਨੇ ਜਿਹੜਾ ਉਸ ਦੀ ਡੋਮੀਨੈਂਸ ਹਰ ਖੇਤਰ ਦੇ ਵਿੱਚ, ਉਹ ਧਾਰਮਿਕ, ਸਮਾਜਿਕ, ਕਲਚਰਲ, ਫਾਈਨੈਂਸ਼ੀਅਲ, ਮੋਰਲ, ਜਨਮ ਤੋਂ ਪਹਿਲਾਂ, ਮਰਨ ਤੋਂ ਬਾਅਦ, ਸਾਰੇ ਦੇ ਉੱਤੇ ਜਿਹੜਾ ਬ੍ਰਾਹਮਣ ਹੈ ਉਹ ਕਬਜ਼ਾ ਕਰਕੇ ਬੈਠਾ ਹੈ ਔਰ ਉਹ ਸੁਪਰ ਹਿਊਮਨ ਬੀਇੰਗ ਹੈ। ਔਰ ਉਸ ਦੇ ਸਾਹਮਣੇ ਬਾਕੀ ਜਿਹੜੇ ਨੇ, ਉਹਨੂੰ ਮਰਡਰ ਵੀ ਮੁਆਫ ਹੈ, ਉਹਨੂੰ ਜਬਰ ਜਨਾਹ ਵੀ ਮੁਆਫ ਹੈ, ਉਹਨੂੰ ਦੂਸਰਾ ਵੀ ਮੁਆਫ ਹੈ। ਔਰ ਕਿਉਂਕਿ ਇਸ ਬ੍ਰਾਹਮਣਵਾਦ ਦੀ ਆਈਡੀਓਲੋਜੀ ਨੂੰ ਜਦੋਂ ਵੈਸਟ ਨੇ ਔਰ ਅਮਰੀਕਨਾਂ ਨੇ ਵੀ ਸਮਝਣਾ ਸ਼ੁਰੂ ਕੀਤਾ ਔਰ ਇਹਨਾਂ ਨੇ ਵੀ ਦੇਖਿਆ, ਜਦੋਂ ਖਾਸ ਤੌਰ ਤੇ ਨਿਊ ਇੰਗਲੈਂਡ ਦੇ ਵਿੱਚ ਜਾਂ ਬੋਸਟਨ, ਜਿਹੜੇ ਬਹੁਤ ਹਾਈ ਐਲੀਟ ਟੱਬਰਾਂ ਦੇ ਆ ਕੇ ਬੈਠਦੇ ਸੀ, ਐਲੀਟ ਟਾਈਪ ਦੀ ਐਜੂਕੇਸ਼ਨ ਲੈਂਦੇ ਸੀ, ਫਿਰ ਡਿਸੀਜਨ ਮੇਕਿੰਗ ਦੇ ਉੱਤੇ ਬੈਠੇ ਹੁੰਦੇ ਸੀ ਔਰ ਉਸ ਡਿਸੀਜਨ ਮੇਕਿੰਗ 'ਚ ਉਹ ਜਿਹੜੀ ਆ ਪ੍ਰੋਫਿਟਿੰਗ ਕਰਦੇ ਸੀ, ਉਹ ਰੂਲ ਕਰਦੇ ਸੀ। ਤੇ ਉਹਨਾਂ ਲਈ ਟਰਮ ਇਹਨਾਂ ਨੇ, ਅਮਰੀਕਨਾਂ ਨੇ ਹੀ ਘੜੀ ਬੋਸਟਨ ਬ੍ਰਾਹਮਨਸ। ਹੁਣ ਜ਼ਾਹਰ ਹੈ ਵੀ ਆਇਆ ਤਾਂ ਉੱਥੋਂ ਹੀ ਕਿ ਵੀ ਇਹ ਬ੍ਰਾਹਮਣ ਜਿਹੜੇ ਨੇ ਪ੍ਰਿਵਿਲੇਜ ਕਲਾਸ ਹੈ, ਇਹਨਾਂ ਨੇ ਬਾਕੀ ਸਭ ਨੂੰ ਦਬੇਲ ਬਣਾਇਆ ਹੋਇਆ ਔਰ ਇਹ ਇੱਕ ਐਲੀਟ ਕਲਾਸ ਹੈ। ਉਹ ਬੋਸਟਨ ਬ੍ਰਾਹਮਨਸ ਉਹਨਾਂ ਨੂੰ ਕਹਿਣ ਲੱਗੇ ਕਿ ਜਿਹੜੇ ਇਹਨਾਂ ਦੀ ਸੁਸਾਇਟੀ 'ਚ ਵੀ ਡੋਮੀਨੇਟ ਕਰਦੇ ਨੇ। ਹੁਣ ਬੋਸਟਨ ਲਫ਼ਜ਼ ਵੀ ਵਿੱਚੋਂ ਗਾਇਬ ਹੋ ਗਿਆ। ਕਿਹਨੇ ਕੀਤਾ? ਪੀਟਰ ਨਵਾਰੋ ਨੇ, ਪੀਟਰ ਜਾਂ ਨਵਾਰੋ, ਜਿਹੜੇ ਟਰੰਪ ਦੀ ਜੇ ਕਹਿਣਾ ਹੋਵੇ ਕਿ ਹਿਜ਼ ਮਾਸਟਰਸ ਵੌਇਸ, ਉਹ ਰੁਤਬਾ ਰੱਖਦੇ ਨੇ, ਵੈਰੀ ਕਲੋਜ਼ ਵਾਈਟ ਹਾਊਸ ਐਡਵਾਈਜ਼ਰ ਕਰਕੇ ਜਾਣੇ ਜਾਂਦੇ ਨੇ। ਇਸ ਪੀਰੀਅਡ ਦੇ ਵਿੱਚ ਇੰਡੀਆ ਦੀ, ਔਰ ਇਹ ਕੋਈ ਐਵੇਂ ਕਿਵੇਂ ਦੇ ਲੋਕ ਨਹੀਂ ਨੇ, ਇਹ ਸਕਾਲਰਲੀ ਲੋਕ ਨੇ, ਸਿਸਟਮ ਸਾਰੇ ਨੂੰ ਸਮਝਦੇ ਨੇ। ਇੱਕ ਪਾਸੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇੱਕ ਤਬਕਾ ਜਿਵੇਂ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੈਕ ਸਲੀਵਾਨ ਜਾਂ ਦੂਸਰੇ ਲੋਕ ਜਿਹੜੇ ਨੇ, ਉਹ ਇਹ ਕਹਿ ਰਹੇ ਨੇ, ਦੇਖੋ ਜੀ ਟਰੰਪ ਨੇ ਤਾਂ 25 ਸਾਲਾਂ ਦੀ ਜਿਹੜੀ ਨੀਤੀ ਸੀ ਇੰਡੀਆ ਨੂੰ ਪਸਵਾਉਣ ਦੀ ਔਰ ਨੇੜੇ ਲਿਆਉਣ ਦੀ, ਇਹਨੇ ਇੱਕ ਠੁੱਡ ਮਾਰ ਕੇ ਸਾਰੇ ਉਹ ਰਿਲੇਸ਼ਨਸ਼ਿਪ ਖਤਮ ਕਰਤੀ। ਇਸ ਲਈ ਕਿ 25 ਸਾਲ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ। ਪਹਿਲਾਂ ਵੀ ਸਮਝ ਸੀ, ਪਰ ਜਿਹੜੇ ਇਸ ਕਿਸਮ ਦੇ ਜਿਹੜੇ ਇਹਨਾਂ ਨੇ ਆਪਣੇ ਟਰੋਜਨ ਹੋਰਸ ਇੰਡੀਆ ਨੇ ਸੌਫਟ ਪਾਵਰ ਦੇ ਰੂਪ 'ਚ ਡੈਮੋਕ੍ਰੈਟਾਂ 'ਚ ਵਾੜੇ ਹੋਏ ਸੀ, ਉਹ ਇਵੇਂ ਹੀ ਸੀ ਕਿ ਜੀ ਉਹ ਲਾਰਜੈਸਟ ਡੈਮੋਕ੍ਰੇਸੀ, ਅਸੀਂ ਗ੍ਰੇਟ ਟੂ ਮੇਕ ਇੰਡੀਆ ਨੂੰ ਸਟਰੋਂਗ ਕਰੋ, ਬੁਲਵਾਕ ਅਗੇਂਸਟ ਚਾਈਨਾ ਬਣਾਉਣ ਦੇ, ਜਾਂ ਇਹ ਸਾਰਾ ਹੋਏ। ਲੇਕਿਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਕੀ ਲੋਕ ਨੇ, ਇਨਸਾਈਡਰ, ਉਹਨਾਂ ਨੂੰ ਇੰਡੀਆ ਬਾਰੇ ਬਹੁਤ ਚੰਗੀ ਤਰ੍ਹਾਂ ਸਮਝ ਆ ਵੀ ਇਹਨਾਂ ਦੇ ਪੱਲੇ ਵੀ ਕੁਛ ਨਹੀਂ ਹੈ। ਇਹ ਤਾਂ ਖੁਦ ਜਿਹੜੇ ਨੇ, ਔਰ ਜਿਹੜੀ ਬ੍ਰਾਹਮਣਿਜ਼ਮ ਦੀ ਆਈਡੀਓਲੋਜੀ ਹੈ ਉਹ ਕਮਿਊਨਿਜ਼ਮ ਜਾਂ ਡਿਕਟੇਟਰਸ਼ਿਪ ਨਾਲੋਂ ਵੀ ਖਤਰਨਾਕ ਹੈ। ਉਹ ਤਾਂ ਤੁਹਾਨੂੰ ਸਾਈਕੋਲੋਜੀਕਲ ਕੈਜੂਅਲਟੀ ਬਣਾ ਦਿੰਦੀ ਹੈ, ਤੁਹਾਨੂੰ ਉੱਠਣ ਹੀ ਨਹੀਂ ਦਿੰਦੀ, ਬੰਦੇ ਨੂੰ ਬੰਦਾ ਹੀ ਨਹੀਂ ਸਮਝਦੀ। ਦੂਸਰੇ ਸਿਸਟਮ ਦੇ ਵਿੱਚ ਤਾਂ ਪਾਵਰ ਕੰਟਰੋਲ ਹੈ, ਸਿੱਧਾ ਸਿੱਧਾ, ਉਹ ਅਦਰਵਾਈਜ਼ ਤਾਂ ਕੋਈ ਇੰਟਰਫੀਅਰ ਨਹੀਂ ਕਰਦੇ ਲੋਕਾਂ ਦੇ। ਜੀ ਹਾਂ, ਪਾਵਰ ਸਟਰਕਚਰ ਦੇ ਉੱਤੇ ਉਹਨਾਂ ਦਾ ਹੋਲਡ ਹੈ। ਇੱਥੇ ਤਾਂ ਹਰ ਲੈਵਲ ਦੇ ਉੱਤੇ ਉਹਨਾਂ ਨੇ ਤੁਹਾਨੂੰ ਕੰਟਰੋਲ ਕੀਤਾ ਹੋਇਆ। ਔਰ ਇਸ ਪੀਰੀਅਡ 'ਚ ਪਿਛਲੇ ਕੁਛ ਹਫ਼ਤਿਆਂ 'ਚ ਪੀਟਰ ਨਵਾਰੋ ਨੇ ਲਗਭਗ 9 ਟਵੀਟ ਕੀਤੇ ਨੇ। ਉਹਨੇ ਇੰਡੀਆ ਨੂੰ ਰਸ਼ੀਆ ਦਾ ਲਾਂਡਰਮੈਟ ਕਿਹਾ। ਉਹਨੇ ਕਿਹਾ ਕਿ ਵੀ ਇਹ ਮੋਦੀ ਦੀ ਜੰਗ ਹੈ, ਜਿਹੜੀ ਯੂਕਰੇਨ ਵਾਰ, ਇਟਸ ਮੋਦੀਜ਼ ਵਾਰ ਜਾਂ ਦੂਜਾ। ਔਰ ਜਿਹੜਾ ਦੋ ਉਹਨਾਂ ਦੇ ਲੇਟੈਸਟ ਜਿਹੜੇ ਟਵੀਟ ਨੇ, ਉਹਨਾਂ ਦੇ ਉੱਤੇ ਕਾਫੀ ਭਾਰਤ ਦੇ ਵਿੱਚ ਰੌਲਾ ਪਿਆ
ਇੱਕ ਉਹਨਾਂ ਨੇ ਜਿਹੜਾ ਫੌਕਸ ਨਿਊਜ਼ ਨੂੰ ਇੰਟਰਵਿਊ ਦੇ ਵਿੱਚ ਵੀ ਇਹ ਕਿਹਾ, ਬ੍ਰਾਹਮਨਸ ਪ੍ਰੋਫਿਟੀਰਿੰਗ ਆਫ ਇੰਡੀਅਨ ਪੀਪਲ, ਵਾਈਟ ਹਾਊਸ ਟ੍ਰੇਡ ਐਡਵਾਈਜ਼ਰ ਪੀਟਰ ਨਵਾਰੋ। ਉਹਨਾਂ ਨੇ ਕਿਹਾ ਕਿ ਇਹ ਬਾਹਮਣ ਜਿਹੜੇ ਨੇ ਇਹ ਲੋਕਾਂ ਦੇ ਸਿਰ ਤੋਂ, ਇੰਡੀਅਨ ਲੋਕ ਪੀਪਲ ਗਰੀਬੀ 'ਚ ਹੀ ਨੇ, ਤੇ ਬ੍ਰਾਹਮਣ ਜਿਹੜੇ ਨੇ ਇਹ ਸਾਰਾ ਜਿਹੜਾ ਉਹ ਫਾਇਦਾ ਚੁੱਕ ਰਹੇ ਨੇ, ਪ੍ਰੋਫਿਟ ਬਣਾ ਰਹੇ ਨੇ। ਇਹ 1 ਸਤੰਬਰ ਨੂੰ ਫੌਕਸ ਨਿਊਜ਼ ਦੇ ਨਾਲ ਇੰਟਰਵਿਊ ਕੀਤਾ ਔਰ ਉਹਨਾਂ ਦੇ ਐਗਜ਼ੈਕਟ ਉਹ ਜਿਹੜਾ ਉਹਨਾਂ ਨੇ ਕਿਹਾ, ਰੈਫਰਿੰਗ ਟੂ ਇੰਡੀਆ ਐਜ਼ ਏ ਨਥਿੰਗ ਬਟ ਏ laundromat for Kremlin, White House trade advisor Peter Navarro, during an interview with Fox News on Monday, September 1st, once again accused New Delhi of enabling trade imbalances and geopolitical alliances that run counter to US interests। ਕਿ ਜੋ ਇਹਦੀਆਂ ਨੀਤੀਆਂ ਨੇ ਅਮਰੀਕਨ ਹਿੱਤਾਂ ਦੇ ਬਿਲਕੁਲ ਉਲਟ ਜਾਂਦੀਆਂ ਨੇ। ਹੁਣ ਉਹ ਕਹਿ ਰਿਹਾ ਐਗਜ਼ੈਕਟ ਜਿਹੜੇ ਕੋਟ ਅਨਕੋਟ ਲਫ਼ਜ਼ ਨੇ ਪੀਟਰ ਨਵਾਰੋ ਦੇ। ਐਂਡ ਔਨ ਟੌਪ ਆਫ ਦੈਟ, ਬਾਈ ਦਾ ਵੇ, 25% or 50% is because India is the Maharaja of tariffs। Maharaja है tariff ਲਾਉਣ ਦਾ। They have the highest tariffs in the world. They won't let us sell to them. So who gets hurt? Workers in America, taxpayers in America। ਵੀ ਉਹ ਇੰਨੇ ਟੈਰਿਫ ਨੇ ਅਸੀਂ ਉੱਥੇ ਵੇਚ ਨਹੀਂ ਸਕਦੇ ਕੁਝ। ਅਮਰੀਕਾ ਦੇ ਵਰਕਰ ਔਰ ਟੈਕਸਪੇਅਰ ਹਰਟ ਹੁੰਦੇ ਨੇ। Ukrainians in cities are getting killed by Russian drones। ਕਿ ਰਸ਼ੀਆ ਦੇ ਡਰੋਨ ਪੈਸਾ ਇਹ ਰਸ਼ੀਆ ਨੂੰ ਦੇ ਰਹੇ ਨੇ ਔਰ ਉਹ ਮਰ ਰਹੇ ਨੇ। ਸੋ ਯੂ ਨੋ ਲੁੱਕ, ਮੋਦੀ ਇਜ਼ ਅ ਗ੍ਰੇਟ ਲੀਡਰ। ਇਹ ਅਮਰੀਕਾ ਟਰੰਪ ਵੀ ਕਹਿੰਦਾ ਵੀ ਟੈਰਿਫਿਕ ਬਟ ਆਈ ਡੋਂਟ ਅੰਡਰਸਟੈਂਡ ਵਾਈ ਹੀ ਇਜ਼ ਗੈਟਿੰਗ ਇਨਟੂ ਬੈਡ ਵਿਦ ਪੁਤਿਨ ਐਂਡ ਸ਼ੀ ਜਿਨਪਿੰਗ when he is the leader of the biggest democracy in the world। ਵੀ ਉਹ ਸੌ ਰਿਹਾ ਨਾਲ ਸ਼ੀ ਜਿਨਪਿੰਗ ਤੇ ਪੁਤਿਨ ਦੇ ਬਿਸਤਰੇ 'ਚ ਵੜਿਆ ਜਾ ਕੇ, ਕਹਿੰਦਾ ਆਪਣੇ ਆਪ ਨੂੰ ਡੈਮੋਕ੍ਰੇਸੀ ਦਾ ਲੀਡਰ ਹੈ ਉਹ। I would just simply say to the Indian people, ਇਹ ਹੁਣ ਪੀਟਰ ਨਵਾਰੋ ਭਾਰਤ ਦੇ ਲੋਕਾਂ ਨੂੰ ਐਡਰੈਸ ਕਰ ਰਿਹਾ ਕਿ ਮੈਂ ਇਹ ਤੁਹਾਨੂੰ ਕਹਿਣਾ, ਪਲੀਜ਼ ਅੰਡਰਸਟੈਂਡ what's going on here। ਤੁਸੀਂ ਇਹਨੂੰ ਸਮਝੋ ਵੀ ਚੱਲ ਕੀ ਰਿਹਾ। You have got Brahmins profiteering at the expense of the Indian people। We need that to stop। ਕਿ ਉਹ ਭਾਰਤ ਦੇ ਗਰੀਬ ਲੋਕੋ, ਤੁਹਾਡੇ ਸਿਰ ਦੇ ਉੱਤੋਂ ਦੀ ਇਹ ਬਾਹਮਣ ਜਿਹੜੇ ਨੇ ਉਹ ਪ੍ਰੋਫਿਟ ਕਮਾ ਰਹੇ ਨੇ ਔਰ ਤੁਸੀਂ ਕੁਚਲੇ ਜਾ ਰਹੇ ਹੋ। ਇਸ ਨੂੰ ਤੁਸੀਂ ਜਿਹੜਾ ਹੈ ਉਹ ਸਮਝੋ। ਹੁਣ ਇਹ ਬੜੀ ਪਾਵਰਫੁਲ ਸਟੇਟਮੈਂਟ ਹੈ। ਇਹਨੇ ਪੂਰਾ ਉੱਥੇ ਵਕਤ ਪਾ ਦਿੱਤਾ ਕਿ ਜੀ ਇਹ ਤਾਂ ਰੇਸਿਸਟ ਸਟੇਟਮੈਂਟ ਦੇ ਦਿੱਤੀ, ਇਹਨੂੰ ਤਾਂ ਫਲਾਣਾ ਕਰਤਾ। ਹਾਲਾਂ ਕੁਛ ਜਿਹੜੇ ਨੇ ਉਹਨਾਂ ਨੂੰ ਇਹ ਲੱਗਾ ਵੀ ਇਹ ਤਾਂ ਬ੍ਰਾਹਮਣਾਂ ਦੇ ਉੱਤੇ ਸਿੱਧਾ ਅਟੈਕ ਹੈ। ਉਹਨਾਂ ਨੇ ਕਿਹਾ ਨਹੀਂ, ਇਹ ਲੈਂਗੁਏਜ ਨੁਆਂਸ ਹੈ। ਇਹ ਅੰਗਰੇਜ਼ੀ ਦਾ ਲਫ਼ਜ਼ ਜਿਹੜਾ ਬੋਸਟਨ ਬ੍ਰਾਹਮਨਸ ਹੈ ਉਹ ਕਿਹਾ ਅੰਗਰੇਜ਼ੀ ਲਿਟਰੇਚਰ ਜਿਹਦਾ ਮਤਲਬ ਹੁੰਦਾ ਐਲੀਟ ਲੋਕ। ਉਹ ਭਾਈ ਜਦੋਂ ਟਰਮ ਉਹਨਾਂ ਨੇ ਬੋਸਟਨ ਬ੍ਰਾਹਮਨ ਵੀ ਕੋਇਨ ਕੀਤੇ ਸੀ, ਬ੍ਰਾਹਮਨਿਜ਼ਮ ਤੋਂ ਹੀ ਕੱਢ ਕੇ ਕੀਤੀ ਸੀ ਕਿ ਬਈ ਇੱਥੇ ਵੀ ਬਾਹਮਣ ਵੜ ਗਏ। ਭਾਵੇਂ ਇੱਥੇ ਜ਼ਾਤ ਪਾਤ ਵਾਲੇ ਬਾਹਮਣ ਨਹੀਂ ਨੇ, ਪਰ ਇਹ ਬੋਸਟਨ ਦੇ ਪੜ੍ਹੇ ਹੋਏ ਸਾਰੇ ਨਿਕਲਣ ਵਾਲੇ ਔਰ ਉੱਥੇ ਜਾ ਕੇ ਜਿਹੜੇ ਨੇ ਇਹ ਐਲੀਟ ਕਲਾਸ ਜਿਹੜੀ ਕੰਟਰੋਲ ਕਰਦੀ ਹੈ। ਹੁਣ ਅੱਜ ਜਿਹੜੀ ਇੰਡੀਆ ਦੀ PTI ਨਿਊਜ਼ ਏਜੰਸੀ ਨੇ ਇਹਦੀ ਕਵਰ ਕੀਤੀ ਹੈ ਪੀਟ ਨਵਾਰੋ ਦੀ। ਉਹਨਾਂ ਨੇ ਕਿਹਾ ਕਿ ਵੀ ਅਗੇਨ ਉਹ ਜਿਹੜਾ ਇਟ ਇਜ਼, ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਬੜੀ ਬੋਨਹੋਮੀ ਦਿਖਾ ਰਹੇ ਨੇ ਤਿੰਨੋਂ ਲੀਡਰ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਪੁਤਿਨ, ਸ਼ੀ ਜਿਨਪਿੰਗ ਔਰ ਮੋਦੀ, ਨਵਾਰੋ ਕਹਿੰਦਾ ਇਟ ਇਜ਼ ਟਰਬਲਸਮ। ਇਹ ਬਹੁਤ ਤਕਲੀਫ ਦੇ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਉਹ ਬੜੀ ਸ਼ੋਅ ਆਫ ਯੂਨਿਟੀ ਦਿਖਾ ਰਹੇ ਨੇ। ਉਹਨਾਂ ਨੇ ਕਿਹਾ ਇਟ ਵਾਜ਼ ਏ ਸ਼ੇਮ to see Mr. Modi getting in bed as the leader of the biggest democracy in the world with the two biggest authoritarian dictators in the world, Putin and Xi Jinping। ਵੀ ਬੜਾ ਬਣਿਆ ਉਹਨਾਂ ਦੇ ਨਾਲ ਜਿਹੜਾ ਉਹ ਬੈੱਡ 'ਚ ਪਿਆ ਹੈ। that don't make any sense। ਇਹ ਕੋਈ ਅਕਲ ਦਾ ਕੰਮ ਤਾਂ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ I am not sure what Mr. Modi is thinking, particularly since India has been in a cold war and sometimes a hot war with China for decades। ਵੀ ਚੀਨ ਦੇ ਨਾਲ ਤਾਂ ਕਦੇ ਸਿੱਧੀ ਜੰਗ ਕਰ ਰਹੇ ਸੀ, ਕਦੇ ਠੰਡੀ ਜੰਗ ਕਰ ਰਹੇ ਸੀ। ਸੋ ਵੀ ਹੋਪ ਦੈਟ ਦ ਇੰਡੀਅਨ ਲੀਡਰ ਕਮਸ ਅਰਾਊਂਡ ਟੂ ਸੀਇੰਗ ਦੈਟ ਹੀ ਨੀਡਸ ਟੂ ਬੀ ਵਿਦ ਅਸ ਐਂਡ ਯੂਰਪ ਐਂਡ ਯੂਕਰੇਨ ਐਂਡ ਨਾਟ ਵਿਦ ਰਸ਼ੀਆ ਔਨ ਦਿਸ ਐਂਡ ਹੀ ਨੀਡਸ ਟੂ ਸਟਾਪ ਬਾਇੰਗ ਦ ਆਇਲ। ਇਹ ਨਵਾਰੋ ਨੇ ਕਿਹਾ ਕਿ ਵੀ ਭਾਰਤ ਅਕਲ ਦੀ ਦਵਾਈ ਖਾਓ, ਤੁਹਾਡੀ ਥਾਂ ਕਿੱਥੇ ਹੈ? ਤੁਸੀਂ ਤਾਂ ਇਹਨਾਂ ਨਾਲ
ਹੌਟ ਵਾਟ 'ਚ ਰਹੇ ਹੋ ਚਾਈਨਾ ਦੇ ਨਾਲ, ਤੁਹਾਡੀ ਥਾਂ ਇੱਧਰ ਹੈ, ਕਿਤੇ ਹੋਰ ਨਹੀਂ ਹੈ। ਔਰ ਇਹ ਸਾਰੇ ਦੇ ਨਾਲ ਇਹ ਵੀ ਹੈ, ਹੁਣ ਅਮਰੀਕਾ ਦਾ ਦਬਕਾ ਜਦੋਂ ਇੰਡੀਆ ਨੂੰ ਵੱਜਿਆ ਤੇ ਇਹ ਮੇਨ ਖਬਰ ਹੈ ਕਿ ਐਕਸਕਲੂਸਿਵ ਸਟੋਰੀ, ਸਾਊਦੀ ਅਰੈਮਕੋ, ਇਰਾਕ ਸੋਮੋ ਹਾਲਟ ਕਰੂਡ ਸੇਲਸ ਟੂ ਇੰਡੀਅਨ ਰਿਫਾਈਨਰ ਨਿਆਰਾ। ਹੁਣ ਇਹ ਦੋ ਹੀ ਸੀ, ਇੱਕ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਹਨੂੰ ਕਰੂਡ ਆਇਲ ਰਸ਼ੀਆ ਵੇਚਦਾ ਸੀ ਔਰ ਉਹ ਪ੍ਰੋਸੈਸ ਕਰਕੇ, ਤੇ ਦੂਸਰੀ ਨਿਆਰਾ। ਸੋ ਇਹਨਾਂ ਨੂੰ ਨਿਆਰਾ ਨੂੰ ਜਿਹੜੀ ਹੈ ਸਾਊਦੀ ਅਰੈਮਕੋ, ਉਹਨਾਂ ਦੀ ਸਾਊਦੀ ਅਰੇਬੀਆ ਦੀ ਹੈ, ਉਹ ਵੇਚਦੇ ਸੀ। ਉਹਨਾਂ ਨੇ ਜਿਹੜਾ ਇਸ ਸਾਰੇ ਤੋਂ ਬਾਅਦ ਜਿਹੜੇ ਅਮਰੀਕਾ ਦੇ ਦਬਕੇ ਨੇ ਉੱਥੇ ਪਾਬੰਦੀ ਲਾ ਦਿੱਤੀ। ਇਹਦੇ 'ਤੇ ਬੜੀ ਡੀਟੇਲ ਹੈ ਔਰ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਵੀ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ, ਇਹ ਡਾਇਰੈਕਟ ਕਮਿੰਗ ਫਰੋਮ ਦਾ ਹਾਰਸ ਮਾਊਥ, what few people understand is that we do very little business with India, ਕਿ ਅਸੀਂ ਬਹੁਤ ਥੋੜੀ ਇਹਨਾਂ ਨਾਲ ਵਪਾਰ ਕਰਦੇ, but they do a tremendous amount of business with us। ਉਹ ਜਿਹੜਾ ਟ੍ਰੇਡ ਡੈਫਿਸਿਟ ਹੈ ਇੰਡੀਆ ਉਹ ਤਾਂ ਬਹੁਤ ਜ਼ਿਆਦਾ ਕਰਦੇ ਨੇ। in other words, they sell us massive amounts of goods, their biggest client, but we sell them very little। ਉਹ ਸਾਨੂੰ ਫਲੱਡ ਕੀਤੀਆਂ ਉਹਨਾਂ ਨੇ ਚੀਜ਼ਾਂ, ਸਾਥੋਂ ਉਹ ਲੈਂਦੇ ਨਹੀਂ ਟੈਰਿਫ ਕਰਕੇ। until now a totally one-sided relationship, and it has been for many decades, ਕਿ ਇੱਕ ਸਾਈਡਡ ਪਿਆਰ ਚੱਲ ਰਿਹਾ ਵੀ ਅਸੀਂ ਲੁੱਟੇ ਜਾ ਰਹੇ ਹਾਂ। ਉਹਨਾਂ ਕਿਹਾ ਕਈ ਦਹਾਕਿਆਂ ਤੋਂ ਇਹ ਚੱਲ ਰਿਹਾ। The reason is that India has charged us until now such high tariffs, the most of any country, that our businesses are unable to sell into India। ਇੰਨੇ ਟੈਰਿਫ ਚਾਰਜ ਕਰਦੇ ਨੇ, ਅਸੀਂ ਉੱਥੇ ਕੁਝ ਵੇਚ ਨਹੀਂ। Also, India buys most of its oil and military products from Russia। ਤੇਲ ਵੀ ਤੇ ਫੌਜੀ ਸਮਾਨ ਵੀ ਰਸ਼ੀਆ ਤੋਂ ਲੈਂਦੇ ਨੇ। ਵੈਰੀ ਲਿਟਲ ਫਰੋਮ ਦਾ US, ਬਹੁਤ ਥੋੜਾ ਅਮਰੀਕਾ ਤੋਂ। ਦੇ ਹੈਵ ਨਾਓ ਆਫਰਡ ਟੂ ਕੱਟ ਦੇਅਰ ਟੈਰਿਫਸ ਟੂ ਨਥਿੰਗ। ਹੁਣ ਇੰਡੀਆ ਤਰਲੇ ਕਰ ਰਿਹਾ ਜੀ ਅਸੀਂ ਬਿਲਕੁਲ ਟੈਰਿਫ ਖਤਮ ਕਰ ਦਿੰਦੇ ਹਾਂ, ਪਰ ਟਰੰਪ ਕਹਿੰਦਾ ਬਟ ਇਟਸ ਗੈਟਿੰਗ ਲੇਟ। ਹੁਣ ਕਾਕਾ ਜੀ ਲੇਟ ਹੋ ਗਏ, ਹਾਂ ਹੁਣ ਲੇਟ ਹੋ ਗਏ, ਬੱਸ ਚਲੀ ਗਈ। ਦੇ ਸ਼ੁੱਡ ਹੈਵ ਡਨ ਸੋ ਈਅਰਸ ਐਗੋ। ਇਹ ਤੁਸੀਂ ਪਹਿਲਾਂ ਕੀਤਾ ਹੁੰਦਾ ਤੇ ਤੁਹਾਡੀ ਸਿਹਤ ਠੀਕ ਰਹਿੰਦੀ। ਜਸਟ ਸਮ ਸਿੰਪਲ ਫੈਕਟਸ ਫਾਰ ਪੀਪਲ ਟੂ ਪੌਂਡਰ। ਟਰੰਪ ਕਹਿੰਦੇ ਮੈਂ ਲੋਕਾਂ ਦੇ ਸਾਹਮਣੇ ਆ ਕੁਝ ਸੱਚਾਈਆਂ ਰੱਖੀਆਂ ਤਾਂ ਕਿ ਸੋਚੋ। ਹਾਲਾਂ ਅੱਜ ਇੰਡੀਆ ਦੇ ਟ੍ਰੇਡ ਮਿਨਿਸਟਰ ਨੇ, ਪੀਯੂਸ਼ ਗੋਇਲ ਨੇ ਕਿਹਾ US trade talks on, says Goyal as Navarro slammed PM Putin she born homie। ਉਹ ਕਿੰਨੇ ਬੇਸ਼ਰਮ ਨੇ, ਉੱਥੇ ਜਾ ਕੇ ਕੀ ਕਹਿ ਰਿਹਾ? ਉਹ ਕਹਿ ਰਹੇ ਨਹੀਂ ਅਸੀਂ ਵੀ ਕਰ ਰਹੇ ਹਾਂ। ਹਾਲਾਂ ਮੈਨੂੰ ਕੁਛ ਇਨਸਾਈਡ ਹਿਰਕਿੰਗ ਹੈ ਵੀ ਟ੍ਰੇਡ ਡੀਲ ਇਹਨਾਂ ਦੀ ਹੋ ਵੀ ਸਕਦੀ ਹੈ ਅਮਰੀਕਾ ਦੀ ਟਰਮਸ ਦੇ ਉੱਤੇ। ਹੁਣ ਉਹ ਜੇ ਟਰੰਪ ਨੇ ਕਿਹਾ ਵੀ ਹੁਣ ਕਹਿ ਰਹੇ ਨੇ ਕਿ ਨਹੀਂ ਅਸੀਂ ਕੋਈ ਟੈਰਿਫ ਨਹੀਂ ਲਾਉਂਦੇ। ਹੁਣ ਇਹਨਾਂ ਦਾ 50% ਲਾਈ ਹੈ ਅਮਰੀਕਾ ਨੇ, ਅਜੇ ਤੱਕ ਇੰਡੀਆ ਨੇ ਡੇਅਰ ਨਹੀਂ ਕੀਤਾ ਵੀ ਅਸੀਂ ਵੀ ਤੁਹਾਡੇ ਤੇ ਇੰਨਾ ਲਾਉਂਦੇ। ਹੋ ਵੀ ਸਕਦੀ ਹੈ ਟ੍ਰੇਡ ਡੀਲ, ਲੇਕਿਨ ਇਸ ਸਾਰੇ 'ਚ ਜਿਹੜਾ ਹਾਲ ਇਸ ਵੇਲੇ ਇੰਡੀਆ ਦਾ ਹੈ, ਜਿਹੜਾ ਜਲੂਸ ਉਹਨਾਂ ਦਾ, ਜਲੂਸ ਵੀ ਲਫ਼ਜ਼ ਜਿਹੜਾ ਉਹ ਆਨਰੇਬਲ ਹੈ, ਇਹਨਾਂ ਦਾ ਜਨਾਜ਼ਾ ਉੱਠਿਆ ਹੋਇਆ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ।
ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੀ ਇਹ ਡਿਪਲੋਮੈਟਿਕ ਕਾਮਯਾਬੀ ਹੈ ਕਿ ਇੱਕੋ ਵੇਲੇ ਉਹ ਅਮਰੀਕਾ ਤੇ ਚੀਨ ਨਾਲ ਯਾਰੀ ਨਿਭਾ ਰਹੇ ਨੇ ਔਰ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਨੇ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਹੈ ਔਰ ਇਸ ਤੋਂ ਪਹਿਲਾਂ ਟਰੰਪ ਨੇ ਜਿਹੜਾ ਜਨਮ ਮਨੀਰ ਨੂੰ ਵਾਈਟ ਹਾਊਸ ਵਿੱਚ ਖਾਣੇ ਦੀ ਦਾਵਤ ਦਿੱਤੀ ਸੀ ਅਤੇ ਗੁੱਡ ਫਰੈਂਡ ਯਾਨੀ ਕਿ ਚੰਗਾ ਦੋਸਤ ਕਹਿ ਕੇ ਸੰਬੋਧਨ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਕਸਰ ਇਹ ਕੋਟ ਇੰਨੀ ਵਾਰੀ ਰਿਪੀਟ ਹਰ ਕੋਈ ਕਰਦਾ ਹੈ ਕਿ ਸ਼ਾਇਦ ਕਿਸ ਕੇ ਵੀ ਉਹਦੀ ਵੈਲਿਊ ਨਹੀਂ ਹੈ ਕਿ ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼ ਇਨ ਪੋਲਿਟਿਕਸ, ਪਰਮਾਨੈਂਟ ਓਨਲੀ ਆਰ ਇੰਟਰਸਟ। ਬਿਲਕੁਲ। ਔਰ ਇਹ ਅਸੀਂ ਦੇਖ ਸਕਦੇ ਹਾਂ ਕਿ ਵੀ ਅਮਰੀਕਾ ਭਾਰਤ ਰਿਲੇਸ਼ਨਸ਼ਿਪ ਜਿਹੜੀ 1990 ਤੋਂ ਕਲਿੰਟਨ ਈਰਾ ਤੋਂ ਅਮਰੀਕਾ ਨੇ ਭਾਰਤ ਨੂੰ ਕਲਟੀਵੇਟ ਕਰਨਾ ਸ਼ੁਰੂ ਕੀਤਾ, ਪਸਮਾਣਾ ਸ਼ੁਰੂ ਕੀਤਾ ਜੇ ਪੰਜਾਬੀ 'ਚ ਕਹਿਣਾ ਹੋਏ, ਔਰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਵਨ ਸਾਈਡਡ ਲਵ ਜਿਹੜਾ ਟਰੰਪ ਨੇ ਵੀ ਕਿਹਾ ਕਿ ਕਿੰਗ ਆਫ ਟੈਰਿਫ ਜਿਹੜਾ ਹੈ ਉਹ ਸਾਡੇ ਤੇ ਮਨਮਰਜ਼ੀ ਦੇ ਟੈਰਿਫ ਲਾਉਂਦਾ ਰਿਹਾ, ਅਸੀਂ ਕੋਈ ਨਹੀਂ ਲਾਏ, ਔਰ ਇਹ ਮਹਾਰਾਜਾ ਆਫ ਟੈਰਿਫ ਵੀ ਬਣਿਆ ਹੋਇਆ ਸੀ ਤੇ ਹਥਿਆਰ ਔਰ ਤੇਲ ਵੀ ਰੂਸ ਦਾ ਹੀ ਖਰੀਦਦਾ ਰਿਹਾ ਔਰ ਉਧਰ ਚਾਈਨਾ ਨੂੰ ਵੀ ਅੱਖਾਂ ਦਿਖਾਉਣ ਲੱਗ ਗਿਆ ਕਿਉਂਕਿ ਅਮਰੀਕਾ ਨਾਲ ਯਾਰੀ ਪੈ ਗਈ ਸੀ ਨਵੀਂ ਬਿਨਾਂ ਇਹ ਰਿਅਲਾਈਜ਼ ਕੀਤੇ ਕਿ ਚਾਈਨਾ ਰਾਈਜ਼ਿੰਗ ਪਾਵਰ ਹੈ ਔਰ ਉਹ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਵੀ ਆਪਣੇ ਹੱਕਾਂ ਨੂੰ ਔਰ ਆਪਣੇ ਹਿੱਤਾਂ ਨੂੰ ਕਿਵੇਂ ਮਹਿਫੂਜ਼ ਕਰਨਾ। ਔਰ ਇਸ ਦੌਰ ਦੇ ਵਿੱਚ ਅਮਰੀਕਾ ਦੇ ਨਾਲ ਯਾਰੀ ਦੇ ਚਾਅ ਦੇ ਵਿੱਚ ਅਮਰੀਕਾ ਦੀ ਬਲੈਸਿੰਗ ਨਾਲ ਜਾਂ ਬਿਨਾਂ ਬਲੈਸਿੰਗ ਤੋਂ ਇੰਨੇ ਕੌਨਫੀਡੈਂਸ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ 5 ਅਗਸਤ 2019 ਨੂੰ ਭਾਰਤ ਨੇ ਜਿਹੜਾ ਜੰਮੂ ਕਸ਼ਮੀਰ ਦਾ ਆਰਟੀਕਲ 370 ਖਤਮ ਕਰਤਾ, 35A ਖਤਮ, ਜਿਹੜਾ ਕਨਸਟੀਟਿਊਸ਼ਨਲ ਓਰੀਜਨਲ ਡਰਾਫਟ ਦੇ ਵਿੱਚ ਦਰਜ ਸੀ ਔਰ ਨਾਲ ਦੀ ਨਾਲ ਜਿਹੜਾ ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰਤਾ, ਜਿਹੜਾ ਅੱਜ ਤੱਕ ਵੀ ਜਿਹੜਾ ਇਸ ਗੱਲ ਨੂੰ ਵੀ ਜਿਹੜਾ ਅਸੀਂ 6 ਸਾਲ ਹੋ ਗਏ ਨੇ 2019 ਤੋਂ ਉਸ ਨੂੰ ਦੁਬਾਰਾ ਰੀਸਟੋਰ ਨਹੀਂ ਕੀਤਾ ਗਿਆ। ਔਰ ਇਸ ਸਾਰੇ ਦੇ ਚੱਲਦੇ ਆ ਇੰਨੇ ਹੰਕਾਰੇ ਹੋਏ ਪਾਕਿਸਤਾਨ ਨੂੰ ਵੀ ਕਹਿਣ ਲੱਗ ਗਏ ਔਰ ਪਾਰਲੀਮੈਂਟ 'ਚ ਵੀ ਪਾਸ ਕੀਤਾ ਕਿ ਜੀ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਲੈਣਾ ਔਰ ਗਿਲਗਿਤ ਬਾਲਟਿਸਤਾਨ ਜਿਹੜਾ ਵਨ ਬੈਲਟ ਵਨ ਰੋਡ ਦੇ ਰਾਹ 'ਚ ਆਉਂਦਾ ਉਹ ਵੀ ਕਿਉਂਕਿ ਆਜ਼ਾਦ ਕਸ਼ਮੀਰ ਦਾ ਹਿੱਸਾ ਉਹ ਵੀ ਸਾਡੇ ਹਵਾਲੇ ਕਰੋ। ਸੋ ਜ਼ਾਹਰ ਹੈ ਕਿ ਵੀ ਇੰਨੇ ਹੌਸਲੇ ਵਧੇ ਹੋਏ ਸੀ ਵੀ ਲੱਗਦਾ ਸੀ ਕਿ ਵੀ ਇਹ ਤਾਂ ਜੇ ਪਾਕਿਸਤਾਨ ਨੂੰ ਮਸਲ ਕੇ ਰੱਖ ਦੇਣਗੇ ਔਰ ਅਨਫੋਰਚੂਨੇਟਲੀ ਕਿਉਂਕਿ ਜਦੋਂ ਅਮਰੀਕਾ ਨੇ ਇੰਡੀਆ ਵੱਲ ਰੁਖ ਕੀਤਾ ਤੇ ਜਿਹੜੇ ਭਾਰਤ ਪਾਕਿਸਤਾਨ ਪਾਲਿਸੀ ਦੇ ਵਿਚਕਾਰ ਹਾਈਫਨ ਸੀ ਉਹ ਐਲੀਮੀਨੇਟ ਹੋ ਗਿਆ। ਪਾਕਿਸਤਾਨ ਨੂੰ ਜੇ ਟਰੰਪ ਦੀ ਪਹਿਲੀ ਟਰਮ ਵੇਲੇ ਤਾਂ ਕਸ਼ਮੀਰ ਦਾ ਜੋ ਹਾਲ ਕੀਤਾ ਹੀ ਕੀਤਾ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਪਾਕਿਸਤਾਨ ਬਾਰੇ ਜਿਹੜੀ ਹੈ ਉਹ ਨਾ ਪੱਖੀ ਕਾਮੈਂਟਰੀ ਕੀਤੀ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਦੋਂ ਇਮਰਾਨ ਖਾਨ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਸੀ ਉਹਨੇ ਇੱਕ ਈਵਨ ਕਟਸੀ ਕਾਲ ਵੀ ਨਹੀਂ ਕੀਤੀ, ਲੈਟਰ ਸ਼ਾਇਦ ਇੱਕ ਅੱਧਾ ਜਾਂ ਦੂਜਾ ਲਿਖਿਆ। ਸੋ ਪਾਕਿਸਤਾਨ ਨੂੰ ਆਲਮੋਸਟ ਡੰਪ ਕਰ ਦਿੱਤਾ ਅਮਰੀਕਾ ਨੇ, ਇਹ ਜਾਣਦਿਆਂ ਹੋਇਆਂ ਵੀ ਕਿ 1979 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚ ਆਇਆ, ਪਾਕਿਸਤਾਨ ਦੀ ਮਦਦ ਦੇ ਨਾਲ ਹੀ ਸੋਵੀਅਤ ਯੂਨੀਅਨ ਦੀ ਡਿਫੀਟ ਹੋਈ, ਉਹਦੀ ਫਰੈਗਮੈਂਟੇਸ਼ਨ ਹੋਈ, ਅਮਰੀਕਾ ਇੱਕੋ ਇੱਕ ਸੁਪਰ ਪਾਵਰ ਦੇ ਤੌਰ 'ਤੇ ਉੱਭਰਿਆ। ਫਿਰ 9/11
ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕੋਈ ਉਸਾਮਾ ਬਿਨ ਲੈਡਨ ਨੂੰ ਪਾਕਿਸਤਾਨ ਨੇ ਤਾਂ ਨਹੀਂ ਸੀ ਰੱਖਿਆ ਹੋਇਆ, ਰਿਹਾ ਤਾਂ ਉਹ ਅਫਗਾਨਿਸਤਾਨ ਦੇ ਵਿੱਚ। ਉਹ ਵੀ ਇੱਕ ਡਿਫਰੈਂਟ ਪਾਲਿਸੀ, ਕਿਉਂਕਿ ਉਹਨਾਂ ਨੂੰ ਅਬੈਂਡਨ ਕਰ ਦਿੱਤਾ ਤਾਲਿਬਾਨ ਨੂੰ, ਉੱਥੋਂ ਇਹ ਨਿਕਲਿਆ। ਠੀਕ ਹੈ ਕਿ ਵੀ ਬਾਅਦ ਦੇ ਵਿੱਚ ਉਸਾਮਾ ਦਾ ਐਬਟਾਬਾਦ ਦੇ ਵਿੱਚ ਮਾਰਿਆ ਜਾਣਾ ਉਹ ਪਾਕਿਸਤਾਨ ਦੇ ਲਈ ਔਖਾ ਸੀ ਡਿਫੈਂਡ ਕਰਨਾ, ਪਰ 9/11 ਤੋਂ ਬਾਅਦ ਵੀ ਪਾਕਿਸਤਾਨ ਨੇ ਹੀ ਨੈਟੋ ਦੀਆਂ ਫੋਰਸਿਸ ਦੇ ਨਾਲ ਜਾਂ ਦੂਜੇ ਨਾਲ ਮਿਲ ਕੇ, ਔਰ ਉਹਨਾਂ ਦਾ ਇੱਕ ਜੌਨ ਸ਼ਾਇਦ ਕਿਰਕਿਓ ਕਿ ਕੀ ਹੈ ਵਿਸਲ ਬਲੋਅਰ CIA ਦਾ, ਉਹ ਇਹ ਕਹਿੰਦਾ ਜਿੰਨੇ ਓਬਾਮਾ ਪੀਰੀਅਡ ਦੇ ਵਿੱਚ ਡਰੋਨ ਅਟੈਕ ਹੋਏ ਔਰ ਹਰ ਅਟੈਕ ਲਈ ਪ੍ਰੈਜ਼ੀਡੈਂਟ ਦੀ ਅਪਰੂਵਲ ਹੁੰਦੀ ਸੀ, ਪਾਕਿਸਤਾਨ ਦੇ ਵਿੱਚ ਵਿਦ ਇੰਪਿਊਨਿਟੀ ਜਿਹੜਾ ਉਹ ਮਾਰਦੇ ਰਹੇ ਦਹਿਸ਼ਤਗਰਦਾਂ ਦੇ ਨਾਂ ਥੱਲੇ ਜੋ ਵੀ ਉਹਨਾਂ ਦੇ ਰਾਈਵਲ ਸੀ। ਸੋ ਇਸ ਸਭ ਦੇ ਚਲਦਿਆਂ ਈਵਨ 9/11 ਤੋਂ ਬਾਅਦ ਬੁਸ਼ ਨੇ ਤਾਂ ਇਹ ਧਮਕਾਇਆ ਮੁਸ਼ਰਫ ਨੂੰ ਕਿ ਬਈ ਇਧਰ ਦੱਸੋ ਆਰ ਯੂ ਵਿਦ ਅਸ ਔਰ ਅਗੇਂਸਟ ਅਸ, ਔਰ ਅਸੀਂ ਤੁਹਾਡੇ ਪਾਕਿਸਤਾਨ ਨੂੰ ਇੱਕ ਪਾਰਕਿੰਗ ਲਾਟ ਬਣਾ ਦੇਵਾਂਗੇ। ਇੱਕ ਵੱਖਰੀ ਕਹਾਣੀ ਹੈ, ਕੁਝ ਲੋਕਾਂ ਦਾ ਕਹਿਣਾ ਵੀ ਮੁਸ਼ਰਫ ਕੁਡ ਹੈਵ ਗਾਟਨ ਏ ਬੈਟਰ ਡੀਲ, ਉਹਨੇ ਯੀਲਡ ਕੀਤਾ ਕਿ ਉਹਦੇ ਸਰਕਮਸਟਾਂਸਿਸ ਉਹਨੂੰ ਪਤਾ ਹੈ ਵੀ ਕੀ ਹੋਣੇ ਨੇ। ਲੇਕਿਨ ਇਸ ਸਾਰੇ ਤੋਂ ਬਾਅਦ ਵੀ ਜਦੋਂ ਅਫਗਾਨਿਸਤਾਨ ਤਾਲਿਬਾਨ ਦੇ ਨਾਲ ਗੁਫ਼ਤਗੂ ਤਾਂ ਟਰੰਪ ਦੀ ਪਹਿਲੀ ਟਰਮ ਵੇਲੇ ਸ਼ੁਰੂ ਹੋਈ, ਬਾਈਡਨ ਵੇਲੇ ਵਿਦਡਰਾਲ ਹੋਈ, ਫਿਰ ਅਫਗਾਨਿਸਤਾਨ 'ਚ ਜਿਹੜੇ ਤਾਲਿਬਾਨ ਜਾਂ ਦੂਜੇ ਆਏ ਉਹ ਜਿਹੜੇ ਨੇ, ਕਿਉਂਕਿ ਡੀਲ ਅਮਰੀਕਾ ਨਾਲ ਸੀ, ਪਾਕਿਸਤਾਨ ਪ੍ਰਤੀ ਉਹਨਾਂ ਦੀ ਵੀ ਪਹੁੰਚ ਬੜੀ ਹੌਸਟਾਈਲ ਹੋ ਗਈ। ਤਹਿਰੀਕੇ ਤਾਲਿਬਾਨ ਨੇ ਜਿਹੜਾ ਵਿਦਨ ਪਾਕਿਸਤਾਨ ਅਟੈਕ ਕਰਨੇ ਸ਼ੁਰੂ ਕਰ ਦਿੱਤੇ, ਔਰ ਇਸ ਸਾਰੇ 'ਚੋਂ ਔਰ ਅਮਰੀਕਾ ਜਿਹੜਾ ਉਹਦਾ ਕੋਈ ਪਾਕਿਸਤਾਨ 'ਚ ਬਾਈਡਨ ਦਾ ਤਾਂ ਕੋਈ ਇੰਟਰਸਟ ਨਹੀਂ ਸੀ। ਲੇਕਿਨ ਜਦੋਂ ਮੈਂ ਇਹ ਦੇਖਦਾ ਵੀ ਕਿੰਨੀ ਤੇਜ਼ੀ ਨਾਲ ਤਬਦੀਲੀ ਹੁੰਦੀ ਹੈ ਸਰਕਮਸਟਾਂਸਿਸ ਦੇ ਵਿੱਚ, ਪਿਛਲੇ 6 ਮਹੀਨੇ ਟੋਟਲ ਗੇਮ ਚੇਂਜਰ। 25-30 ਸਾਲ ਦੀ ਪ੍ਰੋ ਇੰਡੀਆ ਲਾਈਨ ਅਮਰੀਕਾ ਦੀ ਇੱਕ ਪਾਸੇ ਜਾ ਕੇ ਡਿੱਗੀ ਬਿਲਕੁਲ। ਇਸ ਵੇਲੇ ਜੇ ਇੰਡੀਅਨ ਐਕਸਪਰਟਸ ਦਾ ਇਹ ਸੁਣਨਾ ਹੋਏ ਕਿ ਜਿਹੜਾ ਇੰਡੀਆ ਨੂੰ ਅਮਰੀਕਾ ਅਨਫ੍ਰੈਂਡਲੀ ਕੰਟਰੀ ਨਹੀਂ ਸਮਝਦਾ, ਹੌਸਟਾਈਲ ਕੰਟਰੀ, ਐਨਮੀ ਕੰਟਰੀ, ਔਰ ਸਿੰਗਲ ਆਊਟ ਕੀਤਾ, ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ। ਹੁਣ ਦੂਸਰੇ ਪਾਸੇ ਪਾਕਿਸਤਾਨ ਦੀ ਗਾਥਾ, ਬੇਸ਼ੱਕ ਪਾਕਿਸਤਾਨ ਦੇ ਵਿੱਚ ਇਕਨੋਮਿਕਲੀ ਬਹੁਤ ਥੱਲੇ ਗਏ, ਇੱਕ ਸਟੇਜ ਦੇ ਉੱਤੇ ਡਿਫਾਲਟਰ ਹੋਣ ਤੱਕ ਗੱਲ ਪਹੁੰਚੀ, IMF ਵਰਲਡ ਬੈਂਕ ਉਹ ਵੀ ਨਕਾਰ ਰਹੇ ਸੀ, ਵਿਦਨ ਵੀ ਇਨਰ ਟਰਮੋਇਲ ਹੋਇਆ ਇਮਰਾਨ ਖਾਨ ਦੇ ਜਾਣ ਤੋਂ ਬਾਅਦ, ਇਲੈਕਸ਼ਨਾਂ ਫੇਅਰ ਨਹੀਂ ਫੇਅਰ, ਉਹ ਇੱਕ ਇਹਨਾਂ ਦੀ ਇਨਰ ਡਿਬੇਟ। ਪਰ ਇਸ ਸਾਰੇ ਜਦੋਂ ਇੰਡੀਆ ਰੀਜੋਇਸ ਕਰ ਰਹੇ ਸੀ, ਉਹਨਾਂ ਦੇ ਨਾਨ ਸਟੇਟ ਐਕਟਰ ਬੈਠੇ ਕਿ ਜੀ ਫੀਲਡ ਸਟੇਟ ਪਾਕਿਸਤਾਨ, ਹੁਣ ਇਹਦੇ ਅਸੀਂ 4 ਟੁਕੜੇ ਕਰ ਦੇਣੇ ਨੇ ਔਰ ਇਹ ਬਿਲਕੁਲ ਕਿਸੇ ਪਾਸੇ ਜੋਗੇ ਨਹੀਂ, ਔਰ ਫਲਾਣਾ ਤੇ ਟਿਮਕਾ ਤੇ ਇਹ ਉਹ। ਲੇਕਿਨ ਪਿਛਲੇ 6 ਮਹੀਨਿਆਂ ਨੇ ਸਭ ਕੁਝ ਬਦਲ ਕੇ ਰੱਖਤਾ। ਪ੍ਰੈਜ਼ੀਡੈਂਟ ਟਰੰਪ 6 ਮਹੀਨੇ ਤੋਂ ਜਿਹੜੀ ਉਹਨਾਂ ਦੀ ਨੀਤੀ ਹੈ, ਜਿਹਨੇ ਇੰਡੀਆ ਨੂੰ ਤਾਂ ਖੂੰਜੇ ਲਾਇਆ ਹੀ ਲਾਇਆ, ਪਾਕਿਸਤਾਨ ਨੂੰ ਲਿਆ ਕੇ ਸੈਂਟਰਲ ਸਟੇਜ ਦੇ ਉੱਤੇ ਬਿਠਾ ਦਿੱਤਾ। ਫੀਲਡ ਮਾਰਸ਼ਲ ਦਾ ਰੁਤਬਾ ਸੋ ਕਾਲਡ ਆਪਰੇਸ਼ਨ ਸੰਦੂਰ ਤੋਂ ਬਾਅਦ, ਜਿਹਨੂੰ ਅਸੀਂ 7, 8, 9, 10 ਮਈ ਦੀ ਜਿਹੜੀ ਹੈ 4 ਰੋਜ਼ਾ ਡਰੋਨ ਮਿਸਲ ਫਾਈਟ ਕਹਿੰਦੇ, ਜਿਸ ਪਾਕਿਸਤਾਨ ਨੇ ਭਾਰਤ ਨੂੰ ਬਿਲਕੁਲ ਗੁੱਡਿਆਂ ਪਰਨੇ ਲੈ ਆਂਦਾ। ਪ੍ਰੈਜ਼ੀਡੈਂਟ ਟਰੰਪ ਨੇ ਇੰਟਰਵੀਨ ਕੀਤਾ, ਪਾਕਿਸਤਾਨ ਨੇ ਬਹੁਤ ਫਾਈਨ ਜਿਹੜਾ ਉਸ ਦੇ ਉੱਤੇ ਰਿਸਪੌਂਸ ਦਿੱਤਾ। ਉਸ ਦੇ ਥੱਲੇ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਦਾ ਥੈਂਕ ਯੂ ਕੀਤਾ, ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਕੀਤਾ, ਔਰ ਆਪਣੀ ਫੌਜੀ ਚੜ੍ਹਤ ਵੀ ਦਿਖਾ ਦਿੱਤੀ ਐਜ਼ ਏ ਮਿਲਟਰੀ ਪਾਵਰ। ਔਰ ਟਰੰਪ ਤਾਂ ਵੈਸੇ ਤਾਂ ਹਰ ਕੋਈ ਜੇਤੂਆਂ ਨੂੰ ਹੀ ਸਲੂਟ ਕਰਦਾ। ਇੱਕਦਮ ਅਕਰਮ ਮੁਨੀਰ ਜਿਹੜਾ ਹੈ ਉਸ ਨੂੰ ਇਨਵਾਈਟ ਕਰ ਲਿਆ ਲੰਚਯੋਨ ਮੀਟਿੰਗ ਦੇ ਉੱਤੇ। 1 ਘੰਟੇ ਦੀ ਮੀਟਿੰਗ 2 ਘੰਟੇ ਚੱਲੀ। ਗੁੱਡ ਮੈਨ, ਤਾਰੀਫ ਦੇ ਪੁੱਲ। ਪਾਕਿਸਤਾਨ ਦੇ ਨਾਲ ਡੀਲ ਵੀ ਹੋ ਗਈ, ਟੈਰਿਫ ਡੀਲ 19% ਟੈਰਿਫ, ਪਲੱਸ ਅਮਰੀਕਾ ਨੇ ਇਹ ਵੀ ਕਿ ਭਾਈ ਜਿਹੜੇ ਉਹਨਾਂ ਦੇ ਆਇਲ ਰਿਜ਼ਰਵ ਨੇ, ਵਾਸਟ ਖਜ਼ਾਨਾ ਪਿਆ, ਅਮਰੀਕਨ ਕੰਪਨੀ ਦੇ ਨਾਲ ਮਿਲ ਕੇ ਜਿਹੜਾ ਉਸ ਨੂੰ ਐਕਸਪਲੋਰ ਕੀਤਾ ਜਾਏਗਾ। ਔਰ ਟਰੰਪ ਨੇ ਟਵੀਟ ਕੀਤਾ ਕਿ ਮੇਬੀ ਇੱਕ ਦਿਨ ਪਾਕਿਸਤਾਨ ਇੰਡੀਆ ਨੂੰ ਹੀ ਤੇਲ ਵੇਚੇ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਜ਼ਬਰਦਸਤ ਵਿਅੰਗ ਵੀ ਸੀ। ਲੇਕਿਨ ਇਹ ਸਾਰੀ ਖੇਡ ਦੇ ਚੱਲਦੇ ਆ ਜਿਹੜੇ ਇੰਡੀਅਨ ਜਿਹੜੇ ਪਹੁੰਚ ਚੱਕੇ ਸੀ, ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ, ਤੇ ਉਹ ਇਹ ਸੋਚਦੇ ਸੀ ਕਿ ਵੀ ਇੱਕ ਪਾਸੇ ਗੁੱਡ ਫਰੈਂਡ, ਔਰ ਇਹ ਕਹਿ ਕੇ ਜਿਵੇਂ ਇਹ ਸਾਰਾ ਪਾਰਟ ਹੋਇਆ, ਉਹਨਾਂ ਨੇ ਕਿਹਾ ਜੀ ਜਿਹੜਾ 4 ਰੋਜ਼ਾ ਜੰਗ ਹੋਈ ਉਹਦੇ 'ਚ ਤਾਂ ਪਾਕਿਸਤਾਨ ਨੇ ਜਿਹੜੇ 80% ਹਥਿਆਰ ਚੀਨ ਦੇ ਵਰਤੇ ਨੇ, ਕਿ ਹੁਣ ਜੇ ਅਕਰਮ ਮੁਨੀਰ ਫੀਲਡ ਮਾਰਸ਼ਲ
ਅਮਰੀਕਾ ਦੇ ਇੰਨੇ ਨੇੜੇ ਚਲੇ ਗਏ ਤਾਂ ਮਤਲਬ ਵੀ ਚਾਈਨਾ ਤੋਂ ਤਾਂ ਦੂਰੀ ਹੋਏਗੀ, ਪਰ ਚਾਈਨੀਜ਼ 5000 ਸਾਲ ਦੀ ਸਿਵਲਾਈਜੇਸ਼ਨ ਮੱਚ ਮੋਰ ਮੈਚਿਓਰ ਨੇ ਹਰ ਐਂਗਲ ਤੋਂ। ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਵੀ ਪਾਕਿਸਤਾਨ ਗਿਆ, ਉਹਨਾਂ ਨੇ ਮੁਲਾਕਾਤਾਂ ਕੀਤੀਆਂ, ਔਰ ਉਹੀ ਜਿਹੜੀ ਸਟੇਟਮੈਂਟ ਬਲੱਡ ਬ੍ਰਦਰਸ ਚਾਈਨਾ ਪਾਕਿਸਤਾਨ, ਆਇਰਨ ਕਲੈਡ ਦੋਸਤੀ, ਹਿਮਾਲਿਆ ਤੋਂ ਉੱਚੀ ਸਮੁੰਦਰ ਤੋਂ ਡੂੰਘੀ, ਔਰ ਉਸ ਸਾਰੇ ਦੇ ਚੱਲਦੇ ਆ। ਫਿਰ ਇੰਡੀਅਨਸ ਨੇ ਇਸ ਗੱਲ ਨੂੰ ਕਿਹਾ ਕਿ ਜੀ ਦੇਖੋ ਅਕਰਮ ਮੁਨੀਰ ਜਦੋਂ ਚਾਈਨਾ ਗਏ ਤਾਂ ਉਹਨਾਂ ਦਾ ਡਿਪਟੀ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਉਹਨਾਂ ਨੂੰ ਮਿਲਿਆ, ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨਹੀਂ ਸੀ ਮਿਲਿਆ। ਉਹ ਇਹ ਦੱਸਣਾ ਚਾਹੁੰਦੇ ਸੀ ਕਿ ਜਿਵੇਂ ਚਾਈਨਾ ਨਾ ਖੁਸ਼ ਹੈ ਕਿ ਵੀ ਇਹ ਅਮਰੀਕਾ ਦੇ ਨਾਲ ਨੇੜਤਾ ਤੋਂ, ਲੇਕਿਨ ਹੁਣ ਜਦੋਂ ਕਿ ਐਨ ਮੋਦੀ ਜਾ ਕੇ ਚੀਨਮ ਸ਼ਰਣਮ ਗੱਛਾਮੀ ਕਰ ਰਿਹਾ ਪਾਕਿਸਤਾਨ ਦੇ, ਕਿਉਂਕਿ SCO ਦੀ ਮੀਟ ਦੇ ਵਿੱਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਹੀ ਹਮੇਸ਼ਾ ਮੈਂ ਕਹਿੰਦਾ ਸ਼ਾਹਬਾਜ਼ ਸ਼ਰੀਫ ਵੀ ਗਏ ਹੋਏ ਨੇ, ਔਰ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਅਕਰਮ ਮੁਨੀਰ ਉਸ ਡੈਲੀਗੇਸ਼ਨ ਦਾ ਹਿੱਸਾ ਨੇ, ਔਰ ਉਹਨਾਂ ਨੇ ਮੁਲਾਕਾਤ ਵੀ ਕੀਤੀ ਸ਼ੀ ਜਿਨਪਿੰਗ ਨਾਲ। ਔਰ ਜੇ ਤੁਸੀਂ ਇੰਡੀਅਨ ਮੀਡੀਆ ਦਾ ਰਿਐਕਸ਼ਨ ਦੇਖੋ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਕਿੰਨੀ ਤਕਲੀਫ ਹੈ। PTI ਨੇ ਹੈਡਲਾਈਨ ਲਾਈ ਹੈ, ਪਾਕਿਸਤਾਨ ਆਰਮੀ ਚੀਫ ਮੁਨੀਰ ਮੀਟਸ ਚਾਈਨਾਜ਼ ਪ੍ਰੈਜ਼ੀਡੈਂਟ ਸ਼ੀ for the first time after taking over as field marshal। field marshal ਬਣਨ ਤੋਂ ਬਾਅਦ ਪਹਿਲੀ ਫਿਰ ਉਹਨਾਂ ਨੇ ਇਹ ਕਿਹਾ ਕਿ China stands ready to work with Pakistan to build upgraded versions of the China-Pakistan economical corridor and hopes Pakistan will take effective measures to ensure the safety of Chinese personnel, projects and institutions in Pakistan। She was quoted as saying ਕਿ ਭਾਈ ਚਾਈਨਾ ਨੇ ਇਹ ਕਿਹਾ ਕਿ ਵੀ ਅਸੀਂ ਪਾਕਿਸਤਾਨ ਦੇ ਨਾਲ ਅਪਗ੍ਰੇਡਡ ਵਰਸ਼ਨ ਜਿਹੜੀ ਹੈ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਇਹ ਤਾਂ ਆਲਰੇਡੀ ਉਹਨਾਂ ਦੇ ਫੋਰਨ ਮਿਨਿਸਟਰ ਨੇ ਵੀ ਜਦੋਂ ਚੀਨ ਦਾ ਗਿਆ ਪਾਕਿਸਤਾਨ ਨੇ ਕਿਹਾ, ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਜਿਹੜਾ ਹੈ ਉਹ ਚੀਨ ਦੇ ਜਿਹੜੇ ਮੁਲਾਜ਼ਮੀਨ ਨੇ ਔਰ ਪ੍ਰੋਜੈਕਟ ਔਰ ਇੰਸਟੀਟਿਊਸ਼ਨ ਉਹਨਾਂ ਦੀ ਹਿਫਾਜ਼ਤ ਕਰੇਗਾ, ਔਰ ਇਸ ਦੇ ਉੱਤੇ ਪੂਰੀ ਲੰਬੀ ਚੌੜੀ ਸਟੇਟਮੈਂਟ। ਔਰ ਫਿਰ ਟ੍ਰਿਬਿਊਨ ਨੇ ਇਸ ਨਾਲੋਂ ਵੀ ਜ਼ਿਆਦਾ ਕ੍ਰਿਸਪ ਔਰ ਵਿਅੰਗਾਤਮਕ ਸਟੇਟਮੈਂਟ ਲਾਈ, ਟਰੰਪਸ ਗੁੱਡ ਫਰੈਂਡ ਕੋਟ ਅਨਕੋਟ ਮੁਨੀਰ ਮੀਟਸ ਆਇਰਨ ਬ੍ਰਦਰ ਸ਼ੀ। ਕਹਿੰਦਾ ਵੀ ਦੇਖੋ ਇਹਨੂੰ ਸਕਸੈਸ ਹੈ ਇਹ ਪਾਕਿਸਤਾਨ ਦੀ ਡਿਪਲੋਮੇਸੀ ਦੀ ਕਿ ਇੱਕ ਪ੍ਰੈਜ਼ੀਡੈਂਟ ਮੁਨੀਰ ਨੂੰ ਗੁੱਡ ਫਰੈਂਡ ਕਹਿ ਰਿਹਾ ਹੈ, ਦੂਸਰਾ ਜਿਹੜਾ ਉਹ ਆਇਰਨ ਬ੍ਰਦਰ ਕਹਿ ਰਿਹਾ, ਪਰ ਇਹਨਾਂ ਦੀ ਤਕਲੀਫ ਤਾਂ ਸਮਝ ਆ ਸਕਦੀ ਹੈ ਕਿ ਭਾਈ ਇਹਨਾਂ ਨੂੰ ਇਹ ਹੈ ਕਿ ਵੀ ਇਹ ਇੱਕੋ ਵੇਲੇ ਵੀ ਸਾਡੇ ਹੱਥੋਂ ਤਾਂ ਨਾ ਅਸੀਂ ਅਮਰੀਕਾ ਦੇ ਸਕੇ ਬਣ ਸਕੇ ਨਾ ਚੀਨ ਦੇ ਸਕੇ ਬਣ ਸਕੇ, ਔਰ ਪਾਕਿਸਤਾਨ ਇੱਕੋ ਵੇਲੇ ਜਿਹੜਾ ਉਹ ਦੋਨੋਂ ਪਾਸਿਓਂ ਜਿਹੜਾ ਉਹ ਮਾਲ ਪੂੜੇ ਖਾ ਰਿਹਾ ਜੇ ਇਹਨਾਂ ਦੀ ਬੋਲੀ 'ਚ ਕਹਿਣਾ ਹੋਵੇ। ਔਰ ਉਹਦੇ 'ਚ ਫਿਰ ਜਿਹੜੀ ਦੂਸਰੀ 80 ਸਾਲ ਹੋ ਜਾਣੇ ਨੇ ਜਦੋਂ ਚੀਨ ਨੇ ਫਰੀडम ਲਈ ਜਾਪਾਨੀਆਂ ਨੂੰ ਉੱਥੋਂ ਕੱਢਿਆ, ਔਰ ਬਹੁਤ ਵੱਡੀ ਮਿਲਟਰੀ ਪੈਰੇਡ ਜਿਹੜੀ ਆਰਗੇਨਾਈਜ਼ ਕੀਤੀ ਜਾ ਰਹੀ ਹੈ ਜਿਹਦੇ 'ਚ ਅਕਰਮ ਮੁਨੀਰ ਇਨਵਾਈਟਡ ਨੇ, ਯਜ਼ਾਰ ਹੈ, ਸ਼ਾਹਬਾਜ਼ ਸ਼ਰੀਫ ਔਰ ਬਾਕੀ ਹੈਡ ਵੀ ਹੋਣਗੇ, ਲੇਕਿਨ ਮੋਦੀ ਜਿਹੜਾ ਉਹ ਚੱਲਦਾ ਹੋਇਆ ਉਹ SCO ਦੀ ਮੀਟ ਕਰਕੇ ਉਹ ਹੁਣ ਉਹਦੇ ਸਾਹਮਣੇ ਉਹਨੂੰ ਆਪਣੇ ਰਾਫੇਲ ਡਿਗੇ ਨਜ਼ਰ ਆਉਣਗੇ ਕਿ ਵੀ ਉਹ ਤਾਂ ਜਿਹੜੇ ਟੈਕਨੋਲੋਜੀ ਤੇ ਉਹ ਭਰੋਸਾ ਕਰਦੇ ਸੀ, ਔਰ ਚਾਈਨਾ ਜਿੱਥੇ ਕੁਛ ਨੋਨ ਹੈ ਵੀ ਉਹਦੇ ਕੋਲ ਵੈਪਨ ਕੈਪੈਸਿਟੀ ਕੀ ਹੈ, ਉਹਦੇ ਨਾਲ ਕੁਛ ਹੋਰ ਵੀ ਜਿਹੜਾ ਅਨਫੋਲਡ ਹੋਏਗਾ, ਔਰ ਚਾਈਨਾ ਜਿਹੜਾ ਉਹ ਦੱਸ ਰਿਹਾ ਕਿ ਭਾਈ ਉਹ ਆਪਣਾ ਮਿਲੀਟੈਰਲੀ ਕਿੱਧਰ ਨੂੰ ਮਾਰਚ ਕਰ ਰਿਹਾ, ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਇਹਨਾਂ ਦੀ ਤਕਲੀਫ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਫਿਰ ਉਹਨਾਂ ਨੇ ਕਿਹਾ ਕਿ ਵੀ ਚਾਈਨਾ ਨੇ ਇਹ ਕਿਹਾ ਕਿ ਵੀ ਅਸੀਂ ਤਿਆਰ ਹਾਂ ਬਿਲਕੁਲ ਪਾਕਿਸਤਾਨ ਦੇ ਨਾਲ ਉਹਨਾਂ ਦੀ ਸੇਫਟੀ ਔਰ ਦੂਜੀ ਜਿਹੜੀ ਉਹਦਾ ਧਿਆਨ ਵੀ ਰੱਖਣ, ਔਰ ਈਵਨ ਸ਼ਾਹਬਾਜ਼ ਸ਼ਰੀਫ ਨੇ ਵੀ ਜਿਹੜਾ ਹੇਲ ਕੀਤਾ ਗਲੋਬਲ ਗਵਰਨੈਂਸ ਇਨੀਸ਼ੀਏਟਿਵ ਜਿਹੜਾ ਸ਼ੀ ਨੇ ਪ੍ਰਪੋਜ਼ ਕੀਤਾ SCO ਸਮਿਟ ਦੇ ਉੱਤੇ ਕਿ ਗਲੋਬਲ ਗਵਰਨੈਂਸ ਹੋਏ ਕਿ ਵੀ ਦੁਨੀਆ ਦੀ ਪੀਸ ਡਿਵੈਲਪਮੈਂਟ ਸਟੇਬਿਲਿਟੀ ਦੇ ਲਈ, ਔਰ ਪਾਕਿਸਤਾਨ ਦੇ ਨੇ ਫਰਮਲੀ ਕਿਹਾ ਵੀ ਅਸੀਂ ਵਨ ਚਾਈਨਾ ਪਾਲਿਸੀ ਕਿ ਤਿੱਬਤ ਵੀ ਤਾਈਵਾਨ ਵੀ ਚੀਨ ਦਾ ਹਿੱਸਾ ਹੈ, ਔਰ ਅਸੀਂ ਨਾਲ ਦੀ ਨਾਲ ਦੋਨਾਂ ਮੁਲਕਾਂ ਦੀ ਕੋਆਪਰੇਸ਼ਨ ਹਰ ਫੀਲਡ ਦੇ ਵਿੱਚ ਹੋਰ ਮਜ਼ਬੂਤ ਹੋਏ ਔਰ ਇਸ ਨੂੰ ਕਰਾਂਗੇ। ਸੋ ਸਾਨੂੰ ਤਾਂ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਵੀ ਜਦੋਂ ਪਾਕਿਸਤਾਨ ਦੀ ਚੜ੍ਹਾਈ ਹੁੰਦੀ ਹੈ ਔਰ ਬ੍ਰਾਹਮਣਾਂ ਨੂੰ ਤਕਲੀਫ ਹੁੰਦੀ ਹੈ, ਔਰ ਇਹ ਆਪਣੇ ਆਪ ਦੇ ਵਿੱਚ
ਇਹ ਦੱਸਦਾ ਹੈ ਕਿ 6 ਮਹੀਨਿਆਂ ਨੇ ਪਿਛਲੇ 25+ ਸਾਲਾਂ ਦਾ ਜਿਹੜਾ ਸਾਰਾ ਮੈਥਮੈਟਿਕਸ ਹੈ ਉਹ ਪੁੱਠਾ ਘੁਮਾ ਕੇ ਮਜਬੂਰ ਕਰ ਦਿੱਤਾ ਕਿ ਭਾਰਤ ਜਾ ਕੇ ਚੀਨ ਦੇ ਪੈਰਾਂ 'ਚ ਡਿੱਗਿਆ ਹੋਇਆ ਹੈ। ਔਰ ਇਧਰ ਜਿਹੜਾ ਪਾਕਿਸਤਾਨ ਦਾ ਸਟਰੋਂਗ ਮੈਨ ਫੀਲਡ ਮਾਰਸ਼ਲ ਅਕਰਮ ਮੁਨੀਰ ਟਰੰਪ ਦਾ ਗੁੱਡ ਫਰੈਂਡ ਹੈ ਔਰ ਚਾਈਨਾ ਦਾ ਆਇਰਨ ਬ੍ਰਦਰ ਹੈ, ਬਲੱਡ ਬ੍ਰਦਰ ਹੈ। ਜੀ ਰਾਜ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਨ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਬਾਅਦ ਫਿਰ ਤੁਹਾਡਾ ਸਵਾਗਤ ਹੈ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਵਿਦੇਸ਼ ਨੀਤੀ ਦਾ ਪੂਰੀ ਤਰ੍ਹਾਂ ਨਜ਼ਰਨਾਜ਼ਾ ਜਿਹੜਾ ਉੱਠਿਆ ਹੋਇਆ ਹੈ ਔਰ ਅੰਦਰੂਨੀ ਹਲਕਿਆਂ ਅਨੁਸਾਰ ਇਹ ਅਡਾਨੀ ਦੀ ਪੁਸ਼ਤਪਨਾਹੀ ਵਾਲੇ ਜੈ ਸ਼ੰਕਰ ਅਤੇ ਅਜੀਤ ਡੋਵਾਲ ਵਿਚਾਲੇ ਕਲੇਸ਼ ਦਾ ਹੀ ਨਤੀਜਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਕਰੈਕਸ਼ਨ ਕਰਨਾ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ, ਉਹਨਾਂ ਦਾ ਨਾਂ ਆਸਮ ਮੁਨੀਰ ਹੈ। ਸਮਹੋ ਮੇਰੇ ਕੰਪਿਊਟਰ 'ਚ ਅਕਰਮ ਮੁਨੀਰ ਕਰਕੇ ਵੜਿਆ ਹੋਇਆ ਹੈ। ਅੱਛਾ, ਮੈਂ ਉਹਨਾਂ ਨੂੰ ਜਿਹੜਾ ਅਕਰਮ ਮੁਨੀਰ ਕਿਹਾ, ਪਰ ਕਰੈਕਟ ਨਾਂ ਉਹਨਾਂ ਦਾ ਆਸਮ ਮੁਨੀਰ ਹੈ। ਦੇਖੋ, ਜਦੋਂ ਅੰਗਰੇਜ਼ੀ ਦਾ ਇੱਕ ਹੀ ਇਹ ਅਖਾਣ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ, ਕਿ ਜਿੱਤ ਦੇ ਬਹੁਤ ਬਾਪੂ ਹੁੰਦੇ ਨੇ, ਜਿਹੜੀ ਹਾਰ ਹੁੰਦੀ ਆ ਉਹ ਯਤੀਮ ਹੁੰਦੀ ਹੈ। ਜਦੋਂ ਕਿਸੇ ਵੀ ਕੰਮ ਦੇ ਵਿੱਚ ਕਾਮਯਾਬੀ ਹੋਏ ਤਾਂ ਤੁਸੀਂ ਦੇਖੋਗੇ ਕਿ ਕਿੰਨੇ ਆਣਗੇ ਕਿ ਮੈਂ ਇਸ ਤਰ੍ਹਾਂ ਕਿਹਾ ਸੀ, ਮੈਂ ਇਵੇਂ ਕਿਹਾ ਸੀ, ਮੇਰੀ ਰਾਏ ਤੇ ਤੁਸੀਂ ਕੰਮ ਕੀਤਾ, ਇਵੇਂ ਹੋਇਆ। ਤੇ ਜਦੋਂ ਕੋਈ ਚੀਜ਼ ਡਿਫੀਟ ਵੱਲ ਚਲੀ ਜਾਏ, ਹਾਰ ਮਿਲੇ ਕਿਸੇ ਇਸ਼ੂ ਤੇ ਹਾਰ ਦੀ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ ਹੁੰਦਾ। ਇਹਨਾਂ 11 ਸਾਲਾਂ ਦੇ ਵਿੱਚ 2014 ਤੋਂ ਲੈ ਕੇ ਜੇ ਤੁਸੀਂ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ, ਖੂਨੀ ਤਿਕੜੀ ਜਿਹਦੇ ਲਈ ਅਸੀਂ ਲਫ਼ਜ਼ ਕਹਿੰਦੇ, ਔਰ ਉਹਦੇ 'ਚ ਜਿੱਥੇ ਫੋਰਨ ਪਾਲਿਸੀ ਜੈ ਸ਼ੰਕਰ ਦੀ ਚੱਲਦੀ ਸੀ, ਜਿਹਨੂੰ ਲੈ ਕੇ ਉਹਨੇ ਪੂਰਾ ਕ੍ਰੈਡਿਟ ਵੀ ਆਪਣੇ ਖਾਤੇ 'ਚ ਰੱਖਿਆ, ਅਮਰੀਕਾ ਸੈਂਟਰਿਕ ਪਾਲਿਸੀ ਹੋ ਗਈ, ਅਮਰੀਕਾ ਦੇ ਪੈਰਾਂ 'ਚ ਡਿੱਗਣ ਵਾਲੀ ਲਾਈਨ, ਔਰ ਪੂਰੀ ਤਰ੍ਹਾਂ ਜਿਹੜਾ ਹੈ ਉਹ ਅਮਰੀਕਾ ਦੇ ਨਾਲ ਜਿਹੜਾ ਕੁਆਡ ਦਾ ਹਿੱਸਾ ਬਣਨ ਦੀ ਲਾਈਨ। ਇਨਰ ਪੋਲਿਟਿਕਸ ਦੇ ਵਿੱਚ ਬੇਸ਼ੱਕ ਹੋਮ ਮਿਨਿਸਟਰ ਅਮਿਤ ਸ਼ਾਹ ਹੈ, ਪਰ ਅਮਿਤ ਸ਼ਾਹ ਔਰ ਅਜੀਤ ਡੋਵਲ ਦੀ ਅੰਡਰਸਟੈਂਡਿੰਗ ਇਸ ਲੈਵਲ ਦੀ ਸੀ ਕਿ ਜਿਹੜੀ ਮੂਵਮੈਂਟਸ ਨੂੰ ਕ੍ਰਸ਼ ਕਰਨ ਦੀ ਲਾਈਨ ਦੇ ਥੱਲੇ ਅਜੀਤ ਡੋਵਲ ਔਰ ਅਮਿਤ ਸ਼ਾਹ ਦੀ ਲਾਈਨ ਟਰਾਂਸਨੈਸ਼ਨਲ ਰਿਪਰੈਸ਼ਨ, ਉਹਨੂੰ ਕਿਵੇਂ ਅਡਾਪਟ ਕੀਤਾ ਗਿਆ। ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ, ਉਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਹੈਪੀ, ਫਿਰ
2 ਸਾਲ ਪਹਿਲਾਂ ਅਸੀਂ 15 ਜੂਨ 2023 ਨੂੰ ਇੰਗਲੈਂਡ 'ਚ ਅਵਤਾਰ ਸਿੰਘ ਖੰਡਾ, 18 ਜੂਨ ਨੂੰ ਜਿਹੜੇ ਹਰਦੀਪ ਸਿੰਘ ਨਿੱਜਰ, ਔਰ ਫਿਰ ਨਿਊਯਾਰਕ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਹੋਇਆ, ਇਹ ਸਿੱਧੇ ਤੌਰ ਦੇ ਉੱਤੇ, ਕਿਉਂਕਿ ਅਜੀਤ ਡੋਵਲ ਸਪਾਈ ਮਾਸਟਰ ਹੈ, ਉਹਦੀ ਨੀਤੀ, ਔਰ ਵਿਦ ਦਾ ਕੈਨੇਡਾ ਨੇ ਤਾਂ ਨੇਮ ਵੀ ਕੀਤਾ ਸੀ ਅਮਿਤ ਸ਼ਾਹ ਨੂੰ, ਔਰ ਮੋਦੀ ਵੋਟ ਕੈਚਰ ਵੀ ਉਹਨੇ ਐਂਟੀ ਮੁਸਲਿਮ ਲਾਈਨ ਪੂਰੀ ਤਰ੍ਹਾਂ ਖੁੱਲ੍ਹ ਕੇ ਲੈ ਕੇ ਕਿ ਜੀ ਦੇਖੋ ਜੇ ਬੀਜੇਪੀ ਨਾ ਪਾਵਰ 'ਚ ਰਹੀ ਤਾਂ ਤੁਹਾਡੇ ਮੰਗਲ ਸੂਤਰ ਵੀ ਮੁਸਲਮਾਨ ਲੈ ਜਾਣਗੇ, ਤੁਹਾਡੀਆਂ ਜਿਹੜੀਆਂ ਨੇ ਉਹ ਮੰਦਰ ਵੀ ਜਾਂਦੇ ਲੱਗਣਗੇ, ਦੇਖੋ ਸ਼ਮਸ਼ਾਨ ਹੈ ਕਿ ਮੰਦਰ ਹੈ ਤੇ ਫਲਾਣਾ ਹੈ ਤੇ ਢਿਮਕਾ ਹੈ, ਉਹ ਉਸ ਕੰਮ ਦੇ ਲਈ। ਔਰ ਇਹਨਾਂ ਸਾਰਿਆਂ ਦੀ ਬੈਕਿੰਗ ਨਾਗਪੁਰ ਜਿਹੜਾ ਪੂਰਾ ਸਲੋ। ਹੁਣ ਇਹ ਤਾਂ ਇੱਕ ਵਿਜ਼ੀਬਲ ਸੀ ਕਿ ਜੀ ਦੇਖੋ ਇੱਧਰ ਕਰ ਰਿਹਾ ਉੱਧਰ, ਲੇਕਿਨ ਇਹਨਾਂ ਦੇ ਪਿੱਛੇ ਜਿਹੜੀ ਬੈਕਬੋਨ ਜਿਹਦੇ ਥੱਲੇ ਸਾਰਾ ਫਾਈਨੈਂਸ ਹੋ ਰਿਹਾ ਹੈ, ਜਿਸ ਅੰਦਾਜ਼ ਦੇ ਵਿੱਚ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਇੱਕ ਪੂਰੀ ਪ੍ਰੋਪੇਗੈਂਡਾ ਕਰਪਸ਼ਨ ਦਾ ਮੁੱਦੇ ਨੂੰ ਬਣਾ ਕੇ ਰਾਮਦੇਵ ਨੂੰ ਫੀਲਡ 'ਚ ਉਤਾਰਿਆ ਗਿਆ, ਅੰਨਾ ਹਜ਼ਾਰੇ ਨੂੰ ਲਿਆਂਦਾ ਗਿਆ, ਅਜੀਤ ਡੋਵਾਲ ਦੀ ਵਿਵੇਕਾਨੰਦ ਫਾਊਂਡੇਸ਼ਨ ਸਾਰੇ ਪ੍ਰਬੰਧ ਕਰ ਰਹੇ ਸੀ, ਕਿਵੇਂ 24/7 ਮੀਡੀਆ ਦੇ ਉੱਤੇ ਜਿਹੜਾ ਉਸ ਕੁਛ ਚੱਲਦਾ ਰਿਹਾ। ਹੁਣ ਉਹ ਤਾਂ ਦੋ ਵੱਡੇ ਗੁਜਰਾਤੀ, ਇੱਕ ਜ਼ਮਾਨੇ ਜਦੋਂ 80 ਗਰੋਹ ਹੋ ਰਹੇ ਸੀ ਉਦੋਂ ਅਸੀਂ ਸੁਣਦੇ ਹੁੰਦੇ ਸੀ ਕਿ ਇਹ ਲੀਡਰ ਤਾਂ ਸਾਹਮਣੇ ਦਿਖਾਉਣ ਨੂੰ ਨੇ, ਅਸਲੀ ਤਾਂ ਬਿਰਲਿਆਂ ਟਾਟਿਆਂ ਦੀ ਹਕੂਮਤ ਹੈ, ਨਹੀਂ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ। ਹੁਣ ਉਹਦੇ 'ਚ ਜਿਹੜਾ ਬਿਰਲਾ ਉਹ ਹਿੰਦੂ ਸੀ, ਟਾਟਾ ਜਿਹੜਾ ਉਹ ਪਾਰਸੀ ਸੀ, ਪਰ ਇਹ ਕਾਂਗਰਸ ਦੇ ਨੇੜੇ ਸੀ ਜ਼ਾਹਰ ਹੈ ਸਰਕਾਰ ਦੀ। ਪਰ ਜਿਸ ਹੱਦ ਤੱਕ ਜਾ ਕੇ ਅੰਬਾਨੀ ਅਡਾਨੀ ਨੇ, ਹਾਲਾਂਕਿ ਇਹਨਾਂ ਦੀ ਆਪਸ 'ਚ ਖਹਿਬਾਜ਼ੀ ਵੀ ਹੈ, ਪਰ ਦੋਨੋਂ ਹੀ ਗੁਜਰਾਤੀ, ਔਰ ਇਹਨਾਂ ਨੇ ਇਨਫਲੂਐਂਸ ਕੀਤਾ ਪੋਲਿਟਿਕਸ ਨੂੰ। ਜਿਵੇਂ ਇੱਕ ਸਧਾਰਨ ਜਿਹਾ ਜ਼ੁਮਰਾ ਸੋਸ਼ਲ ਮੀਡੀਆ ਤੇ ਸੀ ਕਿ 2 ਗੁਜਰਾਤੀ ਮੁਲਕ ਨੂੰ ਵੇਚ ਰਹੇ ਨੇ, 2 ਖਰੀਦ ਰਹੇ ਨੇ, ਕਿ ਮੋਦੀ ਅਮਿਤ ਸ਼ਾਹ ਵੇਚ ਰਹੇ ਨੇ ਔਰ ਅੰਬਾਨੀ ਅਡਾਨੀ ਖਰੀਦ ਰਹੇ ਨੇ। ਹੁਣ ਜਦੋਂ ਅਮਰੀਕਾ ਦੇ ਵਿੱਚ ਪੀਟਰ ਨੋਰਵੈਨੋ ਟਰੰਪ ਦਾ ਐਡਵਾਈਜ਼ਰ ਇਹ ਕਹਿੰਦਾ ਹੈ ਕਿ ਜੀ ਇੱਥੇ ਜਿਹੜੇ ਉਹ ਆਇਲ ਇੰਡਸਟਰੀ ਵਾਲੇ ਤੁਹਾਡੇ ਬ੍ਰਾਹਮਣ ਪ੍ਰੋਫਿਟਰਿੰਗ ਨੇ, ਆਮ ਇੰਡੀਅਨਸ ਦੇ ਪੱਲੇ ਕੁਛ ਨਹੀਂ, ਇੱਕਦਮ ਧਿਆਨ ਗਿਆ ਕਿ ਵੀ ਇਹ ਮੈਂਸ਼ਨ ਕਿਹਨੂੰ ਕੀਤਾ ਹੈ। ਸਾਹਮਣੇ ਆ ਗਿਆ ਕਿ ਰਿਲਾਇੰਸ ਹੀ ਹੈ ਮੇਨ, ਜਿਹੜੀ $200 ਮਿਲੀਅਨ ਪਰ ਡੇ ਜਦੋਂ ਰਸ਼ੀਆ ਦਾ ਆਇਲ ਹੈ ਉਹ ਪ੍ਰੋਫਿਟ ਬਣਾ ਰਹੇ, $16 ਬਿਲੀਅਨ ਉਹਨਾਂ ਦੀ ਪਾਕਟ 'ਚ ਗਿਆ। ਬਿਲਕੁਲ। ਅੰਬਾਨੀ ਦੇ ਅਡਾਨੀ ਉਹ ਆਲਰੇਡੀ ਨਿਊਯਾਰਕ ਦੇ ਵਿੱਚ ਆਪਣੇ ਅਦਾਲਤੀ ਕੇਸ 'ਚ ਫਸਿਆ ਹੋਇਆ, ਗ੍ਰਿਫਤਾਰੀ ਵੀ ਉਹਦੀ ਹੋ ਸਕਦੀ ਹੈ, ਸੋਲਰ ਪ੍ਰੋਜੈਕਟ ਲਈ ਕਿਵੇਂ ਰਿਸ਼ਵਤ ਦਿੱਤੀ ਔਰ ਲਾਅ ਨੂੰ ਫਲਾਊਟ ਕੀਤਾ। ਔਰ ਇਹ ਦੋਨੋਂ ਹੀ ਅੰਬਾਨੀ ਅਡਾਨੀ ਆਲਮੋਸਟ ਇੰਡੀਆ ਦਾ ਜਾਂ ਮੋਦੀ ਔਰ ਦੂਜਾ, ਹੁਣ ਇਹ ਸਾਹਮਣੇ ਆ ਰਿਹਾ ਕਿ ਵੀ ਇਨਫੈਕਟ ਇਹਨਾਂ ਦੇ ਵਿੱਚ ਵੀ ਜਿਹੜਾ ਅੰਬਾਨੀ ਹੈ, ਮੁਕੇਸ਼ ਅੰਬਾਨੀ, ਇਹ ਐਸ ਜੈ ਸ਼ੰਕਰ ਦਾ ਪੈਟਰਨ ਹੈ, ਉਸ ਦਾ ਜਿਹੜਾ ਉਹ ਅੱਕ ਹੈ, ਔਰ ਅਡਾਨੀ ਜ਼ਾਹਰ ਹੈ ਉਹ ਅਜੀਤ ਡੋਵਲ ਔਰ ਮੋਦੀ ਦਾ ਫੇਵਰੇਟ ਹੈ, ਇਸ ਲਈ ਜਿਹੜਾ ਉਹ ਉਹਨੂੰ, ਹਾਲਾਂਕਿ ਦੋਨਾਂ ਨੂੰ ਹੀ ਸਾਰੇ ਦੋਨੋਂ ਹਿੰਦੂ ਤਾਂ ਵੀ ਨੇ। ਹੁਣ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਵੀ ਇਹ ਜਿਹੜਾ ਇੰਨਾ ਕਲੈਪਸ ਹੋਇਆ ਫੋਰਨ ਪਾਲਿਸੀ ਦਾ, ਇਹਦੇ ਪਿੱਛੇ ਕੌਣ ਹੈ। ਹੁਣ ਇੱਕ ਅਸੀਂ ਵੀ ਡਿਸਕਸ ਕੀਤਾ ਸੀ ਕਿ ਇਹ ਇੱਕ ਸਾਲਾਨਾ ਇਹਨਾਂ ਦਾ ਇੱਕ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦਿੱਲੀ ਬੇਸਡ ਥਿੰਕ ਟੈਂਕ ਹੈ, ਜਿਹਨੂੰ ਜਿਹੜਾ ਕਿ ਹਰ ਸਾਲ ਰਾਇਸੀਨਾ ਡਾਇਲੌਗ ਕਰਵਾਉਂਦਾ ਹੈ। ਰਾਇਸੀਨਾ ਡਾਇਲੌਗ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਉਹ ਆ ਕੇ ਜੀਓ ਪੋਲਿਟਿਕਸ ਦੇ ਉੱਤੇ ਬੋਲਦੇ ਨੇ। ਆ ਪਿਛਲਾ ਜਿਹੜਾ ਰਾਇਸੀਨਾ ਡਾਇਲੌਗ ਸੀ, ਜਿਹਦੇ 'ਚ ਜਦੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵੀ ਗਿਆ ਔਰ ਖਾਸ ਤੌਰ 'ਤੇ ਨਿਊਜ਼ੀਲੈਂਡ ਦਾ, ਔਰ ਉਹਨੂੰ ਕਿਵੇਂ ਉਹ ਪਲਕੀ ਸ਼ਰਮਾ ਹੋਏ, ਔਰ ਦੂਸਰੀ ਜਿਹੜੀ ਹੈ ਉਹ ਸੁਹਾਸਿਨੀ ਹੈਦਰ, ਹਿੰਦੂ ਦੀ ਬਿਊਰੋ ਚੀਫ, ਉਹ ਕਿਵੇਂ ਇੰਟਰਵਿਊ ਕਰ ਰਹੀਆਂ ਨੇ ਨਿਊਜ਼ੀਲੈਂਡ ਵਾਲਿਆਂ ਨੂੰ, ਕਹਿ ਰਹੇ ਨੇ ਕਿ ਤੁਸੀਂ ਉੱਥੇ ਖਾਲਿਸਤਾਨ ਰੈਫਰੈਂਡਮ ਕਿਉਂ ਨਹੀਂ ਰੋਕਿਆ, ਜਾਂ ਉਹਨਾਂ ਕਿਹਾ ਫਰੀडम ਆਫ ਐਕਸਪ੍ਰੈਸ਼ਨ ਹੈ। ਹੁਣ ਰਾਇਸੀਨਾ ਡਾਇਲੌਗ ਬਹੁਤ ਵੱਡੀ ਇਵੈਂਟ ਬਣ ਗਿਆ। ਹੁਣ ਜਦੋਂ ਇਹਨਾਂ ਦੀ ਆਪਸੀ ਕਲੈਪਸ ਹੋਇਆ, ਸਭ ਕੁਝ ਸਾਹਮਣੇ ਆਇਆ, ਔਰ ਅਸੀਂ ਕਿਹਾ ਕਿ ਵੀ ਈਵਨ ਐਸ ਜੈ ਸ਼ੰਕਰ ਮੋਦੀ ਦੇ ਨਾਲ ਨਹੀਂ ਗਿਆ, ਨਾ ਜਾਪਾਨ ਦੇ ਦੌਰੇ 'ਤੇ ਨਾ ਚੀਨ ਦੇ ਦੌਰੇ 'ਤੇ, ਤੇ ਹੁਣ ਇਹ ਸਾਹਮਣੇ ਆ ਰਿਹਾ ਵੀ ਅਸਲ 'ਚ ਇਹ ਜਿਹੜਾ ਆਬਜ਼ਰਵਰ ਰਿਸਰਚ ਫਾਊਂਡੇਸ਼ਨ ORF ਜਿਹੜਾ ਥਿੰਕ ਟੈਂਕ ਹੈ, ਇਹ ਤਾਂ ਖੜਾ ਹੀ ਅੰਬਾਨੀਆਂ ਨੇ ਕੀਤਾ, ਰਿਲਾਇੰਸ ਵਾਲਿਆਂ ਨੇ ਇਹਨਾਂ ਦੀ ਫੰਡਿੰਗ ਵੀ ਔਰ ਦੂਜੀ ਵੀ।
ਔਰ ਇਸ ਦਾ ਜਿਹੜਾ ਮੇਨ ਡਾਇਰੈਕਟਰ ਹੈ ਉਹ ਐਸ ਜੈਸ਼ੰਕਰ ਦਾ ਲੜਕਾ ਹੈ। ਇਹਦਾ ਮਤਲਬ ਇਹ ਹੈ ਵੀ ਕਿੰਨੀ, ਔਰ ਹੁਣ ਇਹਨਾਂ ਦੀ ਆਪਸੀ ਖਹਿਬਾਜ਼ੀ ਚੱਲ ਰਹੀ ਹੈ ਕਿ ਬਈ ਤੁਹਾਡੇ ORF ਨੇ ਬੇੜਾ ਗਰਕ ਕਰਤਾ ਹੈ। ਹੁਣ ਇਹ ਆ ਰਿਹਾ ਕਿ ਵੀ ਈਵਨ ਐਕਸਟਰਨਲ ਅਫੇਅਰਸ ਮਿਨਿਸਟਰੀ ਇੰਡੀਆ ਦੀ ਇਹ ਸ਼ਿਕਾਇਤ ਕਰਦੀ ਰਹੀ ਵੀ ਜਿਹੜੀ ਪਾਲਿਸੀ ਮੇਕਿੰਗ ਹੈ ਉਹ ਸਾਡੀ ਥਾਂ ਦੇ ਉੱਤੇ ਤਾਂ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਕਰ ਰਹੀ ਸੀ। ਔਰ ਇਹ ਹੈਡਲਾਈਨ ਹੈ ਪੂਰੀ ਇਸ ਖਬਰ ਦੀ ਨਿਊਜ਼ ਗਰੁੱਪ ਡੈਸਕ ਦੀ ਕਿ ORF's increasing influence on India's foreign relations irked Ministry of External Affairs official. The think tank is on spot for running a parallel external affairs ministry. ਕਿ ਇੱਕ ਐਸ ਜੈ ਸ਼ੰਕਰ ਜਿਹੜਾ ਹੈ ਉਹ ਖੁਦ ਜਿਹੜਾ ਉਹ ਤਾਂ ਹੈ ਹੀ ਸੀ ਫੋਰਨ ਮਿਨਿਸਟਰ, ਲੇਕਿਨ ਇਹ ਜਿਹੜਾ ORF ਹੈ ਜਿਹਦਾ ਡਾਇਰੈਕਟਰ ਉਸ ਦਾ ਮੁੰਡਾ ਧਰੂ ਜਿਹੜਾ ਜੈ ਸ਼ੰਕਰ ਹੈ ਉਹ ਇਹਨੂੰ ਰਨ ਕਰ ਰਹੇ ਨੇ। ਔਰ ਫਿਰ ਇਹ ਆਇਆ ਕਿ ਜੀ ਇਹ ਜਿਹੜਾ ORF ਹੈ 1990 ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀ ਔਰ ਇਸ ਦੀ ਜਿਹੜੀ ਫੰਡਿੰਗ ਹੈ ਸਾਰੀ ਉਹ ਅੰਬਾਨੀ ਗਰੁੱਪ ਕਰਦਾ ਹੈ। ਜੈ ਸ਼ੰਕਰ ਡੀ ਫੈਕਟੋ ਪਾਵਰ ਸੈਂਟਰ ਹੈ ਇਸ ORF ਦਾ ਔਰ ਆਪਣੇ ਫੋਰਨ ਸੈਕਟਰੀ ਹੋਣ ਦੇ ਦੌਰਾਨ ਵੀ ਇਸ ਦੇ ਉੱਤੇ ਉਹ ਇਨਫਲੂਐਂਸ ਕਰਦਾ ਰਿਹਾ। ਔਰ 2016 ਤੋਂ ਬਾਅਦ ਜਿਹੜਾ ਇਸ ਦੀ ਬੜੀ ਚੜ੍ਹਤ ਹੋਈ ਹੈ ਕਿਉਂਕਿ ਬਹੁਤ ਸਾਰੀ ਫੰਡਿੰਗ ਵੀ ਰਿਲਾਇੰਸ ਵਾਲਿਆਂ ਨੇ ਦਿੱਤੀ ਹੈ। ਔਰ ਧਰੁਵ ਜੈ ਸ਼ੰਕਰ ਜਿਹੜਾ ਐਸ ਜੈ ਸ਼ੰਕਰ ਦਾ ਮੁੰਡਾ ਹੈ ਉਹ ਇਸ ਦਾ ਮੇਨ ਕਰਤਾ ਧਰਤਾ ORF ਦਾ ਹੈ। ਔਰ ਇਹ ਵਾਸ਼ਿੰਗਟਨ DC ਜਿਹੜਾ ਹੈ ਉਹ ਨਿਊ US ਪ੍ਰੋਗਰਾਮ ਜਨਵਰੀ 2020 ਤੋਂ ਇਸ ਦੇ ਉੱਤੇ ਉਹਨਾਂ ਦਾ ਪੂਰਾ ਹੈ। ਔਰ ਉਹਨਾਂ ਨੇ ਕਿਹਾ ਵੀ ORF ਕੱਲ੍ਹ ਕੋਈ ਡਾਇਲੋਗ ਕਰਾਉਣ ਤੱਕ ਨਹੀਂ ਮਹਿਦੂਦ, ਸਰਵੇਲੈਂਸ ਆਫ ਪੋਲੀਟੀਸ਼ੀਅਨਸ ਐਂਡ ਇੰਡੀਅਨ ਫੋਰਨ ਸਰਵਿਸ ਆਫਿਸਰਸ। ਔਰ ਉਹਨਾਂ ਨੇ ਕਿਹਾ ਇਟ ਆਲਸੋ ਐਕਿਊਜ਼ਡ ਆਫ ਸ਼ੇਪਿੰਗ ਪਾਲਿਸੀ ਥਰੂ ਗਲੋਬਲ ਇਵੈਂਟਸ ਇਨ ਟੋਕੀਓ, ਮਾਰਸੇਲੇ ਐਂਡ ਜਨੀਵਾ। ਔਰ ਉਹਨਾਂ ਨੇ ਕਿਹਾ ਵੀ ਪੈਰਲਲ ਪਾਵਰ ਸੈਂਟਰ ਬਣਿਆ ਹੋਇਆ ਹੈ ਔਰ ਇਸ ਵੇਲੇ ਜਿਹੜੀਆਂ ਨੇ these allegations surface amid intensifying corporate rivalry between Adani and Ambani. They also coincide with reported stains between Minister Jai Shankar and National Security Advisor Ajit Doval, ਕਿਉਂਕਿ ਅਜੀਤ ਡੋਵਲ ਅਡਾਨੀ ਦੇ ਨੇੜੇ ਹੈ, ਜੈ ਸ਼ੰਕਰ ਅੰਬਾਨੀ ਦਾ ਹੈ ਔਰ ਜੈ ਸ਼ੰਕਰ ਦਾ ਮੁੰਡਾ ਉਸ ਥਿੰਕ ਟੈਂਕ ਨੂੰ ਲੀਡ ਕਰਦਾ ਹੈ ਜਿਹਨੂੰ ਅੰਬਾਨੀ ਜਿਹੜੇ ਨੇ ਉਹ ਫੰਡ ਕਰਦੇ ਨੇ। ਔਰ ਇਸ ਸਾਰੇ ਦੇ ਵਿੱਚ ਮੁਲਕ ਦੀ ਫੋਰਨ ਪਾਲਿਸੀ ਜਾਏ ਜਿਹੜੀ ਹੈ ਉਹ ਖੂਚ। ਔਰ ਇਹ ਜਿਹੜੇ ਨੇ ਇੰਡੀਅਨ ਕੈਪੀਟਲਿਜ਼ਮ ਦੀਆਂ ਦੇ ਦੋਨੋਂ ਹੀ ਚਿਹਰੇ ਜਿਹੜੇ ਨੇ ਅੰਬਾਨੀ ਔਰ ਅਡਾਨੀ ਉਹ ਮੁਲਕ ਨੂੰ ਰਨ ਕਰ ਰਹੇ ਨੇ। ਔਰ ਕਿਉਂਕਿ ਜੇ ਐਸ ਜੈ ਸ਼ੰਕਰ ਨੇ ਅਮਰੀਕਾ ਦੇ ਨਾਲੋਂ ਵਿੱਤ ਕਰਕੇ ਤੇਲ ਵੇਚਣ ਦੀ ਗੱਲ ਕੀਤੀ ਤੇ ਪ੍ਰੋਫਿਟ ਕਿਹਨੂੰ ਹੋਇਆ $16 ਬਿਲੀਅਨ ਉਹ ਅੰਬਾਨੀਆਂ ਨੂੰ। ਬਿਲਕੁਲ। ਔਰ ਇਹਦੇ ਥੱਲੇ ਉਹਨੇ ਇੰਪਰੂਵ ਵੀ ਨਹੀਂ ਹੋਣ ਦਿੱਤਾ ਕਿ ਵੀ ਇੰਡੀਆ ਬਾਏ ਨਾ ਕਰੇ ਔਰ ਉਹਨੂੰ ਮਾਰਕੀਟ 'ਚ ਨਾ ਲਿਆਏ। ਔਰ ਇਹੀ ਕਾਰਨ ਹੈ ਕਿ ਇਸ ਵੇਲੇ ਇਹ ਵੀ ਰਿਊਮਰਸ ਨੇ ਕਿ ਐਸ ਜੈ ਸ਼ੰਕਰ ਚੱਲਦਾ ਵੀ ਹੋ ਸਕਦਾ ਹੈ। ਔਰ ਕਾਂਗਰਸ 'ਚ ਬੈਠਾ ਕੇਰਲਾ ਦਾ ਸ਼ਸ਼ੀ ਥਰੂਰ ਜਿਹੜਾ ਪੱਟਾਂ ਨੂੰ ਤੇਲ ਮਲ ਕੇ ਬੈਠਾ ਹੈ ਕਿ ਸ਼ਾਇਦ ਮੇਰਾ ਦਾ ਲੱਗ ਜਾਏ ਕਿਉਂਕਿ ਉਹ ਵੀ ਮੋਦੀ ਦੇ ਅੱਜ ਕੱਲ੍ਹ ਕਾਫੀ ਗੁਣ ਗਾਇਨ ਕਰ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਧਰਮ ਸਿੰਘ ਜੀ ਸਾਡੇ ਪਿਆਰੇ ਵਿਊਅਰ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਨਮਾਲ ਜੀ, ਨਿਹੰਗ ਸਿੰਘ ਜੀ, ਪਰਮਿੰਦਰ ਜੀ, ਹਰਮਨ ਪੰਨੂ ਜੀ, ਜਾਕੂਬ ਜੀ ਵੀ ਸਾਡੇ ਕੋਲ ਆਏ ਨੇ ਔਰ ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਹਰੇਕ ਸੈਗਮੈਂਟ ਦੇ ਥੱਲੇ ਉਹਨਾਂ ਨੇ ਆਪਣਾ ਕਮੈਂਟ ਦਿੱਤਾ और कहते हैं जो बोले सुने सत श्री अकाल और कहते कैसे हैं डॉक्टर साहब मिस नीलम और भारत माता ने पानी छोड़कर बदला ले लिया है नो डाउट बलजीत ब्रैच। और फिर कहते ने जाकूब जी कहते हैं कि भारत माता ने साफ साफ बोल दिया है कि हम जब कहते पाकिस्तान को प्यासा भी और कहते मारेंगे और पानी पिला पिला के भी डुबो के भी मारेंगे। और कहते पाकिस्तान अभी क्या करेगा अगर कहते कश्मीर पाकिस्तान के पास होता तो आज ये कहते दिन देखना ना पड़ता। और राजविंदर सिंह जी फतेह बुलांदे ने और फिर कहते पंजाब वसदा गुरु दे ना ते हैपनिंग इन फ्रंट ऑफ माई आवर आईज। और फिर कहते ने डॉक्टर साहब पंजाब शोड एज ऑलवेज दे कैन ग्रोवन बिल्कुल बहुत शुक्रिया राजविंदर सिंह जी और बिल्कुल ठीक फरमाया। फिर कहते एक्शन ऑफ इंडिया शोज पंजाब इज नॉट पार्ट ऑफ दम। और अमरजीत सैनी जी भी और मंगत सिंह जी भी और राजविंदर सिंह जी कहते पाकिस्तान शुड टेक पाकिस्तान शुड टेक दिस वाटर एज वेपन केस टू ICC।
ਰਾਜਵਿੰਦਰ ਸਿੰਘ ਜੀ, ਮੈਨੂੰ ਨਹੀਂ ਲੱਗਦਾ ਵੀ ਅਜੇ ਇੰਨਾ ਦਮ ਇਹਨਾਂ 'ਚ ਹੈ। ਹਾਲਾਂ ਜਿਵੇਂ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਕਿਹਾ ਸੀ ਵੀ UN ਸਿਕਿਉਰਿਟੀ ਕਾਉਂਸਲ 'ਚ ਵੀ ਮੈਂਬਰ ਨੇ, ਬਟ ਹੌਲੀ ਹੌਲੀ ਤਬਦੀਲੀ ਹੋਏ ਤਾਂ ਪਤਾ ਨਹੀਂ, ਪਰ ਕਦੇ ਇਸ ਕਿਸਮ ਦੀ ਇਹਨਾਂ ਦੀ ਇੰਟਰਨੈਸ਼ਨਲ ਲੱਗਦੀ ਨਹੀਂ ਹੈ ਜਿਹੜੀ ਮੂਵਮੈਂਟ ਹੈ। और खालसा जी भी और सरबजीत सिंह जी भी, इंद्रजीत सिंह संधू जी भी, राजनप्रीत जी भी और गुरविंदर मान जी भी, जगदेव सिंह मंदेर जी भी और फिर इसी तरह मोहम्मद याकूब जी कहते डॉक्टर साहब खाली बोलने से ना कश्मीर आज़ाद होगा और खालिस्तान आज़ाद होगा। आज़ादी के लिए कहते हैं कि दोनों को मिलकर इंडिया आर्मी से बदला लेना होगा ਇਹ ਵਕਤ ਲੱਗਦਾ और ਹੈ। लड़ना होगा। ਹਾਂ ਬਿਲਕੁਲ, ਫਾਈਨਲ ਤਾਂ ਹੱਥੋਂ ਹੱਥ ਲੜਾਈ ਵਾਲਾ ਕੰਮ ਹੀ ਹੈ, ਪਰ ਇੱਥੇ ਅਸੀਂ ਬੋਲਣ ਤੋਂ ਬਿਨਾ ਹੋਰ ਬਹੁਤਾ ਕੁਝ ਕਰ ਵੀ ਨਹੀਂ ਸਕਦੇ ਹਾਂ। ਬਿਲਕੁਲ। ਗੁਰਜੀਤ ਸਿੰਘ, ਰਾਜਵਿੰਦਰ ਕੌਰ ਜੀ ਵੀ, ਮਾਰਗਦਰਸ਼ਨ ਜੀ ਵੀ ਕਹਿੰਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ। ਔਰ ਫਿਰ ਕਹਿੰਦੇ ਨੇ ਜਾਕੂਬ ਜੀ ਕਹਿੰਦੇ ਨੇ ਇਸ ਫਲੱਡ ਨੇ सैलाब ने हर पाक पंजाब और खालसा पंजाब की कमर तोड़ कर रख दी है। नो डाउट नुकसान है, बहुत नुकसान किया है। कहते एक जेन्युइन क्वेश्चन है डॉक्टर साहब, कहते कि 1947 जाकूब जी कहते हैं कि 1947 में बंटवारा ना होता तो क्या हालात मुख्तलिफ होते, और उम्मीद है कहते कि इसमें आप मुझे हाँ वो तो हालात ही डिफरेंट होने सी। सिख फैक्टर भी हुंदा, आपसी साड़ियाँ साझां भी रहिंदियां, जो तबाही 47 च असीं एक दूसरे दी कीती है वो भी नहीं सी होनी, और हिंदू होने दा रन होना सी। बिल्कुल। गुरप्रीत सिंह जी भी और सिंपल गार्डनिंग जी भी, और फिर इसी तरह कहते ने सानू मिस भी करते ने, कहते ने कि डॉक्टर साहब वी मिस यू एंड योर प्रोग्राम very badly when you are not on air. Tell us what should we do in the absence of your program. All day goes down in a depressed way. We hope there will no absent. देखो तुसी सिंपल गार्डनिंग विद रिजल्ट्स रखिया, गार्डनिंग तुसी करते हो, गार्डनिंग च दिल तो ला लिया करो। साडी भी मजबूरी हुंदी है, ट्रैवल भी करना हुंदा है, जेड़े दुख सुख च भी शमूलीयत अपने वीरां भैणां दे हुंदी है, पर तुहाडी इस मुहब्बत भरे कमेंट लई बहुत बहुत शुक्रिया। और गोदी मीडिया का जिक्र करते ने मोहम्मद याकूब जी भी, और हैप्पी यूट्यूबर भी, और फिर इसी तरह सुखजीवन बच्चू जी भी, कुलदीप कौर जी भी, और बलवंत सिंह जी भी, और फिर इसी तरह सुरजीत सिंह जी कहते हैं कि हलीमी खालसा राज खालसा जिंदाबाद। और फिर इसी तरह जाकूब जी कहते जी ग्रोसरी वगैरह आती है वो इंडिया तो ही आती है। और बलिहार सिंह कंग जी भी, गुरविंदर मान जी कहते डॉक्टर साहब अपने बाहर बैठे पंजाबियों नूं पंजाब दे गरीब लोगों की मदद लई अगे आना चाहिए, पंजाबी नूं पंजाबी दा साथ देण दी लोड़ है। बिल्कुल जी, वो बहुत वड्डे पैमाने दे उत्ते बाहरले सिखां दी डायस्पोरा दी हेल्प है, और वो कारजां दे विच जुड़े हुए ने। बिल्कुल। और सरबजीत सिंह जी उन्होंने तुहानूं करैक्ट करवाया ही है। और दर पंजाब दा कहंदे ने कि जित दे निशान सदा लाए जांदे झंडे नाल, पहला वार कलमा दा, दूजा वार खंडे नाल। जी जी, बड़ा पॉपुलर सॉन्ग भी है। हाँ जी। अब्दुल रहीम जी कहते हैं कि डॉक्टर साहब थैंक यू फॉर करेक्शन, वेरी गुड एनालिसिस, गॉड ब्लैस बोथ ऑफ यू, थैंक यू सो मच। और मनजीत सिंह जी भी, और फिर हरजीत जी ये मेरे ख्याल कहते हैं कि मैं तुहाडा जिहड़ा प्रोग्राम है ये देखदा, काफ़ी कुछ सीखण नूं मिलदा है। और बलवीर सिंह जी भी खालसा जिंदाबाद कहते हैं, सतनाम सिंह जी भी, और मगर सिंह जी भी कहते हैं आफ्टर 37 ईयर इट्स ए सेकेंड बिग अटैक ऑन पंजाब विद द वाटर। इफ्तिकार कांगो जी भी भारत माता नूं कहते लानतां। हाँ जी, तो सब का बहुत बहुत शुक्रिया। असीं अपने व्यूअर्स को लैने आ इजाजत। व्यूअर्स साडे प्रोग्राम का समा इत्थे मुकदा है। तुसीं अपनी राय ते सुझाव सानूं भेजना भुलना साडे इस पते ते sos@tv84.tv ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सुना गया दो, देखते रहो TV 84। बुला दिओ फतेह। वाहिगुरू जी का खालसा, वाहिगुरू जी की फतेह। रब राखा।